ठीक है सर, थैंक यू। मैं रिकॉर्डिंग ਹੁਣ ਇਸ ਦੇ ਉੱਤੇ ਲਗਾਇਆ ਹੈਗਾ ਤਾਂ ਕਿ ਆਪਾਂ ਜਿਹੜਾ ਹੈਗਾ ਡਾਕਟਰ ਸਾਹਿਬ ਦੀ ਵੀ ਜਿਹੜੀਆਂ ਗੱਲਾਂ ਹੈਗੀਆਂ ਉਹ ਆਪਾਂ ਬਾਅਦ ਦੇ ਵਿੱਚ ਵੀ ਜਿਹੜੀਆਂ ਹੈਗੀਆਂ ਕਿਸੇ ਪੇਸ਼ੈਂਟ ਦੀ ਕੁਐਰੀ ਹੋਵੇ ਤਾਂ ਉਹਨਾਂ ਦੇ ਨਾਲ ਇਹ ਸ਼ੇਅਰ ਕਰ ਸਕੀਏ। ਇਸ ਤੋਂ ਬਾਅਦ ਜੀ ਜਿਨ੍ਹਾਂ ਨੇ ਕੋਈ ਹਾਂਜੀ ਨੈਕਸਟ ਕੋਈ ਪੇਸ਼ੈਂਟ ਹੋਣ ਜਿਨ੍ਹਾਂ ਦੀ ਕੋਈ ਕੁਐਰੀ ਹੋਵੇ। ਪਰਾਟਸ ਮੋਟਰ ਦੇ ਨਾਮ ਤੋਂ ਨੇ, ਤੁਹਾਡੀ ਕੀ ਹੈਗੀ ਹੈ ਜੀ? ਅਨਮਿਊਟ ਕਰ ਲਓ ਆਪਣੇ ਆਪ ਨੂੰ। ਹਾਂਜੀ ਹਾਂਜੀ ਸਰ, ਡਿੰਪਲ ਗੱਲ ਕਰ ਰਹੇ ਹਾਂ ਸਰ। ਡਿੰਪਲ ਜੀ, ਹਾਂਜੀ 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 ਸਰ। ਸਰ ਇਹ ਜਿਹੜਾ ਦਵਾਈ ਦਾ ਸਰ ਸਿਸਟਮ ਹੈ ਇਹ ਕਿਸ ਤਰੀਕੇ ਦਾ ਕਿਵੇਂ ਲੈਣੀ ਹੈ ਸਰ? ਇਹ ਕੀ ਟਾਈਮਿੰਗ ਹੈ ਇਹਦੀ, ਵੀ ਸੁਬਾਹ ਸ਼ਾਮ ਜਾਂ ਕੁਛ? ਕਿਉਂਕਿ ਮੈਂ ਅੱਜ ਹੀ ਮੰਗਵਾਈ ਹੈ ਸਰ। ਇਹ ਕੋਈ ਦਿੱਕਤ ਪਰੇਸ਼ਾਨੀ ਤਾਂ ਕੋਈ ਹੈ ਨਹੀਂ ਸਰ, ਪਰ ਮੈਂ ਫਿਰ ਵੀ ਆਪਣੀ ਸੇਫਟੀ ਲਈ ਇਹ ਮੰਗਵਾਈ ਹੈ ਵੀ। ਤੁਸੀਂ ਮੈਡੀਸਿਨ ਮੰਗਵਾਈ ਹੈ ਜੀ? ਕੀ ਤੁਹਾਨੂੰ ਰਿਕਮੈਂਡ ਹੋਈ ਸੀ? ਕਿਹੜੀ ਮੈਡੀਸਿਨ ਲੈ ਕੇ ਆਏ ਹੋ ਤੁਸੀਂ? ਸਰ ਜਿਹੜੀ ਉਹ ਇੱਕ ਤਾਂ ਹੈਗੀ ਹੈ ਜੀ ਲਾਈਕੋਗਾਰਡ ਹੈਗਾ, ਲਾਈਕੋਗਾਰਡ ਸਿਪਲਾ, ਤੇ ਦੂਜੀ ਹੈਗੀ ਹੈ ਸਰ ਉਹ ਵਿਟਾਮਿਨ ਸੀ ਵਾਲੀ ਆ, ਬਿਕੋਜ਼ਮ ਸੀ ਫੋਰਟ। ਤੇ ਸਰ ਇੱਕ ਹੈ ਵਿਟਾਮਿਨ ਸੀ ਹੈ ਸਰ, ਇੱਕ ਵਿਟਾਮਿਨ ਸੀ। ਤੁਸੀਂ ਇੱਕ ਗੱਲ ਸਮਝੋ, ਤੁਸੀਂ ਚਾਹੇ ਏਸਿਮਟੋਮੈਟਿਕ ਹੋ, ਮਤਲਬ ਮੈਂ ਸਾਰਿਆਂ ਲਈ ਕਹਿ ਰਿਹਾ, ਇਹ ਗੱਲ ਬਹੁਤ ਜ਼ਰੂਰੀ ਹੈ, ਚਾਹੇ ਪੇਸ਼ੈਂਟ ਏਸਿਮਟੋਮੈਟਿਕ ਹੈ ਚਾਹੇ ਮਾਈਲਡ ਸਿੰਪਟਮਸ ਆ ਰਹੇ ਆ, ਜੋ ਕਰੋਨਾ ਦੀ ਹੈ, ਇਨ ਕੇਸ ਦੇयर ਇਜ਼ ਅ ਯੰਗ ਪਰਸਨ, ਮਤਲਬ ਲਾਈਕ ਆਈ ਵਿਲ ਸੇ ਯੰਗ ਕੀ ਵੀ ਜਿਹੜਾ 50 ਇਅਰਸ ਤੱਕ ਦੀ ਏਜ ਦਾ, ਦਿਸ ਹੋਲ ਡਿਜ਼ੀਜ਼ ਪ੍ਰੋਸੈਸ ਜਿਹੜੀ ਵੀ ਸਾਰੀ ਬਿਮਾਰੀ ਹੈ ਇਹ ਸਾਰੀ ਆਪਣੀ ਇਮਿਊਨਿਟੀ ਤੇ ਡਿਪੈਂਡ ਕਰਦੀ ਹੈ। ਜੋ ਆਪਾਂ ਕਹਿੰਦੇ ਆ ਹਾਈ ਰਿਸਕ ਕੈਟੇਗਰੀ ਵਾਲੇ ਬੰਦੇ ਨੇ, 60 ਸਾਲ ਤੋਂ ਉੱਪਰ ਨੇ, ਜਾਂ ਇੱਕ ਕੋਮੋਰਬਿਡਿਟੀ ਕਹੀ ਜਾਂਦੀ ਹੈ। ਕੋਮੋਰਬਿਡਿਟੀ ਕੀ ਹੈ ਵੀ ਜਿਸ ਨੂੰ ਕਿਸੇ ਨੂੰ ਹਾਈਪਰਟੈਂਸ਼ਨ ਦੀ ਪ੍ਰੋਬਲਮ ਹੈ, ਕੋਈ ਡਾਇਬਟੀਜ਼ ਦਾ, ਸ਼ੂਗਰ ਦਾ ਮਰੀਜ਼ ਹੈ, ਉਹ ਹਾਈ ਰਿਸਕ ਪੇਸ਼ੈਂਟਸ ਨੇ। ਹਾਈ ਰਿਸਕ ਪੇਸ਼ੈਂਟਸ ਦਾ ਮਤਲਬ ਕੀ ਹੈ? ਉਹਨਾਂ ਦੀ ਇਮਿਊਨਿਟੀ ਪਹਿਲਾਂ ਹੀ ਲੋ ਹੈ, ਵਿਦ ਏਜ ਆਪਣੀ ਇਮਿਊਨਿਟੀ ਲੋ ਹੁੰਦੀ ਹੈ। ਜੋ ਮੈਡੀਸਿਨਸ ਉਹਨੂੰ ਰਿਕਮੈਂਡ ਕੀਤੀਆਂ ਗਈਆਂ, ਚਾਹੇ ਤੁਸੀਂ ਏਸਿਮਟੋਮੈਟਿਕ ਹੋ, ਇਹ ਤੁਹਾਡੀ ਇਮਿਊਨਿਟੀ ਬਿਲਟ ਅਪ ਕਰਨ ਲਈ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਆਪਣੀ ਗਾਈਡਲਾਈਨਸ ਦੇ ਅਕੋਰਡਿੰਗ ਆਪਾਂ ਜ਼ਿੰਕ ਜਿਹੜੀ ਗੋਲੀ ਹੈ 10 mg ਦੀ ਗੋਲੀ ਦਿਨ 'ਚ ਇੱਕ ਵਾਰੀ ਲੈਣੀ ਹੁੰਦੀ ਹੈ। ਸੈਕਿੰਡ ਹੈ ਆਪਣੀ ਵਿਟਾਮਿਨ ਸੀ, ਇਹ 500 mg ਦੀ ਗੋਲੀ ਦਿਨ 'ਚ 2 ਵਾਰੀ ਰਿਕਮੈਂਡਡ ਹੈ, ਇੱਕ ਵਾਰੀ ਸਵੇਰ ਇੱਕ ਵਾਰੀ ਸ਼ਾਮ ਨੂੰ। ਇਹ ਚਿਊਬਲ ਟੈਬਲੇਟ ਹੁੰਦੀ ਹੈ, ਮਿੱਠੀ ਟੈਬਲੇਟ ਹੁੰਦੀ ਹੈ, ਤੁਸੀਂ ਖਾਣੇ ਨਾਲ, ਬ੍ਰੇਕਫਾਸਟ ਦੇ ਨਾਲ, ਡਿਨਰ ਦੇ ਨਾਲ ਕਿਸੇ ਵੀ ਟਾਈਮ ਲੈ ਸਕਦੇ ਹੋ। ਥਰਡ ਆਪਣੀ ਹੁੰਦੀ ਹੈ ਵਿਟਾਮਿਨ ਬੀ ਕੰਪਲੈਕਸ ਦੀ ਟੈਬਲੇਟ, ਜਿਹੜੀ ਕਿ ਥਰਡ ਟੈਬਲੇਟ ਆ ਤੁਹਾਡੀ। ਆਪਾਂ ਜਿਹਨੂੰ ਅੱਡ ਡੋਜ਼ਸ ਚ ਲੈਣਾ, ਵੀ ਸਾਰੀਆਂ ਤੁਸੀਂ ਕਹਿੰਦੇ ਹੋ ਮੈਂ 3 ਗੋਲੀਆਂ ਇਕੱਠੀਆਂ ਨਹੀਂ ਲੈਣੀਆਂ, ਜਾਂ ਕੋਈ ਐਸਿਡਿਟੀ ਦੀ ਪ੍ਰੋਬਲਮ ਆ ਰਹੀ ਹੈ, ਤੁਸੀਂ ਇਹ ਕਰ ਸਕਦੇ ਹੋ ਕਿ ਵਿਟਾਮਿਨ ਬੀ ਕੰਪਲੈਕਸ ਦੀ ਗੋਲੀ ਤੁਸੀਂ ਦੁਪਹਿਰ ਦੇ ਖਾਣੇ ਦੇ ਨਾਲ ਲੈ ਲਓ। ਸੋ ਵਾਟ ਵੀ ਡੂ ਇਜ਼ ਵਿਟਾਮਿਨ ਸੀ ਸਵੇਰ ਤੇ ਸ਼ਾਮ ਨੂੰ 2 ਵਾਰੀ, ਬੀ ਕੰਪਲੈਕਸ ਦੁਪਹਿਰ ਦੇ ਖਾਣੇ ਨਾਲ, ਜ਼ਿੰਕ ਤੁਸੀਂ ਮਾਰਨਿੰਗ ਈਵਨਿੰਗ ਕਿਸੇ ਵੀ ਟਾਈਮ ਇੱਕ ਗੋਲੀ ਉਹ ਲੈ ਸਕਦੇ। ਕਿਉਂਕਿ ਜ਼ਿੰਕ ਕੀ ਹੈ? ਜ਼ਿੰਕ ਸਾਡੀ ਇਮਿਊਨਿਟੀ ਬਿਲਟ ਅਪ ਕਰਨ ਦੇ ਵਿੱਚ ਹੈਲਪ ਕਰਦਾ ਹੈ। ਸੈਕਿੰਡ, ਇਹ ਸਾਡੀ ਜਿਹੜੀ ਗੈਸਟਰੋ ਇੰਟੈਸਟਾਈਨਲ ਲਾਈਨਿੰਗ, ਜਿਹੜੀ ਆਪਾਂ ਪੇਟ ਦੀ ਲਾਈਨਿੰਗ ਕਹਿੰਦੇ ਆ, ਉਸ ਦੀ ਵੀ ਪ੍ਰੋਟੈਕਟਿਵਨੈਸ ਤੇ ਐਕਸ਼ਨ ਹੈ। ਕਰੋਨਾ ਦਾ ਇੱਕ ਬਹੁਤ ਮੇਜਰ ਸਿੰਪਟਮ ਹੈ ਡਾਇਰੀਆ। ਬਹੁਤ ਸਾਰੇ ਪੇਸ਼ੈਂਟਸ ਨੂੰ ਡਾਇਰੀਆ ਹੋ ਜਾਂਦਾ। ਮੈਂ ਖੁਦ ਮਤਲਬ ਇਸ ਸਿੰਪਟਮ ਦਾ ਸ਼ਿਕਾਰ ਰਿਹਾ, ਬਹੁਤ ਸੀਵੀਅਰ ਡਾਇਰੀਆ ਰਿਹਾ ਮੈਨੂੰ। ਜ਼ਿੰਕ ਇਹਦੇ ਵਿੱਚ ਬਹੁਤ ਹੈਲਪਫੁਲ ਹੈ। ਇਹ ਜ਼ਰੂਰੀ ਨਹੀਂ ਕਿ ਆਪਾਂ ਨੂੰ ਡਾਇਰੀਆ ਹੋਵੇ ਤਾਂ ਹੀ ਜ਼ਿੰਕ ਲੈਣਾ ਸ਼ੁਰੂ ਕਰਨਾ। ਇਨ ਕੇਸ ਆਪਾਂ ਪ੍ਰੀਵੈਂਟਿਵ ਤੌਰ ਤੇ ਜਿਹੜਾ ਆਪਣਾ 15 ਦਿਨਾਂ ਦਾ ਸਫ਼ਰ ਹੈ ਕਰੋਨਾ ਦੇ ਨਾਲ, ਉਹ ਚ ਲੈਣੇ ਰਹਿਣੇ ਆ, ਆਪਾਂ ਕੋਈ ਸੀਵੀਅਰ ਸਿੰਪਟਮ ਜਾਂ ਮੋਡਰੇਟ ਸਿੰਪਟਮ ਆਉਣ ਤੋਂ ਬਚ ਜਾਵਾਂਗੇ। ਸੋ ਜਿਹੜੀਆਂ ਵੀ 3 ਟੈਬਲੇਟਸ ਉਹਨੂੰ ਰਿਕਮੈਂਡ ਕੀਤੀਆਂ ਗਈਆਂ, ਈਵਨ ਇਫ ਯੂ ਆਰ ਏਸਿਮਟੋਮੈਟਿਕ, ਪਲੀਜ਼ ਇਹਨੂੰ ਟਾਈਮ ਦੇ ਤਰੀਕੇ ਨਾਲ ਲਓ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ। ਓਕੇ ਸਰ, ਥੈਂਕ ਯੂ ਸਰ। ਹੈਲੋ ਸਰ, ਗੁੱਡ ਇਵਨਿੰਗ। ਹਾਂਜੀ ਗੁੱਡ ਇਵਨਿੰਗ ਜੀ। ਹਾਂਜੀ ਹਾਂਜੀ ਸਰ ਵਿਨੋਦ ਗੱਲ ਕਰ ਰਹੇ ਹਾਂ। ਹਾਂਜੀ ਵਿਨੋਦ ਜੀ। ਸਰ ਸਪੈਸ਼ਲੀ ਫਰੂਟ ਕੋਈ ਮਤਲਬ ਆਪਾਂ ਲੈ ਸਕਦੇ ਹਾਂ? ਸਪੈਸ਼ਲੀ ਫਰੂਟ ਕੋਈ ਜੈਸੇ ਕੋਈ ਫਰੂਟਸ ਕੋਈ ਵੀ ਬਿਮਾਰੀ ਹੋਵੇ ਜਾਂ ਜਨਰਲ ਵੈਲਬੀਇੰਗ ਲਈ ਬਹੁਤ ਇੰਪੋਰਟੈਂਟ ਨੇ। ਸਭ ਤੋਂ ਮੇਨ ਚੀਜ਼ ਯਾਦ ਰੱਖਣ ਵਾਲੀ ਇਹ ਗੱਲ ਹੈ ਕਿ ਮੌਸਮੀ ਜਿਹੜਾ ਵੀ ਫਲ ਹੈ, ਜਿਹੜਾ ਵੀ ਇਸ ਟਾਈਮ ਦੇ ਮੌਸਮ ਦਾ ਫਲ ਹੈ, ਉਹੀ ਬੈਸਟ ਹੈ। ਆਪਾਂ ਕਿਸੇ ਵੀ ਤਰ੍ਹਾਂ ਦੇ ਐਗਜ਼ੋਟਿਕ ਚ ਜਾਵਾਂਗੇ ਵੀ ਜਿਹੜਾ ਆਪਣੇ ਇੱਥੇ ਮੌਸਮ ਦੇ ਅਕੋਰਡਿੰਗ ਨਹੀਂ ਹੈ, ਕੋਈ ਬਾਹਰਲੇ ਕੰਟਰੀ ਤੋਂ ਆ ਰਿਹਾ ਜਾਂ ਕੋਈ ਪਹਾੜਾਂ ਤੋਂ ਸਪੈਸ਼ਲ, ਵੀ ਜਿਵੇਂ ਉਹਨੂੰ ਆਪਾਂ ਕਹਿੰਦੇ ਸਪੈਸ਼ਲ ਤਰ੍ਹਾਂ ਦੀ ਖੇਤੀ ਨਾਲ ਉਗਾਇਆ ਜਾਂਦਾ, ਉਹਨਾਂ ਸਭ ਚੀਜ਼ਾਂ ਨੂੰ ਛੱਡ ਕੇ ਜੋ ਮੌਸਮ ਦਾ ਫਲ ਹੋਏਗਾ ਉਹ ਕੋਈ ਵੀ ਲੋ, ਉਹ ਤੁਹਾਡੀ ਇਮਿਊਨਿਟੀ ਬਿਲਟ ਅਪ ਕਰਨ ਦੇ ਵਿੱਚ, ਡਿਜ਼ੀਜ਼ ਨੂੰ ਫਾਈਟ ਕਰਨ ਦੇ ਵਿੱਚ ਹੈਲਪਫੁਲ ਹੀ ਰਹੇਗਾ। ਸੈਕਿੰਡ ਚੀਜ਼ ਕੀ ਹੈ ਕਿ ਫਰੂਟ ਲੈਣਾ ਜਾਂ ਕੋਈ ਵੀ ਜੂਸ ਲੈਣਾ, ਉਹ ਠੰਡਾ ਨਾ ਲਓ ਜੀ, ਟੈਂਪਰੇਚਰ ਤੇ ਹੋਵੇ ਜੀ। ਥੈਂਕ ਯੂ ਸਰ। ਹਾਂ, ਸਿਟਰਸ ਵਾਲਾ ਫਰੂਟ ਜਿਹਨੂੰ ਆਪਾਂ ਸਿਟਰਸ ਕਹਿੰਦੇ ਆ, ਖੱਟਾਪਨ ਜਿਹਦੇ ਚਲਾਓ, ਵਿਟਾਮਿਨ ਸੀ ਦੀ ਕੁਆਂਟੀਟੀ ਜ਼ਿਆਦਾ ਹੋ, ਜਿੰਨਾ ਜ਼ਿਆਦਾ ਉਹ ਫਰੂਟ ਲਓਗੇ ਉਨਾ ਜ਼ਿਆਦਾ ਅੱਛਾ। ਜੀ ਜੀ ਜੀ, ਥੈਂਕ ਯੂ ਸਰ। ਹਾਂਜੀ ਹਾਂਜੀ, ਉਸ ਤੋਂ ਬਾਅਦ ਪ੍ਰੈਟਸ ਮੋਟਰ। ਹਾਂਜੀ ਪ੍ਰੈਟਸ ਮੋਟਰ ਤੋਂ। ਹਾਂਜੀ 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 ਪਲੀਜ਼।
Sir, first of all, sir, I am totally asymptomatic. I am having my temperature gun and oximeter with me anytime, and it's all showing normal. Sir, with no symptoms at all, I still tested COVID positive, and I was home isolated. Okay, fine, sir. But I want to go for a second opinion, as I am feeling like I am having no symptoms at all, not even the primary symptoms of cough and cold or fever. ਓਕੇ ਤਾਂ ਜਿਹੜਾ ਆਪਣਾ RT-PCR ਟੈਸਟਿੰਗ ਹੈ ਜਿਸ ਦੇ ਨਾਲ ਤੁਸੀਂ ਪੋਜ਼ਿਟਿਵ ਆਏ ਹੋ, ਰੀਅਲ ਟਾਈਮ ਪੋਲੀਮਰੇਜ਼ ਚੇਨ ਰਿਐਕਸ਼ਨ ਟੈਸਟ ਹੈ, ਇਹ ਵਰਲਡ ਓਵਰ 골ਡ ਸਟੈਂਡਰਡ ਟੈਸਟ ਹੈ ਕਰੋਨਾ ਨੂੰ Sir, ਡਿਟੈਕਟ rapid antigen, sir. Rapid antigen. It was rapid antigen. ਓਕੇ ਤੁਸੀਂ ਰੈਪਿਡ ਐਂਟੀਜਨ ਦੇ ਥਰੂ ਪੋਜ਼ਿਟਿਵ ਆਏ। ਇੱਕ ਗੱਲ ਹੈ ਵੀ ਜਿਹੜਾ ਆਪਣੀ ਸਟੱਡੀਜ਼ ਹੈ, ਜੋ ਡਾਟਾ ਵਰਲਡ ਵਾਈਡ, ਕੱਲਾ ਆਪਣਾ ਬਠਿੰਡਾ ਦਾ ਨਹੀਂ, ਪੰਜਾਬ ਦਾ ਨਹੀਂ, 94 to 96% ਪੇਸ਼ੈਂਟਸ ਤੱਕ ਵੀ ਡਿਪੈਂਡਿੰਗ ਅਪਨ ਦਾ ਲੋਕੈਲਿਟੀਜ਼, ਕੰਟਰੀਜ਼, ਟੋਟਲੀ ਐਸਿਮਟੋਮੈਟਿਕ ਆ ਰਹੇ ਨੇ। ਕੋਈ ਫੀਵਰ ਨਹੀਂ, ਕੋਈ ਕਫ ਨਹੀਂ, ਕੋਈ ਬੋਡੀ ਏਕਸ ਨਹੀਂ, ਕੋਈ ਕੁਝ ਨਹੀਂ ਹੈ। ਸੋ ਇਹ ਮਿਸਕਨਸੈਪਸ਼ਨ, ਮੈਂ ਦੇਖੋ ਆਈ ਟੇਕ ਦ ਲਿਬਰਟੀ ਟੂ ਸੇ ਦੈਟ ਦਿਸ ਇਜ਼ ਅ ਮਿਸਕਨਸੈਪਸ਼ਨ ਕਿ ਮੈਨੂੰ ਏਸਿਮਟੋਮੈਟਿਕ ਆ ਤੇ ਇਸ ਕਰਕੇ ਹੋ ਸਕਦਾ ਵੀ ਮੈਨੂੰ ਕਰੋਨਾ ਨਾ ਹੋਵੇ। ਦਿਸ ਇਜ਼ ਟੋਟਲੀ ਅ ਮਿਸਕਨਸੈਪਸ਼ਨ। ਆਪਣੇ ਕੋਲ ਕੋਵਿਡ ਕੇਅਰ ਸੈਂਟਰ ਹੈ ਇੱਥੇ ਬਠਿੰਡਾ ਦੇ ਵਿੱਚ, ਲੈਵਲ 1 ਫੈਸਿਲਿਟੀ ਜਿਸ ਨੂੰ ਕਿਹਾ ਜਾਂਦਾ। ਲਾਸਟ ਟਾਈਮ ਜਦੋਂ ਤੱਕ ਮੈਂ ਪੋਜ਼ਿਟਿਵ ਆਇਆ ਸੀ, ਮੈਂ ਉਹਦੇ ਨਾਲ ਡੀਲ ਕਰ ਰਿਹਾ ਸੀ ਉੱਥੇ, ਸਾਡੇ ਕੋਲ ਕਰੀਬ 1150 1200 ਪੇਸ਼ੈਂਟ ਉੱਥੇ ਐਡਮਿਟ ਹੋ ਕੇ ਜਾ ਚੁੱਕਿਆ ਸੀਗਾ। ਚਾਹੇ ਨਹੀਂ ਗਿਆ ਸੀ, ਚਲੋ 200 ਉਹਨਾਂ ਦੇ ਵਿੱਚੋਂ ਪਿਆ ਸੀਗਾ। 1000 ਪੇਸ਼ੈਂਟ ਜਿਹੜਾ ਅਸੀਂ ਡਿਸਚਾਰਜ ਕਰ ਚੁੱਕੇ ਸੀ, ਹਾਰਡਲੀ ਉਹ 'ਚ 50 ਪੇਸ਼ੈਂਟ ਵੀ ਨਹੀਂ ਹੈ ਜੇ ਹੋਣਗੇ ਜਿਨ੍ਹਾਂ ਨੂੰ ਕੋਈ ਸਿੰਪਟਮ ਆਇਆ ਹੋਊਗਾ। ਰੈਸਟ 90-50 ਜੇ ਆਪਾਂ ਲਾਈਏ 1000 ਪੇਸ਼ੈਂਟ ਡਿਸਚਾਰਜ ਕਰਤਾ ਸੀ, 950 ਪੇਸ਼ੈਂਟਸ ਨੂੰ ਨਾਟ ਇਵਨ ਅ ਸਿੰਗਲ ਸਿੰਪਟਮ ਸੀ। ਉਹ 10 ਡੇਜ਼ ਉਹਨਾਂ ਨੇ ਸਾਡੇ ਕੋਲ ਸਟੇ ਕੀਤਾ, ਟੋਟਲੀ ਏਸਿਮਟੋਮੈਟਿਕ। ਜੋ ਦਵਾਈਆਂ ਮੈਂ ਪਹਿਲਾਂ ਦੱਸ ਕੇ ਹਟਿਆ ਉਹਨਾਂ ਪੇਸ਼ੈਂਟ ਨੂੰ ਦਿੱਤੀਆਂ ਗਈਆਂ। ਰੈਗੂਲਰਲੀ ਉਹਨਾਂ 2 ਵਾਰੀ ਚੈੱਕਅਪ ਹੁੰਦਾ ਸੀਗਾ, ਮੋਨੀਟਰਿੰਗ ਹੁੰਦੀ ਸੀ ਆਕਸੀਜਨ ਲੈਵਲਸ ਦੀ, ਰੈਸਪੀਰੇਟਰੀ ਰੇਟ ਦੀ, ਪਲਸ ਰੇਟ ਦੀ, ਟੈਂਪਰੇਚਰ ਦੀ। ਉਹ ਏਸਿਮਟੋਮੈਟਿਕ ਸੀਗੇ, ਬਟ ਦੇ ਵਰ ਕਰੋਨਾ ਪੋਜ਼ਿਟਿਵ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਆਈ ਥਿੰਕ ਕੁਐਰੀ ਸੋਲਵ ਹੋ ਗਈ ਹੋਏਗੀ। ਨੈਕਸਟ ਹੋਰ ਜਿਨ੍ਹਾਂ ਨੇ ਕੁਐਸਚਨ ਪੁੱਛਣਾ ਹੋਵੇ, ਨਵੀਨ ਤਾਇਲ ਜੀ ਹੈਗੇ ਆਪਣੇ ਨਾਲ। ਨਵੀਨ ਤਾਇਲ ਜੀ, ਤੁਸੀਂ ਪਹਿਲਾਂ ਵੀ ਜੁੜੇ ਸੀਗੇ, ਅਨਮਿਊਟ ਕਰ ਲਓ ਆਪਣੇ ਆਪ ਨੂੰ। ਨਵੀਨ ਤਾਇਲ ਜੀ, ਮੈਂ ਦੱਸਦਾ ਕਿ ਇਹ HDFC ਬੈਂਕ ਤੋਂ ਨੇ। HDFC ਬੈਂਕ ਦੇ ਹੋਰ ਵੀ ਕਾਫੀ ਪੇਸ਼ੈਂਟਸ ਜਿਹੜੇ ਹੈਗੇ ਆ EMPLOYEES ਜਿਹੜੇ HDFC ਬੈਂਕ ਦੇ ਪੋਜ਼ਿਟਿਵ ਆਏ ਆ। ਤੇ ਨਵੀਨ ਜੀ ਖੁਦ ਵੀ ਇੱਕ NGO ਰਨ ਕਰਦੇ, ਇੱਕ ਸਾਡੇ ਨਾਲ ਵੈਸੇ ਵੀ ਬੜਾ ਅੱਛਾ ਪਾਰਟਿਸਿਪੇਟ ਕਰ ਰਹੇ ਆ। ਆਪਣੇ ਸਾਰੇ ਜਿਹੜੇ ਹੋਰ ਵੀ HDFC ਦੇ EMPLOYEES ਹੈਗੇ ਆ, ਉਹਨਾਂ ਦੀ ਵੀ ਜ਼ਿੰਮੇਵਾਰੀ ਲੈ ਰਹੇ ਆ ਆਪਦੇ ਨਾਲ ਸਾਰਿਆਂ ਨੂੰ ਮੋਟੀਵੇਟ ਕਰ ਰਹੇ ਆ ਹੋਮ ਕੁਆਰੰਟਾਈਨ ਦੇ ਲਈ, ਤੇ ਆਪਦਾ ਜਿਹੜਾ ਵੀ ਹੈਲਥ ਦਾ ਡਾਟਾ ਹੈਗਾ ਉਹ ਸ਼ੇਅਰ ਕਰਨ ਦੇ ਲਈ। ਤੇ ਈਵਨ ਇਹਨਾਂ ਨੇ ਵਲੰਟੀਅਰ ਵੀ ਕੀਤਾ ਵੀ ਜੇ ਕੋਈ ਵੀ ਕੰਮ ਡਿਊਰਿੰਗ ਕੁਆਰੰਟਾਈਨ ਵੀ ਇਹਨਾਂ ਤੋਂ ਅਸੀਂ ਜੇ ਕੋਈ ਲੈਣਾ ਹੋਵੇ ਤਾਂ ਇਹ ਕਹਿੰਦੇ ਅਸੀਂ ਅੰਦਰ ਵੀ ਬੈਠ ਕੇ ਕਾਲਿੰਗ ਜਾਂ ਹੋਰ ਜਿੱਦਾਂ ਦਾ ਵੀ ਕੋਈ ਕੰਮ ਹੋਊਗਾ ਅਸੀਂ ਕਰਾਂਗੇ। ਤਾਂ ਮੈਂ ਰਿਕੁਐਸਟ ਕਰੂੰਗਾ ਨਵੀਨ ਤਾਇਲ ਜੀ ਨੂੰ ਆਪਣਾ ਵੈਸੇ ਵੀ ਕੋਈ ਕੁਐਰੀ ਹੈ ਉਹ ਸ਼ੇਅਰ ਕਰਨ ਜਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਸਾਡੇ ਨਾਲ। ਹਾਂਜੀ ਹਾਂਜੀ ਬਿਲਕੁਲ ਵਿਨੇ ਜੀ, ਕੱਲ ਵੀ ਵੈਸੇ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਹੈ ਤੁਹਾਡੇ ਨਾਲ। ਤੁਹਾਡਾ ਜਿਹੜਾ ਇਨੀਸ਼ੀਏਟਿਵ ਹੈ ਰੀਅਲੀ ਦਿਸ ਇਜ਼ ਐਪਰੀਸ਼ੀਏਬਲ, ਤੇ ਤੁਹਾਡੇ ਥਰੂ ਸਾਨੂੰ ਪਤਾ ਲੱਗ ਰਿਹਾ। ਪਹਿਲਾਂ ਸਾਨੂੰ ਇਹ ਨਹੀਂ ਪਤਾ ਸੀ ਕਿ ਪਲਸ ਰੇਟ ਦਾ ਕੀ ਇੰਪੋਰਟੈਂਸ ਹੈ। ਹੁਣ ਪਤਾ ਲੱਗੇ ਕਿ 90s ਦੇ ਥੱਲੇ ਜੇ ਜਾਂਦਾ ਤਾਂ ਉਹ ਕੰਸਰਨਿੰਗ ਹੈ ਨਾ। ਇਸੇ ਤਰ੍ਹਾਂ ਹੀ ਟੈਂਪਰੇਚਰ ਵਗੈਰਾ ਟੀਮ ਕੰਟੀਨਿਊਸਲੀ ਜੋ ਸਾਡੀ ਟੀਮ ਹੈ, ਕਿਉਂਕਿ ਮੋਸਟਲੀ ਸਾਡੇ 20 ਤੋਂ 25 ਮੈਂਬਰਸ ਹੈ ਜਿਹੜੇ ਕਰੋਨਾ ਪੋਜ਼ਿਟਿਵ ਨੇ ਰਾਮਪੁਰਾ ਤੋਂ। ਉਹ ਸਾਰੇ ਮੈਂਬਰਸ ਤੁਹਾਡੇ ਗਰੁੱਪ ਦੇ ਵਿੱਚ ਐਡ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਐਡਵਾਈਸ ਕਰ ਰਹੇ ਹੋ ਕਿ ਉਹਨਾਂ ਨੂੰ ਸਟ੍ਰੀਮਲਾਈਨ ਕਰੀਏ ਕਿ ਤੁਹਾਨੂੰ ਟਾਈਮਲੀ ਇਨਫੋਰਮੇਸ਼ਨ ਪਾਸ ਔਨ ਕਰਦੇ ਰਹਿਣ, ਤਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਦੁਬਾਰਾ ਆਪਣੇ ਜੋ ਵੀ ਉਹਨਾਂ ਦੇ ਕੰਸਰਨ ਏਰੀਆ ਜੌਬਸ ਨੇ ਉਹ ਪ੍ਰੋਫਾਈਲ ਤੇ ਵਾਪਿਸ ਆ ਸਕਣ। ਬਾਕੀ ਜੋ ਵੀ ਤੁਸੀਂ ਕਰ ਰਹੇ ਹੋ ਅਸੀਂ ਉਸ ਨੂੰ ਅਡੀਅਰ ਕਰਨ ਦੀ, ਉਹਦਾ ਕੰਪਲਾਇੰਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਰੈਸਟ ਤੁਹਾਨੂੰ ਅਸੀਂ ਸਾਡੀ ਕੋਈ ਸੇਵਾ ਹੋਵੇ ਅਸੀਂ ਹਾਜ਼ਰ ਹਾਂ ਡਿਊਰਿੰਗ ਕੋਵਿਡ ਐਂਡ ਆਫਟਰ ਕੋਵਿਡ। ਬਸ ਇਹੀ ਹੈ ਸਰ ਮੇਰੇ ਕੰਨਿਓ। ਠੀਕ ਹੈ, ਥੈਂਕ ਯੂ ਨਵੀਨ ਜੀ। ਇਸ ਤੋਂ ਬਾਅਦ ਹੋਰ ਪੇਸ਼ੈਂਟ ਜਿਨ੍ਹਾਂ ਦੀ ਕੁਐਰੀਜ਼ ਹੋਣ, ਡਾਕਟਰ ਸਾਹਿਬ ਆਪਣੇ ਨਾਲ ਨੇ ਜਿਹੜੇ ਡਾਕਟਰ ਮਨੀਸ਼ ਗੁਪਤਾ ਜੀ, ਜਿਹੜੇ ਖੁਦ ਕਾਫੀ ਦੇਰ ਤੋਂ ਪੇਸ਼ੈਂਟਸ ਦਾ ਟ੍ਰੀਟਮੈਂਟ ਕਰ ਰਹੇ। ਉਹਨਾਂ ਦਾ ਬਹੁਤ ਵੱਡਾ ਲੰਬਾ ਐਕਸਪੀਰੀਅੰਸ ਹੈ ਤੇ ਹੁਣ ਅਨਫੋਰਚੂਨੇਟਲੀ ਉਹ ਖੁਦ ਵੀ ਉਸੇ ਫੇਜ਼ ਦੇ ਵਿੱਚੋਂ ਗੁਜ਼ਰ ਰਹੇ ਆ ਜਿਹੜੇ ਫੇਜ਼ ਦੇ ਵਿੱਚੋਂ ਉਹ 12 ਅਗਸਤ ਦੇ ਪੋਜ਼ਿਟਿਵ ਆਏ ਹੋਏ ਆ। ਤਾਂ ਮਤਲਬ ਜਿਹੜੇ ਵੀ ਹੁਣ ਆਪਣੇ ਨਿਊਲੀ ਡਾਇਗਨੋਜ਼ਡ ਪੇਸ਼ੈਂਟਸ ਨੇ ਉਹਨਾਂ ਦੇ ਨਾਲ ਕੋਈ ਵੀ ਜਿਹੜੇ ਉਹਨਾਂ ਦੇ ਹੈਲਥ ਰਿਲੇਟਿਡ ਇਸ਼ੂਜ਼ ਨੇ ਉਹ ਸ਼ੇਅਰ ਕਰ ਸਕਦੇ ਆ। ਡਾਕਟਰ ਸਾਹਿਬ ਬੜੇ ਡਿਟੇਲ ਦੇ ਵਿੱਚ ਉਹ ਦੱਸ ਰਹੇ ਹੈਗੇ। ਕੋਈ ਵੀ ਹੋਰ ਪੇਸ਼ੈਂਟ, ਜਿਵੇਂ ਵਿੱਕੀ ਸਿੰਘ ਜੀ ਮੈਂ ਦੇਖ ਰਿਹਾ, ਵਿੱਕੀ ਸਿੰਘ ਜੀ ਤੁਹਾਨੂੰ ਕੋਈ
ਅਨਮਿਊਟ ਕਰ ਲਓ ਆਪਣੇ ਆਪ ਨੂੰ। ਜਿਹੜੇ ਫਸਟ ਟਾਈਮ ਯੂਜ਼ ਕਰ ਰਹੇ ਆ ਇਹ ਜ਼ੂਮ ਮੀਟਿੰਗ, ਮੈਂ ਉਹਨਾਂ ਨੂੰ ਦੱਸਦਾ ਕਿ ਜੇ ਤੁਸੀਂ ਫੋਨ ਤੇ ਕਨੈਕਟਡ ਹੋ ਤਾਂ ਜਦੋਂ ਫੋਨ ਦੇ ਵਿੱਚ ਵਿਚਾਲੇ ਤੁਸੀਂ ਆਪਣੀ ਫਿੰਗਰ ਟੱਚ ਕਰਦੇ ਹੋ ਤਾਂ ਲੈਫਟ ਸਾਈਡ ਤੇ ਨੀਚੇ ਨੂੰ ਇੱਕ ਮਾਈਕ ਦੀ ਆਪਸ਼ਨ ਬਣੀ ਹੋਈ ਆਉਂਦੀ ਹੈ, ਉਸ ਨੂੰ ਤੁਸੀਂ ਜਦੋਂ ਦਬਾਉਂਦੇ ਹੋ ਤਾਂ ਉਹ ਤੁਸੀਂ ਮਿਊਟ ਹੋ ਜਾਂਦੇ ਹੋ, ਜਦੋਂ ਦੁਬਾਰਾ ਦਬਾਉਂਦੇ ਹੋ ਤਾਂ ਅਨਮਿਊਟ ਹੋ ਜਾਂਦੇ ਹੋ। ਤਾਂ ਜਿਹੜੇ ਕੋਈ ਫਸਟ ਟਾਈਮ ਯੂਜ਼ ਕਰ ਰਹੇ ਉਹ ਉਹਨਾਂ ਨੇ ਜਦੋਂ ਵੀ ਕੋਈ ਗੱਲ ਕਰਨੀ ਹੋਏਗੀ ਉਹ ਉਸ ਮਾਈਕ ਵਾਲੇ ਸਾਈਨ ਦੇ ਉੱਤੇ ਦਬਾ ਕੇ ਅਨਮਿਊਟ ਕਰ ਸਕਦੇ ਆਪਣੇ ਆਪ। ਵਿੱਕੀ ਸਿੰਘ ਜੀ ਨਹੀਂ ਤਾਂ ਆਸ਼ੂ ਗੋਇਲ ਜੀ ਦੇ ਨਾਮ ਤੋਂ ਨੇ ਮੈਡਮ ਨੇ। ਮੈਮ ਤੁਸੀਂ ਕੁਝ, ਤੁਹਾਡੀ ਕੋਈ ਕੁਐਰੀ ਹੋਵੇ, ਕੋਈ ਸਵਾਲ ਹੋਵੇ? ਲਵਪ੍ਰੀਤ ਸਿੰਘ ਨੇ। ਜਿਨ੍ਹਾਂ ਨੇ ਵੀ ਕੋਈ ਕੁਐਸਚਨ ਪੁੱਛਣਾ ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਲਓ ਜੀ। ਸਾਡੇ ਨਾਲ ਸੈਕਟਰੀ ਸਾਹਿਬ ਵੀ ਜੁੜੇ ਹੋਏ ਆ ਰੈੱਡ ਕਰਾਸ ਦੇ। ਹਾਂਜੀ ਹਾਂਜੀ, ਸੈਕਟਰੀ ਸਾਹਿਬ ਵੀ ਨੇ ਜੀ, ਕੱਲ ਵੀ ਦਰਸ਼ਨ ਜੀ ਜਿਹੜੇ ਕੋਵਿਡ ਐਫਰਟ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਨਿਭਾ ਰਹੇ ਆ। ਸੈਕਟਰੀ ਸਾਹਿਬ ਸੁਣ ਪਾ ਰਹੇ ਹੋ ਸਾਨੂੰ? ਆਈ ਡੋਂਟ ਥਿੰਕ ਆਵਾਜ਼ ਜਾ ਰਹੀ ਹੈ ਉਹਨਾਂ ਨੂੰ। ਆਈ ਥਿੰਕ ਉਹ ਵੀ ਆਈਸੋਲੇਸ਼ਨ ਦੇ ਵਿੱਚ ਨੇ ਹੁਣ। ਹਾਂਜੀ ਹਾਂਜੀ, ਆਈਸੋਲੇਸ਼ਨ ਦੇ ਵਿੱਚ ਨੇ ਸਰ। ਉਹ ਕੱਲ ਨੂੰ ਜੁੜੇ ਵੀ ਸੀਗੇ ਤੇ ਆਈ ਥਿੰਕ ਉਹ ਕੱਲ ਉਹਨਾਂ ਨੇ ਪਾਰਟਿਸਿਪੇਟ ਵੀ ਕੀਤਾ ਸੀਗਾ, ਬਟ ਟੈਕਨੀਕਲੀ ਆਈ ਥਿੰਕ ਕੱਲ ਲਵਨੀਤ ਜੀ ਸੀਗੇ ਉਹਨਾਂ ਦੇ ਨਾਲ, ਤਾਂ ਬਟ ਅੱਜ ਆਈ ਥਿੰਕ ਉਹ ਸ਼ਾਇਦ ਡਿਫਿਕਲਟੀ ਮਹਿਸੂਸ ਕਰ ਰਹੇ ਆ ਅਨਮਿਊਟ ਕਰਨ ਦੇ ਵਿੱਚ। ਐਕਚੁਅਲ ਦੇ ਵਿੱਚ ਐਜ਼ ਏ ਹੋਸਟ ਮੇਰੇ ਕੋਲ ਮਿਊਟ ਕਰਨ ਦੀ ਆਪਸ਼ਨ ਤਾਂ ਹੈ, ਬਟ ਅਨਮਿਊਟ ਜਿਹੜਾ ਹੈ ਉਹ ਖੁਦ ਹੀ ਪਾਰਟਿਸਿਪੈਂਟਸ ਨੂੰ ਕਰਨਾ ਪਏਗਾ। ਹਾਂਜੀ, ਜਿਹੜਾ ਵੀ ਕੋਈ ਵੀ ਪੋਜ਼ਿਟਿਵ ਪੇਸ਼ੈਂਟ ਜਾਂ ਕੋਈ ਵੀ ਹੋਮ ਕੁਆਰੰਟਾਈਨ ਜਿਹੜੇ ਪੇਸ਼ੈਂਟ ਹੈਗੇ, ਕੋਈ ਵੀ ਕੁਝ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ। ਹਾਂਜੀ ਰੇਸ਼ਮ ਸਿੰਘ ਜੀ, ਤੁਸੀਂ ਅਨਮਿਊਟ ਕੀਤਾ ਉਹਦੇ ਆਪ, ਤੁਸੀਂ ਬੋਲੋ, ਤੁਹਾਡੀ ਆਵਾਜ਼ ਸੁਣੇਗੀ। ਗੁੱਡ ਇਵਨਿੰਗ ਸਰ ਜੀ। ਹਾਂਜੀ ਹਾਂਜੀ, ਗੁੱਡ ਇਵਨਿੰਗ ਸਰ। ਮੈਂ ਇਹ ਜਾਣਕਾਰੀ ਲੈ ਰਿਹਾ ਸੀਗਾ ਜੀ, ਸਾਨੂੰ ਇਸ ਤੋਂ ਬਾਅਦ ਕੋਈ ਦੁਬਾਰਾ ਟੈਸਟ ਤਾਂ ਨਹੀਂ ਕਰਾਉਣਾ ਪਏਗਾ ਸਰ ਜੀ? ਆਈ ਥਿੰਕ ਨਹੀਂ, ਬਾਕੀ ਡਾਕਟਰ ਮਨੀਸ਼ ਜੀ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਗੇ। ਆਈ ਥਿੰਕ 17 ਡੇਜ਼ ਦੇ ਡਾਕਟਰ ਮਨੀਸ਼ ਤੁਸੀਂ ਕਾਈਂਡਲੀ ਜ਼ਿਆਦਾ ਡਿਟੇਲ ਦੇ ਵਿੱਚ ਦੱਸ ਪਾਓਗੇ। ਅਦਰਵਾਈਜ਼ ਆਈ ਥਿੰਕ 17 ਡੇਜ਼ ਜਿਹੜੇ ਹੈਗੇ ਆ ਉਹ ਕੁਆਰੰਟਾਈਨ ਹੀ ਨੇ, ਉਸ ਤੋਂ ਬਾਅਦ ਤੁਸੀਂ ਨਹੀਂ ਟੈਸਟ ਕਰਵਾਉਣਾ ਹੈਗਾ ਦੁਬਾਰਾ ਤੋਂ। ਡਾਕਟਰ ਮਨੀਸ਼ ਤੁਸੀਂ ਕੁਝ ਦੁਬਾਰਾ ਕੁਝ ਜ਼ਿਆਦਾ ਐਡ ਕਰਨਾ ਚਾਹੋਗੇ? ਹਾਂਜੀ ਸਰ। ਹਾਂਜੀ ਸਰ, ਜਿਹੜੀ ਆਪਣੀ ਸੈਂਟਰਲ ਗਵਰਨਮੈਂਟ ਦੀ ਗਾਈਡਲਾਈਨਸ ਹੈ, ICMR ਦੀ ਗਾਈਡਲਾਈਨਸ ਹੈ, ਗਾਈਡਲਾਈਨਸ ਦੇ ਅਕੋਰਡਿੰਗ ਆਪਾਂ ਇੱਕ ਵਾਰ ਜਦੋਂ ਪੋਜ਼ਿਟਿਵ ਆ ਜਾਈਏ ਉਦੋਂ ਮੁੜ ਕੇ ਰਿਪੀਟ ਟੈਸਟਿੰਗ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ। ਉਹਦੇ ਪਿੱਛੇ ਰੀਜ਼ਨ ਦੱਸ ਦਿੰਦਾ ਜੀ। ਰੀਜ਼ਨ ਇਹ ਹੈ ਕਿ ਜੋ ਡੈਡ ਵਾਇਰਸ ਹੈ ਆਪਣੇ ਅੰਦਰ, ਉਹ ਲੈਟਸ ਸੇ ਆਪਣੀ ਗਵਰਨਮੈਂਟ ਦੀ ਗਾਈਡਲਾਈਨਸ ਹੈ ਕਿ ਆਪਾਂ 10 ਇੰਸਟੀਟਿਊਸ਼ਨ ਕੁਆਰੰਟਾਈਨ ਹੁੰਦੇ ਆ। ਜਿਹੜਾ ਕੋਈ ਬੰਦਾ ਹੋਮ ਮਤਲਬ ਇੰਸਟੀਟਿਊਸ਼ਨ ਆਈਸੋਲੇਟ ਹੁੰਦੇ ਆ, ਜੋ ਬੰਦਾ ਕੋਈ ਹੋਮ ਆਈਸੋਲੇਸ਼ਨ ਦੀ ਪ੍ਰੋਵੀਜ਼ਨ ਨਹੀਂ ਲੈ ਪਾ ਰਿਹਾ ਜਾਂ ਕੋਈ ਮੁਸ਼ਕਿਲ ਹੈ, 10 ਦਿਨ ਉਹ ਐਂਟੀਬਾਇਓਟਿਕ ਤੋਂ ਬਾਅਦ 7 ਦਿਨ ਉਹਨੂੰ ਹੋਮ ਆਈਸੋਲੇਟ ਕੀਤਾ ਜਾਂਦਾ। ਟੋਟਲ 17 ਦਿਨ ਦਾ ਪ੍ਰੋਸੈਸ ਹੈ। 17 ਦਿਨ ਦੇ ਪ੍ਰੋਸੈਸ ਤੋਂ ਬਾਅਦ ਇਟ ਇਜ਼ ਸੈਡ ਕਿ ਇਹ ਕਿਹਾ ਜਾਂਦਾ ਹੈ ਕਿ ਉਹ ਬੰਦਾ ਜੇ ਉਹਦੇ ਅੰਦਰ ਡੈਡ ਵਾਇਰਸ ਪਿਆ ਵੀ, ਆਪਾਂ ਉਹਦੀ ਦੁਬਾਰਾ ਟੈਸਟਿੰਗ ਕਰਵਾਉਂਦੇ ਆ RT-PCR, ਚਾਂਸਸ ਹੈ ਪੋਜ਼ਿਟਿਵ ਆਏਗਾ। ਬਹੁਤ ਸਾਰੇ ਕੇਸਿਸ ਹੈ ਕਿ ਜਿਹੜੇ 2-2 ਮਹੀਨੇ ਤੱਕ ਪੋਜ਼ਿਟਿਵ ਆਉਂਦੇ ਰਹਿੰਦੇ ਨੇ, ਬਟ ਦੈਟ ਪੋਜ਼ਿਟਿਵ ਡਸਨਟ ਮੀਨ ਕਿ ਉਹ ਬੰਦਾ ਇਨਫੈਕਟਿਵ ਹੈ। ਆਫਟਰ 17 ਡੇਜ਼ ਉਹ ਬੰਦੇ ਦੀ ਇਨਫੈਕਟੀਵਿਟੀ ਖਤਮ ਹੋ ਜਾਂਦੀ ਹੈ। ਵਾਇਰਸ ਜਿਹੜਾ ਉਸਦੇ ਅੰਦਰ ਜਿਹੜਾ ਵੀ ਹੈ ਡੈਡ ਫ੍ਰੈਗਮੈਂਟਸ ਹੈਗੀਆਂ, ਉਹਦਾ ਡੀਨੇਚਰ ਹੋ ਜਾਂਦਾ, ਉਹ ਕਿਸੇ ਨੂੰ ਅੱਗੇ ਇਨਫੈਕਟ ਨਹੀਂ ਕਰ ਸਕਦਾ। ਸਪੋਜ਼ਡਲੀ ਆਪਾਂ 17ਵੇਂ ਕਿਸੇ ਨੂੰ ਟੈਸਟ ਕਰਦੇ ਹਾਂ, ਉਹ ਫਿਰ ਪੋਜ਼ਿਟਿਵ ਆ ਜਾਏਗਾ, ਜਦਕਿ ਉਹ ਅੰਦਰ ਡੈਡ ਵਾਇਰਸ ਕਰਕੇ ਆਏਗਾ। ਉਹ ਤੇ ਫਿਰ ਆਪਣੀ ਗਾਈਡਲਾਈਨ ਦੇ ਅਕੋਰਡਿੰਗ 17 ਦਿਨ ਆਈਸੋਲੇਸ਼ਨ ਦਾ ਪ੍ਰੋਸੈਸ ਸ਼ੁਰੂ ਕਰਨਾ ਪਊਗਾ, which is not recommended, which is not required. ਠੀਕ ਹੈ, ਥੈਂਕ ਯੂ ਡਾਕਟਰ ਸਾਹਿਬ। ਪਵਨ ਗਰਗ ਜੀ ਨੇ ਆਪਣੇ ਨਾਲ, ਵਰੁਣ ਮਲਹੋਤਰਾ ਜੀ ਨੇ, ਵਿੱਕੀ ਸਿੰਘ ਜੀ ਨੇ ਕੱਲ ਵੀ ਜੁੜੇ ਸੀ। ਇਹਨਾਂ ਕੋਈ ਵੀ ਕੁਐਰੀਜ਼ ਹੋਣ ਤੁਹਾਡੀਆਂ ਤਾਂ ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ। ਆਸ਼ੂ ਗੋਇਲ ਜੀ ਨੇ। ਸਰ ਹਾਂਜੀ ਹਾਂਜੀ ਹਾਂਜੀ, ਵਿੱਕੀ ਸਿੰਘ ਸਰ। ਤੇ ਇਹਦਾ ਵੀ ਪ੍ਰੋਸੈਸ ਵੀ 70 ਡੇਜ਼ ਦਾ ਹੈਗਾ, ਯਾਨੀ ਕਿ ਪੂਰਾ 17 ਦਿਨਾਂ ਦਾ ਪ੍ਰੋਸੈਸ ਹੈ ਜੀ। ਹਾਂ, ਇਹਦਾ ਜਿਵੇਂ ਆਪਾਂ ਜਿਸ ਦਿਨ ਤੋਂ ਆਪਣਾ ਸੈਂਪਲ ਦਿੰਦੇ ਤੇ ਉਸ ਤੋਂ ਲੈ ਕੇ ਯਾਨੀ ਕਿ ਅਗਲੇ 17 ਡੇਜ਼ ਤੱਕ ਆਪਾਂ ਨੂੰ ਆਈਸੋਲੇਟਰ ਯਾਨੀ ਕਿ ਹੋਮ ਵਿੱਚ ਰਹਿਣਾ ਪਊਗਾ। ਬਿਲਕੁਲ ਜੀ, ਬਿਲਕੁਲ। ਹਾਂ, ਤੇ ਉਸ ਤੋਂ ਬਾਅਦ ਸਰ ਸਾਡੇ ਕੋਲੇ ਫਿਰ ਕੀ ਵੀ ਉਹ ਆਊਗਾ ਪ੍ਰੋਸੈਸ ਵੀ ਅਸੀਂ ਨੈਗੇਟਿਵ ਆ ਜਾਂ ਕੋਈ ਉਹ ਆ ਵੀ ਸਾਨੂੰ ਕੁਝ ਮਿਲੂਗਾ ਉਸ ਤੋਂ ਬਾਅਦ 17 ਦਿਨ ਤੋਂ ਬਾਅਦ? ਸਰ, ਮੈਂ ਤੁਹਾਨੂੰ ਹੁਣੀ ਉਸੇ ਚੀਜ਼ ਬਾਰੇ ਦੱਸ ਕੇ ਹਟਿਆ ਕਿ ਚਾਂਸਸ ਇਹ ਹੁੰਦੇ ਆ ਕਿ ਤੁਸੀਂ 17 ਦਿਨ ਬਾਅਦ ਵੀ ਪੋਜ਼ਿਟਿਵ ਵੀ ਹੋਵੋਗੇ, ਹੋ ਸਕਦਾ 1 ਮਹੀਨੇ ਬਾਅਦ ਵੀ ਪੋਜ਼ਿਟਿਵ ਹੋਣ ਜੇ ਤੁਸੀਂ RT-PCR ਟੈਸਟ ਠੀਕ ਹੈ ਸਰ। ਬਟ 17 ਦਿਨ ਦੇ ਅੰਦਰ ਜਿਹੜਾ ਕੋਈ ਬੰਦਾ ਐਸਿਮਟੋਮੈਟਿਕ ਰਹਿ ਕੇ ਇਸ ਕਰੋਨਾ ਦੇ ਫੇਸ ਚੋਂ ਟੱਪ ਗਿਆ, ਉਹਦੇ ਅੰਦਰ ਜਿਹੜਾ ਵਾਇਰਸ ਹੈ ਉਹ ਡੀਨੇਚਰ ਹੋ ਜਾਂਦਾ ਹੈ। ਡੀਨੇਚਰ ਹੋਣ ਦਾ ਮਤਲਬ ਕਿ ਉਹਦੀ ਇਨਫੈਕਟੀਵਿਟੀ ਖਤਮ ਹੋ ਜਾਂਦੀ ਹੈ, ਉਹ ਅੰਦਰ ਮਰ ਜਾਂਦਾ।
ਉਹ ਬੰਦਾ 17 ਦਿਨਾਂ ਬਾਅਦ ਜੇ ਪੋਜ਼ਿਟਿਵ ਹੈਗਾ ਵੀ ਹੈ ਉਹ ਕਿਸੇ ਨੂੰ ਅੱਗੇ ਨਹੀਂ ਕਰ ਸਕਦਾ। ਤੁਹਾਡੇ ਕੋਲ ਤੁਹਾਡੀ ਡੇਟ ਆਫ ਸੈਂਪਲਿੰਗ ਹੈ, ਡੇਟ ਆਫ ਸੈਂਪਲਿੰਗ ਦੇ ਨਾਲ ਤੁਹਾਨੂੰ ਪੇਪਰ ਮਿਲਦਾ ਹੈ, ਤੁਸੀਂ ਇਸ ਡੇਟ ਨੂੰ ਇਸ ਲੈਬ ਆਈਡੀ ਦੇ ਨਾਲ, ਇਸ SRF ਆਈਡੀ ਦੇ ਨਾਲ ਪੋਜ਼ਿਟਿਵ ਆਏ ਸੀਗੇ। ਉਸ ਇੱਕ ਪੱਤਰ ਹੈ ਕਿ ਉਸ ਦਿਨ ਨੂੰ ਤੁਹਾਡੇ 17 ਦਿਨ ਪੂਰੇ ਹੋ ਚੁੱਕੇ ਨੇ, ਹੁਣ ਤੁਸੀਂ ਫ੍ਰੀ ਹੋ। ਜੇ ਤੁਸੀਂ ਏਸਿੰਪਟੋਮੈਟਿਕ ਹੋ, ਮੇਨ ਚੀਜ਼ ਕਿ ਏਸਿੰਪਟੋਮੈਟਿਕ ਹੋ, ਜੇ ਏਸਿੰਪਟੋਮੈਟਿਕ ਹੋ 17 ਦਿਨ ਤੁਹਾਡੇ ਪੂਰੇ ਹੋ ਚੁੱਕੇ ਆ, ਤੁਸੀਂ ਆਪਦਾ ਨਾਰਮਲ ਰੂਟੀਨ ਵਰਕ ਕੁਝ ਵੀ ਜੁਆਇਨ ਕਰ ਸਕਦੇ ਹੋ ਵਾਪਸ। ਸਰ ਇੱਕ ਸਰ ਮੇਰੀ ਇੱਕ ਵਾਰੀ ਹੋਰ ਸੀਗੀ ਵੀ ਜੇ ਆਪਾਂ ਇਮਿਊਨਿਟੀ ਵਧਾਉਣ ਲਈ ਇਸ 17 ਦਿਨ ਦੇ ਵਿੱਚ ਕੀ ਖਾ ਪੀ ਸਕਦੇ ਆ ਸਰ? ਕੁਝ ਵੀ ਨਾਰਮਲ ਰੂਟੀਨ ਦੇ ਨਾਲੋਂ ਐਕਸਟਰਾ ਫੂਡ ਦੀ ਨਹੀਂ ਰਿਕੁਆਇਰਮੈਂਟ ਹੈ। ਪਹਿਲੀ ਗੱਲ ਤਾਂ ਵੀ ਆਪਾਂ ਕੁਝ ਬਹੁਤ ਵਧੀਆ ਤਰੀਕੇ ਚੀਜ਼ ਵੀ ਹਾਂ ਆਹ ਚੀਜ਼ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ, ਇਸ ਚੀਜ਼ ਹੁੰਦੀ ਹੈ। ਨਾਰਮਲ ਇੱਕ ਤਾਂ ਮੈਂ ਪਹਿਲਾਂ ਮੈਡੀਸਿਨਸ ਐਕਸਪਲੇਨ ਕਰਕੇ ਹਟਿਆ, ਵਿਟਾਮਿਨ C, ਵਿਟਾਮਿਨ B6, ਜ਼ਿੰਕ, ਇਹ ਇਮਿਊਨਿਟੀ ਬੂਸਟਰਸ ਨੇ। ਮੌਸਮੀ ਫਲ, ਮੌਸਮੀ ਸਬਜ਼ੀਆਂ, ਠੰਡੀ ਚੀਜ਼ ਨਹੀਂ ਲੈਣੀ, ਠੰਡੀ ਤਸੀਰ ਵਾਲੀ ਚੀਜ਼ ਜਾਂ ਠੰਡੀ ਟੈਂਪਰੇਚਰ ਵਾਲੀ ਚੀਜ਼, ਠੀਕ ਹੈ ਸਰ, ਇਹ ਚੀਜ਼ਾਂ ਲਓ, ਯੂ ਵਿਲ ਬੀ ਫਾਈਨ, ਤੁਹਾਨੂੰ ਠੀਕ ਰਹੇਗਾ ਸਾਰਾ ਕੁਝ। ਓਕੇ ਸਰ, ਥੈਂਕ ਯੂ ਸਰ। ਹਾਂਜੀ, ਪਵਨ ਸਿੰਘ ਜੀ ਨੇ ਆਪਣੇ ਆਪ ਨੂੰ ਅਨਮਿਊਟ ਕੀਤਾ ਹੋਇਆ, ਹਾਈ ਐਂਡ ਰੇਜ਼ ਕੀਤਾ ਹੋਇਆ। ਪਵਨ ਸਿੰਘ ਜੀ ਤੁਸੀਂ ਅਨਮਿਊਟ ਕਰ ਲਓ। ਹਾਂਜੀ, ਬੋਲੋ ਜੀ ਪਲੀਜ਼। गुड इवनिंग डॉक्टर साहब, गुड इवनिंग एवरीबॉडी। गुड इवनिंग। हाँ जी, सुन पा रहे हैं सर आप लोग? हाँ जी, सुन पा रहे हैं, बिल्कुल क्लियर है। तुसी पूछो, जो भी शेयर करना है दसो तुसी। हाँ जी सर, एक तो मेरी क्वेरी थी इसके रिगार्डिंग जो पल्स ऑक्सीमीटर दिया हुआ है, जो इसके रिगार्डिंग जो इंडिकेट करता है, थोड़ा उसको आप एक्सप्लेन कर दीजिए। दोनों तरफ से जो इंडिकेट करता है, ये एक तो 98 दिखाता है, कुछ 72। दूसरी क्वेरी मेरी ये है कि जैसे मेरे घर में सर एक मेरा 3 मंथ का चाइल्ड है, दूसरा 4 इयर्स का है। तो मेरे को ये बोला गया है कि भाई आप 5 डेज बाद टेस्टिंग करवाइए उन लोगों की। तो इस चीज में मैं आपकी एडवाइस चाह रहा था कि भाई क्या कर सकते हैं, क्या नहीं कर सकते हैं। बाकी जो मतलब मैं उनसे पूछ रहा हूँ रेगुलरली, क्योंकि मैं आइसोलेट हूँ, तो फोन पे ही बात हो रही है नीचे, तो वो कह रहे हैं कि भाई हमें अभी तक कुछ दिक्कत है नहीं है सिम्टम्स की या किसी की। तो वो कॉन्स्टेंटली मॉनिटर भी कर रहे हैं, टेम्परेचर भी, सभी एक दूसरे का वो लोग। फिर भी मैं चाह रहा था कि आप थोड़ा एडवाइस करें इसके बारे में, तो थोड़ा मतलब फियर्स जो हैं वो शांत हों। फर्स्ट ऑफ ऑल तो सर ਤੁਹਾਡੀ ਜਿਹੜੀ ਕੁਐਰੀ ਹੈ ਪਲਸ ਆਕਸੀਮੀਟਰ ਨੂੰ ਲੈ ਕੇ, ਜੋ ਤੁਸੀਂ ਦੱਸ ਰਹੇ ਹੋ ਕਿ 98 ਰੀਡਿੰਗ ਆਉਂਦੀ ਹੈ, ਇਫ ਆਈ ਐਮ ਨਾਟ ਰੋਂਗ, ਕਿ 98 ਨੇ ਦੋ ਰੀਡਿੰਗਸ ਆਉਂਦੀਆਂ ਹੁੰਦੀਆਂ। ਇੱਕ ਹੁੰਦੀ ਹੈ ਤੁਹਾਡੀ ਪਲਸ ਦੀ ਰੀਡਿੰਗ, ਕਿ ਤੁਹਾਡਾ ਹਾਰਟ ਰੇਟ ਕਿੰਨਾ ਚੱਲ ਰਿਹਾ। ਸੈਕੰਡ ਇਜ਼ ਤੁਹਾਡੀ ਆਕਸੀਜਨ ਸੈਚੂਰੇਸ਼ਨ ਕਿੰਨੀ ਹੈ। ਆਕਸੀਜਨ ਸੈਚੂਰੇਸ਼ਨ ਤੁਹਾਡੀ 98% ਜਿਵੇਂ ਤੁਸੀਂ ਦੱਸ ਰਹੇ ਹੋ, ਦੈਟ ਮੀਨਸ ਯੂ ਆਰ ਟੋਟਲੀ ਫਾਈਨ, ਤੁਹਾਡੇ ਲੰਗਸ ਠੀਕ ਕੰਮ ਕਰ ਰਹੇ ਨੇ, ਤੁਹਾਡੇ ਬਲੱਡ ਦੇ ਵਿੱਚ ਆਕਸੀਜਨ ਸੈਚੂਰੇਸ਼ਨ ਬਿਲਕੁਲ ਠੀਕ ਹੈ। ਆਪਣਾ ਵਰੀਸਮ ਕੀ ਹੁੰਦਾ ਹੈ, ਜਿਹੜਾ ਕਿ ਆਪਣੀ ਗਾਈਡਲਾਈਨਸ ਦੇ ਅਕੋਰਡਿੰਗ ਹੈ, ਆਪਣੀ ਸੈਚੂਰੇਸ਼ਨ ਬਲੱਡ ਸੈਚੂਰੇਸ਼ਨ ਲੈਵਲ 94 ਤੋਂ ਥੱਲੇ ਜਾਂਦੀ ਹੈ ਤਾਂ ਇਟ ਇਜ਼ ਅ ਮੈਟਰ ਆਫ ਕੰਸਰਨ, ਵੀ ਸ਼ੁਡ ਇਮੀਡੀਏਟਲੀ ਰਿਪੋਰਟ ਟੂ ਦਾ ਹਸਪੀਟਲ। ਆਪਾਂ ਹੋਮ ਆਈਸੋਲੇਸ਼ਨ 'ਚ ਉਸ ਟਾਈਮ ਨਹੀਂ ਰਹਿਣਾ। 94 ਜਾਂ 94 ਤੋਂ ਥੱਲੇ ਜਾਂਦੀ ਹੈ, ਆਪਾਂ ਰਿਪੋਰਟ ਕਰਨਾ। ਸੈਕੰਡ ਹੁੰਦੀ ਹੈ ਆਪਣੀ ਪਲਸ। ਪਲਸ ਆਪਣੀ ਨਾਰਮਲ ਹਿਊਮਨ ਬੀਇੰਗਸ ਦੀ 72 ਪਰ ਮਿੰਟ ਹੁੰਦੀ ਹੈ, ਠੀਕ ਹੈ ਜੀ। ਉਹ ਤੁਸੀਂ ਮੈਨੂੰ ਦੱਸੋਗੇ ਤੁਹਾਡੀ ਕਿੰਨੀ ਆ ਰਹੀ ਹੈ? ਹੈਲੋ, ਸੁਣ ਪਾ ਰਹੇ ਹੋ ਜੀ? ਪਵਨ ਜੀ ਅਨਮਿਊਟ ਕਰ ਲਓ, ਤੁਸੀਂ ਮਿਊਟ ਹੈਗੇ ਹੋ ਦੁਬਾਰਾ ਤੋਂ। हाँ जी, मेरी 67 से 72 तक जाती है, और मैं नॉर्मली करता था 5 से 10 किलोमीटर की डेली, तो वो भी एक इम्पैक्ट हो सकता है कि मेरी पल्स कम रहती है। ਹਾਂ ਸਰ, ਉਹ ਆਪਾਂ ਐਥਲੈਟਿਕ ਬ੍ਰੈਡੀਕਾਰਡੀਆ ਕਹਿੰਦੇ ਆ। ਐਥਲੀਟਸ ਜਿਹੜੇ ਹੁੰਦੇ ਆ, ਜਿਹੜੇ ਤੁਸੀਂ ਦੱਸ ਰਹੇ ਹੋ ਤੁਸੀਂ 5-10 ਕਿਲੋਮੀਟਰ ਰਨ ਕਰਦੇ ਹੋ, ਉਹ ਨਾਰਮਲੀ ਰੈਸਟਿੰਗ ਉਹਨਾਂ ਦਾ ਜਿਹੜਾ ਪਲਸ ਰੇਟ ਹੁੰਦਾ ਲੋ ਹੁੰਦਾ। ਸੁਣ ਪਾ ਰਹੇ ਹੈ ਸਰ? ਹਾਂਜੀ, ਆ ਰਹੀ ਹੈ ਜੀ ਆਵਾਜ਼? ਆ ਰਹੀ ਹੈ ਪਵਨ ਜੀ? ਹਾਂਜੀ ਹਾਂਜੀ ਆ ਰਹੀ ਹੈ ਸਰ, ਆ ਰਹੀ ਹੈ ਜੀ। ਤੁਹਾਡਾ ਪਲਸ ਰੇਟ ਜੋ ਹੈ ਬਿਲਕੁਲ ਵਧੀਆ ਹੈ, ਤੁਹਾਡਾ ਆਕਸੀਜਨ ਸੈਚੂਰੇਸ਼ਨ ਬਿਲਕੁਲ ਵਧੀਆ ਹੈ। ਕੰਸਰਨ ਮੈਂ ਸਾਰਿਆਂ ਨੂੰ ਦੱਸ ਦਿੰਦਾ ਵੀ ਕੰਸਰਨ ਦੇ ਲੈਵਲਸ ਕੀ ਹੁੰਦੇ ਆ। ਆਪਣਾ ਆਕਸੀਜਨ ਸੈਚੂਰੇਸ਼ਨ 94 ਤੋਂ ਥੱਲੇ ਜਾਣੀ, ਆਪਣਾ ਪਲਸ ਰੇਟ 100 ਤੋਂ ਉੱਪਰ ਚਲੇ ਜਾਣਾ, ਰੈਸਟਿੰਗ ਪਲਸ ਰੇਟ। ਰੈਸਪੀਰੇਟਰੀ ਰੇਟ ਕੀ ਹੈ ਵੀ ਆਪਾਂ ਸਾਹ 1 ਮਿੰਟ ਦੇ ਵਿੱਚ ਕਿੰਨੇ ਵਾਰੀ ਲੈਂਦੇ ਆ। ਜੇ 24 ਵਾਰ ਤੋਂ ਵੱਧ ਸਾਡਾ ਕਹਿੰਦਾ ਰੈਸਪੀਰੇਟਰੀ ਰੇਟ ਉੱਪਰ ਜਾ ਰਿਹਾ, 24 ਤੋਂ ਉੱਪਰ ਜਾ ਰਿਹਾ, ਤਾਂ ਇਹ ਤਿੰਨੋਂ ਚੀਜ਼ਾਂ ਮੈਟਰ ਆਫ ਕੰਸਰਨ ਹੈ। ਆਪਾਂ ਨੂੰ ਇਮੀਡੀਏਟਲੀ ਆਪਣੇ ਹਸਪੀਟਲ ਨੂੰ, ਗਵਰਨਮੈਂਟ ਹਸਪੀਟਲ ਨੂੰ ਰਿਪੋਰਟ ਕਰਨਾ ਚਾਹੀਦਾ ਕਿ ਮੇਰੇ 'ਚ ਇਹ ਸਿੰਪਟਮਸ ਨੇ, ਤੁਹਾਨੂੰ ਟ੍ਰੀਟਮੈਂਟ ਚਾਹੀਦੀ ਹੁੰਦੀ ਹੈ।
ਇਹ ਤਾਂ ਦੋ ਚੀਜ਼ਾਂ ਆ ਗਈਆਂ ਜਿਹੜੀ ਕਿ ਤੁਹਾਡੇ ਪਲਸ ਆਕਸੀਮੀਟਰ ਤੇ ਹੁੰਦੀਆਂ, ਜਿਹੜੀ ਕਿ ਤੁਸੀਂ ਦਿਨ 'ਚ 3 ਵਾਰੀ ਨੋਟ ਕਰਨੀ ਹੈ ਐਂਡ ਕੰਸਰਨ ਅਥਾਰਟੀਜ਼ ਨੂੰ ਉਹ ਦੱਸਦੇ ਰਹਿਣਾ ਕਿ ਤੁਹਾਡਾ ਕੀ ਆ ਰਿਹਾ, ਤੇ ਖੁਦ ਲਈ ਵੀ ਤੁਹਾਨੂੰ ਇਹ ਪਤਾ ਲੱਗਦਾ ਰਹੇ ਕਿ ਹਾਂ ਇਹ ਚੀਜ਼ ਹੁਣ ਡੇਵੀਏਟ ਹੋ ਗਈ ਹੈ ਨਾਰਮਲ ਤੋਂ, ਜਾਂ ਹੁਣ ਮੈਨੂੰ ਇਮੀਡੀਏਟ ਅਰਜੈਂਟ ਅਟੈਂਸ਼ਨ ਦੀ ਕੇਅਰ ਦੀ ਮਤਲਬ ਮੈਡੀਕਲ ਕੇਅਰ ਦੀ ਲੋੜ ਹੈ। ਸੈਕੰਡ ਚੀਜ਼ ਆ ਗਈ ਜਿਹੜੇ ਤੁਹਾਡੇ ਹਾਈ ਰਿਸਕ ਕੰਟੈਕਟਸ ਆ, ਜਿਵੇਂ ਕਿ ਤੁਸੀਂ ਬੱਚੇ ਦੱਸ ਰਹੇ ਹੋ ਛੋਟੇ ਨੇ, ਜਿਹੜੀ ਆਪਾਂ ਹਾਈ ਰਿਸਕ ਕੰਟੈਕਟਸ ਜਾਂ ਕੋਈ ਵੀ ਕੰਟੈਕਟਸ ਹੁੰਦੇ ਆ ਉਹਨਾਂ ਦੇ ਵਿੱਚ ਵਾਇਰਸ ਪੋਜ਼ਿਟਿਵ ਆਉਣਾ ਜਾਂ ਨੈਗੇਟਿਵ ਆਉਣਾ, ਸਿੰਪਟਮਸ ਆਉਣੇ, ਸਿੰਪਟਮਸ ਨਾ ਆਉਣੇ, ਇੱਕ ਟਾਈਮ ਫਰੇਮ ਵਿੰਡੋ ਪੀਰੀਅਡ ਹੁੰਦਾ 5 to 14 ਡੇਜ਼। ਆਪਾਂ ਉਸ ਤੋਂ ਪਹਿਲਾਂ 5 ਡੇਜ਼ ਤੋਂ ਪਹਿਲਾਂ ਟੈਸਟ ਕਰਵਾ ਲੈਂਦੇ ਆ, ਚਾਂਸਸ ਹੈ ਕਿ ਉਹ ਫਾਲਸ ਨੈਗੇਟਿਵ ਆ ਜਾਏ। ਸਮਝ ਰਹੇ ਹੋ ਤੁਸੀਂ ਗੱਲ? ਫਾਲਸ ਨੈਗੇਟਿਵ ਦਾ ਮਤਲਬ ਕੀ ਹੈ ਕਿ ਉਹ ਬੰਦੇ ਨੇ ਹਜੇ ਪ੍ਰੋਪਰ ਟਾਈਮ ਪੀਰੀਅਡ ਉਹਦਾ 5 ਦਿਨਾਂ ਦਾ ਜਿਹੜਾ ਵਿੰਡੋ ਪੀਰੀਅਡ ਸੀ ਉਹ ਪੂਰਾ ਨਹੀਂ ਹੋਇਆ ਸੀਗਾ, ਵਾਇਰਸ ਉਨੀ ਕੁਆਂਟੀਟੀ ਚ ਬੋਡੀ ਚ ਆਇਆ ਨਹੀਂ ਸੀ ਹਜੇ, ਤੇ ਆਪਾਂ ਟੈਸਟ ਕਰਵਾ ਲਿਆ, ਉਹ ਨੈਗੇਟਿਵ ਹੋ ਗਏ। ਆਪਾਂ ਥੋੜੇ ਜੇ ਕੇਅਰਲੈਸ ਹੋ ਗਏ ਉਸ ਮੌਕੇ ਤੇ ਕਿ ਆਪਾਂ ਦਾ ਨੈਗੇਟਿਵ ਹੈ, ਐਵਰੀਥਿੰਗ ਇਜ਼ ਫਾਈਨ। ਇਸ ਕਰਕੇ 5th ਡੇ ਇਜ਼ ਦਾ ਫਰਸਟ ਡੇ, 6th 7th ਡੇ ਇਹ ਰਿਕਮੈਂਡਡ ਡੇਜ਼ ਨੇ ਕਿ ਜਦੋਂ ਕਿ ਟੈਸਟਿੰਗ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਸ ਦਾ ਸਹੀ ਰਿਜ਼ਲਟ ਆਵੇ। ਸੈਕੰਡ, ਜਿਹੜੀ ਵੀ ਕਰੋਨਾ ਦੇ ਵਿੱਚ ਆਪਣੀ ਸਾਰਾ ਕੁਝ ਮੁਹਿੰਮ ਚੱਲ ਰਹੀ ਹੈ, ਇਹਦੇ ਵਿੱਚ ਬੇਸਿਕਲੀ 3 ਕੰਪੋਨੈਂਟ ਨੇ, ਟੈਸਟਿੰਗ, ਟਰੈਕਿੰਗ ਐਂਡ ਆਈਸੋਲੇਟਿੰਗ। ਟੈਸਟਿੰਗ ਕਰ ਲਈ, ਪੋਜ਼ਿਟਿਵ ਹੋ ਗਏ, ਟਰੈਕਿੰਗ ਆਪਾਂ ਕੰਟੈਕਟਸ ਦੀ ਕਰਨੀ ਹੈ, ਹਾਈ ਰਿਸਕ ਕੰਟੈਕਟਸ ਹੈਗੇ ਆ ਜਿਹੜੇ ਕਿ ਉਹਨਾਂ ਜਿਨ੍ਹਾਂ ਤੁਸੀਂ ਟਾਈਮ ਸਪੈਂਡ ਕੀਤਾ, ਐਂਡ ਆਈਸੋਲੇਸ਼ਨ, ਜਿਹੜਾ ਬੰਦਾ ਪੋਜ਼ਿਟਿਵ ਆ ਰਿਹਾ ਉਹਨੂੰ ਆਈਸੋਲੇਟ ਕਰਨਾ। ਹੁਣ ਆਈਸੋਲੇਟ ਬੰਦੇ ਕਹਿੰਦੇ ਮੈਂ ਏਸਿਮਟੋਮੈਟਿਕ ਆ, ਮੇਰੇ 'ਚ ਕੋਈ ਪ੍ਰੋਬਲਮ ਨਹੀਂ ਹੈ, ਆਈਸੋਲੇਟ ਕਿਉਂ ਨਾ? ਆਈਸੋਲੇਟ ਦਾ ਮੇਨ ਪਰਪਸ ਇੱਕ ਤਾਂ ਆਪਾਂ ਡਿਜ਼ੀਜ਼ ਦੀ ਪ੍ਰੋਗਰੈਸ਼ਨ ਨੂੰ ਰੋਕਣਾ, ਕਿਸੇ ਹੋਰ ਬੰਦੇ 'ਚ ਇਹ ਡਿਜ਼ੀਜ਼ ਨਾ ਜਾਵੇ। ਮੇਨ ਰਿਸਕ ਫੈਕਟਰ ਕੀ, ਆਪਾਂ ਹੋਮ ਆਈਸੋਲੇਟ ਹੋਏ ਹੁੰਦੇ ਆ, ਜੇ ਆਪਾਂ ਇੱਕ ਬੰਦੇ ਦਾ ਆਪਾਂ ਨੂੰ ਪਤਾ ਹੈ, ਬੱਚੇ ਦਾ ਪਤਾ ਹੈ, ਗੋਡ ਫੋਰਬਿਡ ਰੱਬ ਨਾ ਕਰੇ ਕੋਈ ਬੱਚਾ ਪੋਜ਼ਿਟਿਵ ਹੈ, ਵੀ ਨੋ ਕਿ ਇਹਨੂੰ ਇਸ ਕੇਅਰ ਟੇਕਰ ਦੇ ਨਾਲ ਬੱਚੇ ਨੂੰ ਅਲੱਗ ਆਈਸੋਲੇਟ ਕਰਕੇ ਰੱਖਣਾ ਹੈ। ਜੇ ਘਰ 'ਚ ਕੋਈ ਵੱਡੀ ਉਮਰ ਦੇ ਆਪਣੇ ਮਾਤਾ ਪਿਤਾ ਨੇ, ਲੈਟਸ ਸੇ 60 ਪਲੱਸ ਨੇ, ਉਹਨਾਂ ਨੂੰ ਕੋਈ ਕੋਮੋਰਬਿਡਿਟੀਜ਼ ਨੇ, ਹਾਈਪਰਟੈਂਸ਼ਨ ਹੈ, ਸ਼ੂਗਰ ਹੈ, ਡਾਇਬਟੀਜ਼ ਯਾਨੀ ਕਿ ਜਾਂ ਕੋਈ ਵੀ ਹੋਰ ਕ੍ਰੋਨਿਕ ਪ੍ਰੋਬਲਮ ਹੈ, ਤਾਂ ਆਪਾਂ ਉਹਨਾਂ ਤੋਂ ਦੂਰ ਰੱਖਣਾ। ਦਿਸ ਇਜ਼ ਦਾ ਮੇਨ ਪਰਪਸ, ਤਾਂ ਕਿ ਉਹ ਉਸ ਬਿਮਾਰੀ ਨੂੰ ਕੈਚ ਨਾ ਕਰ ਸਕਣ ਤੇ ਉਹਨਾਂ ਦਾ ਬਚਾਅ ਰਹੇ। ਆਈ ਹੋਪ ਤੁਹਾਡੀ ਕੁਐਰੀ ਸੋਲਵ ਹੋਏਗੀ ਜੀ। ਹਾਂਜੀ, ਆਈ ਥਿੰਕ ਤੁਸੀਂ ਡਾਕਟਰ ਸਾਹਿਬ ਕਾਫੀ ਡਿਟੇਲ ਦੇ ਵਿੱਚ ਦੱਸਿਆ। ਤਾਂ ਉਸ ਤੋਂ ਬਾਅਦ ਕਿਸੇ ਨੇ, ਰੇਸ਼ਮ ਸਿੰਘ ਜੀ ਤੁਸੀਂ ਅਨਮਿਊਟ ਕੀਤਾ ਹੋਇਆ ਆਪਣੇ ਆਪ ਨੂੰ, ਤੁਸੀਂ ਕੁਝ ਪੁੱਛਣਾ ਹੈ? ਰੇਸ਼ਮ ਸਿੰਘ ਜੀ। ਹਾਂਜੀ ਸਰ, ਮੈਂ ਇਹ ਪੁੱਛ ਰਿਹਾ ਸੀਗਾ ਜੀ ਵੀ ਅਸੀਂ ਜਿਵੇਂ ਸਰ ਅਸੀਂ 17 ਤਰੀਕ ਨੂੰ ਟੈਸਟਿੰਗ ਕਰਾਈ ਸੀ ਸਰ। ਹਾਂਜੀ ਸਰ ਉਸ ਤੋਂ ਬਾਅਦ ਮੇਰੇ ਕੋਈ ਫੈਮਿਲੀ ਨੂੰ ਟੈਸਟਿੰਗ ਕਰਾਉਣ ਦੀ ਜ਼ਰੂਰਤ ਤਾਂ ਨਹੀਂ ਸਰ? ਇਹ ਕੋਈ ਨਹੀਂ, ਤੁਹਾਡੀ ਫੈਮਿਲੀ ਨਾਲ ਹੀ ਰਹੇ? ਨਹੀਂ ਜੀ, ਮੇਰੀ ਮਿਸੇਜ ਤੇ ਮੇਰੇ ਬੱਚੇ ਨਾ ਰਿਸ਼ਤੇਦਾਰ ਉਹ ਸਾਡੇ ਮੇਰੇ ਜਾਣੀ ਕਿ ਸਸੁਰਾਲ ਸਹੁਰੇ ਗਏ ਹੋਏ ਸੀਗੇ ਜੀ ਆਪਣੇ, ਉਹ 12 ਤਰੀਕ ਦੇ ਜਾਣੀ ਕਿ ਉਹ ਗਏ ਹੋਏ ਸੀਗੇ ਸਰ। ਉਹ 12 ਤਰੀਕ ਦੇ ਗਏ ਹੋਏ ਸੀ? ਹਾਂਜੀ ਸਰ, 12 ਤਰੀਕ ਤੋਂ ਗਏ ਹੋਏ ਸੀਗੇ ਜੀ। 12 ਤਰੀਕ ਤੋਂ ਗਏ ਹੋਏ ਸੀਗੇ, ਤੁਹਾਡੀ ਇਹਦਾ ਮਤਲਬ ਟੈਸਟ ਤੁਹਾਡਾ ਸੈਂਪਲ 17 ਤਰੀਕ ਨੂੰ ਲੈਤਾ ਗਿਆ ਸਰ? ਹਾਂਜੀ ਹਾਂ, 17 ਨੂੰ 5 ਦਿਨ। ਦੇਖੋ ਤੁਸੀਂ ਟੈਸਟਿੰਗ ਕਿਸ ਕਰਕੇ ਕਰਵਾਈ ਸੀ? ਕੀ ਤੁਹਾਨੂੰ ਸਿੰਪਟਮ ਆਏ ਸੀ ਕੋਈ? ਨਹੀਂ ਸਰ, ਬਿਲਕੁਲ ਨੋ ਪ੍ਰੋਬਲਮ ਸਰ, ਕੋਈ ਖੰਘ ਨਹੀਂ, ਕੋਈ ਜ਼ੁਕਾਮ ਨਹੀਂ, ਕੋਈ ਬੁਖਾਰ ਨਹੀਂ। ਅਸੀਂ ਮੈਂ HDFC ਬੈਂਕ ਭਗਤਾ ਭਾਈਕਾ ਜੀ, ਮੈਂ ਉੱਥੇ ਜੌਬ ਕਰਦੇ ਸੀ ਪ੍ਰਾਈਵੇਟ। ਸਰ ਉੱਥੇ ਸਾਨੂੰ ਜਾਣੀ ਕਿ ਸਾਡੇ ਕੈਸ਼ੀਅਰ ਨੂੰ ਪ੍ਰੋਬਲਮ ਸੀ, ਸਰ ਨੇ ਦੱਸਿਆ ਸੀਗਾ ਜੀ, ਤੇ ਇਸ ਕਰਕੇ ਸਾਡੇ ਜਾਣੀ ਕਿ ਪੂਰੇ ਸਟਾਫ ਦਾ ਹੀ ਟੈਸਟਿੰਗ ਹੋਇਆ ਸੀ ਸਾਡੀ। ਹਾਂਜੀ, ਇਸੇ ਕਰਕੇ ਜਾਣੀ ਕਿ ਅਸੀਂ ਪੋਜ਼ਿਟਿਵ ਪਾਏ। ਦੇਖੋ ਜੋ ਤੁਸੀਂ ਟਾਈਮ ਪੀਰੀਅਡ ਦੱਸ ਰਹੇ ਹੋ ਕਿ 12 ਤਰੀਕ ਨੂੰ ਉਹ ਤੁਹਾਡੇ ਨਾਲ ਚਲੇ ਗਏ ਸੀ ਉੱਥੋਂ, ਬਟ ਜੋ ਤੁਹਾਡੀ ਬੈਂਕਿੰਗ ਜੌਬ ਹੈ ਜਿਹਦੇ ਵਿੱਚ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੈ, ਤੇ ਆਪਾਂ ਨੂੰ ਵੀ ਪਤਾ ਹੈ ਕਿ ਕੁਝ ਕਸਟਮਰ ਆਪਣੇ ਕੋਲ ਇਹ ਹੁੰਦੇ ਆ ਵੀ ਮਾਸਕ ਨੱਕ ਤੋਂ ਥੱਲੇ ਹੈ ਜਾਂ ਮਾਸਕ ਦੀ ਪ੍ਰੋਪਰ ਯੂਜ਼ੇਜ ਨਹੀਂ ਕੀਤੀ ਜਾਂਦੀ। ਚਾਂਸਸ ਇਹ ਹੁੰਦੇ ਆ ਕਿ ਆਪਾਂ ਟੋਟਲੀ ਏਸਿਮਟੋਮੈਟਿਕ ਹੋਈਏ ਤੇ ਆਪਾਂ ਪੋਜ਼ਿਟਿਵ ਉਸ ਬੰਦੇ ਨੂੰ ਜਿਹਨੂੰ ਤੁਸੀਂ ਆਪਦਾ ਕੰਟੈਕਟ ਮੰਨ ਰਹੇ ਹੋ, ਜਿਸ ਤੋਂ ਤੁਹਾਨੂੰ ਹੋਇਆ, ਕੀ ਪਤਾ ਆਪਾਂ ਉਸ ਤੋਂ ਵੀ ਪਹਿਲਾਂ ਪੋਜ਼ਿਟਿਵ ਹੋਈਏ, ਪਰ ਟੈਸਟਿੰਗ ਹੋਣ ਆਉਣ ਚ ਪੋਜ਼ਿਟਿਵ ਆਈ ਹੋਈ। ਸੋ ਉਹਨਾਂ ਦੀ ਸੇਫਟੀ ਲਈ ਮੈਂ ਰਿਕਮੈਂਡ ਇਹ ਕਰੂੰਗਾ ਕਿ ਇਫ ਯੂ ਗੋ ਫॉर द ਟੈਸਟਿੰਗ, ਵਧੀਆ ਤੁਹਾਡੇ ਆਪਦੇ ਦਿਲ ਚੋਂ ਵੀ ਵਹਿਮ ਨਿਕਲੇਗਾ, ਪ੍ਰੋਪਰ ਕੇਅਰ ਹੋ ਸਕਦੀ ਹੈ ਸਾਰੀ ਚੀਜ਼ਾਂ ਦੀ, ਟੈਸਟਿੰਗ ਕਰਵਾ ਲਈ ਜਾਵੇ। ਠੀਕ ਹੈ ਸਰ। ਹਾਂਜੀ, ਅੱਛਾ, ਓਕੇ, ਥੈਂਕ ਯੂ ਸਰ। ਡਾਕਟਰ ਸਾਹਿਬ, ਮੈਂ ਵਰੁਣ ਮਲਹੋਤਰਾ ਬੋਲ ਰਿਹਾ। ਤੇ ਪਹਿਲੇ ਤਾਂ ਤੁਹਾਡਾ ਇਨੀਸ਼ੀਏਟਿਵ ਹੈ ਬਹੁਤ ਹੀ ਅੱਛਾ ਹੈ,
ਇਹਦੇ ਨਾਲ ਸਾਨੂੰ ਮੈਂਟਲ ਤੇ ਫਿਜ਼ੀਕਲ ਦੋਨੋਂ ਹੀ ਸੋਲੇਸ ਮਿਲਦਾ ਹੈ। ਮੇਰਾ ਸਰ ਰਿਕੁਆਇਰੀ ਹੈ ਕਿ ਐਂਟੀਬਾਡੀ ਟੈਸਟ ਦਾ ਕੋਈ ਫਾਇਦਾ ਹੈ ਤੇ ਉਹਦਾ ਕੁਝ ਐਡਵਾਂਟੇਜ ਹੈ ਸਰ? ਕਰਵਾਉਣਾ ਚਾਹੀਦਾ ਹੈ ਤੇ ਕਰਵਾਉਣਾ ਤੇ ਕਦੋਂ ਕਰਵਾਉਣਾ ਚਾਹੀਦਾ ਸਰ? ਕਿਸ ਸਟੇਜ ਤੇ ਆਫਟਰ ਗੈਟਿੰਗ ਪੋਜ਼ਿਟਿਵ? ਸਰ ਐਂਟੀਬਾਡੀ ਟੈਸਟ ਦਿਸ ਇਜ਼ ਲਾਈਕ ਸਰ, ਜਦੋਂ ਹੁਣ ਆਪਾਂ ਕਰੋਨਾ ਦੀ ਇਨਫੈਕਸ਼ਨ ਹੋ ਜਾਂਦੀ ਹੈ, ਉਹਨੂੰ ਫਾਈਟ ਕਰਨ ਲਈ ਇੱਕ ਬਾਡੀ ਦਾ ਨਾਰਮਲ ਡਿਫੈਂਸ ਮੈਕੈਨਿਜ਼ਮ ਹੈ ਕਿ ਐਂਟੀਬਾਡੀਜ਼ ਬਣਦੀਆਂ ਨੇ। ਉਹ ਐਂਟੀਬਾਡੀਜ਼ ਦੀ ਪ੍ਰੈਜ਼ੈਂਸ ਆਪਣੇ ਬਲੱਡ ਦੇ ਵਿੱਚ ਜਦੋਂ ਹੁੰਦੀ ਹੈ, ਉਹਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਕਰੋਨਾ ਇਨਫੈਕਟ ਹੋ ਚੁੱਕੇ ਹਾਂ, ਉਹਨੂੰ ਐਂਟੀਬਾਡੀਜ਼ ਆਪਣੇ ਬਲੱਡ 'ਚ ਪ੍ਰੈਜ਼ੈਂਟ ਹੈ, ਤੇ ਇਨ ਕੇਸ ਆਪਣੇ ਤੇ ਦੁਬਾਰਾ ਕਰੋਨਾ ਦੀ ਮਾਰ ਪੈਂਦੀ ਹੈ, ਵੀ ਆਲਰੇਡੀ ਹੈਵ ਦ ਐਂਟੀਬਾਡੀਜ਼ ਇਨ ਆਵਰ ਬਲੱਡ ਟੂ ਫਾਈਟ ਦੈਟ ਇਨਫੈਕਸ਼ਨ। ਐਂਟੀਬਾਡੀਜ਼ ਜਨਰਲੀ ਆਪਾਂ ਜਿਵੇਂ ਲੈਟਸ ਸੇ ਕੋਈ ਬੰਦਾ 1 ਤਰੀਕ ਨੂੰ ਪੋਜ਼ਿਟਿਵ ਆ, ਜਾਂ 1 ਤਰੀਕ ਨੂੰ ਸੈਂਪਲਿੰਗ ਹੋਈ ਆ ਉਹਦੀ, 3 ਤਰੀਕ ਨੂੰ ਉਹ ਪੋਜ਼ਿਟਿਵ ਆਇਆ, ਸਹੀ ਲੈਵਲਸ ਲੈਣ ਵਾਸਤੇ it should be beyond 20 days from date of sampling, so we can get the exact levels, ਜਾਂ ਜਿਹਨੂੰ exact ਨਹੀਂ ਆਪਾਂ ਸਹੀ ਲੈਵਲ ਕਹਿ ਸਕੀਏ ਕਿ ਆਪਣਾ ਐਂਟੀਬਾਡੀ ਦਾ ਟਾਈਟਰ ਕੀ ਆਇਆ। ਉਹ ਐਂਟੀਬਾਡੀ ਦੇ ਨਾਲ ਆਪਾਂ ਨੂੰ ਡਿਫਰੈਂਸ਼ੀਏਸ਼ਨ ਹੁੰਦੀ ਹੈ। ਐਂਟੀਬਾਡੀਜ਼ 2 ਤਰ੍ਹਾਂ ਦੀ ਐਂਟੀਬਾਡੀਜ਼ ਹੁੰਦੀਆਂ, ਜਿਹਦੇ ਨਾਲ ਇਹ ਵੀ ਕਲੀਅਰ ਹੋ ਜਾਂਦਾ ਕਿ ਆਪਣੇ ਅੰਦਰ ਔਨਗੋਇੰਗ ਇਨਫੈਕਸ਼ਨ ਚੱਲ ਰਹੀ ਹੈ, ਜਿਹਦੇ ਨਾਲ ਬੋਡੀ ਫਾਈਟ ਕਰ ਰਹੀ ਹੈ, ਆਪਣੇ ਅੰਦਰ ਉਹ ਵਾਲੀ ਐਂਟੀਬਾਡੀਜ਼ ਪ੍ਰੈਜ਼ੈਂਟ ਹੈ, ਜਾਂ ਸੈਕੰਡ ਕਿ ਉਹ ਇਨਫੈਕਸ਼ਨ ਖਤਮ ਹੋ ਚੁੱਕੀ ਹੈ, ਹੁਣ ਆਪਣੇ ਫਾਰਮਲੀ ਅਗਲੀ ਵਾਰ ਤੋਂ ਇਨਫੈਕਸ਼ਨ ਤੋਂ ਬਚਣ ਲਈ ਉਹ ਵਾਲੀ ਐਂਟੀਬਾਡੀਜ਼ ਪ੍ਰੈਜ਼ੈਂਟ ਹੈ। ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹ ਐਂਟੀਬਾਡੀ ਟੈਸਟ ਕਰਵਾ ਸਕਦੇ ਹੋ ਆਪਣਾ, ਰਿਕਮੈਂਡਡ ਹੈ ਆਲਮੋਸਟ ਆਫਟਰ 3 weeks from date of sampling। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ ਸਰ। ਹਾਂਜੀ ਹਾਂਜੀ, ਥੈਂਕ ਯੂ ਡਾਕਟਰ ਸਾਹਿਬ। ਤੇ ਇਸ ਤੋਂ ਬਾਅਦ ਜਿਨ੍ਹਾਂ ਨੇ ਆਪਣਾ ਆਈਫੋਨ ਦੇ ਨਾਮ ਤੋਂ ਨੇ, ਉਹਨਾਂ ਨੇ ਕੁਝ ਦਰਸ਼ਨ ਸਰ ਤੁਹਾਡਾ ਹੋ ਗਿਆ, ਤੁਸੀਂ ਅਨਮਿਊਟ ਕਰਕੇ ਆਪਣੇ ਆਪ ਨੂੰ ਹਾਂਜੀ ਅਨਮਿਊਟ ਕਰ ਲਓ। ਹਾਂਜੀ ਹਾਂਜੀ ਹੁਣ ਬੋਲੋਗੇ ਜੀ। ਹਾਂਜੀ ਠੀਕ ਹੋ? ਹਾਂਜੀ ਹਾਂਜੀ ਠੀਕ ਹੈ ਜੀ। ਅੱਜ ਏਡੀਸੀ ਡੀ ਸਰ ਵੀ ਨੇ ਆਪਣੇ ਨਾਲ, ਪਰਮਵੀਰ ਸਰ। ਹਾਂਜੀ ਸਰ, ਮੈਂ ਪਹਿਲਾਂ ਹੋ ਗਿਆ ਸੀ। ਸੈਕਟਰੀ ਸਾਹਿਬ, ਹਾਊ ਆਰ ਯੂ? ਜੀ ਤੁਸੀਂ ਵੀ ਆਈਸੋਲੇਸ਼ਨ ਦੇ ਵਿੱਚ ਹੈਗੇ ਹੋ? ਫਾਈਨ ਫਾਈਨ ਸਰ। ਅੱਛਾ ਛੱਤ ਐ ਸੀ ਜਰਾ ਸਰ, ਥੋੜਾ ਘੁੰਮਣ, ਮੈਂ ਕਿਹਾ ਨਾਲੇ ਘੁੰਮਾ ਸਰ। ਅੱਛਾ ਅੱਛਾ ਹਾਂਜੀ ਸਰ ਠੀਕ ਹੈ ਸੈਕਟਰੀ ਸਾਹਿਬ, ਠੀਕ ਹੈ ਜੀ ਸਰ। ਜੀ ਦਰਸ਼ਨ ਜੀ ਤੁਹਾਡੀ ਕੋਈ ਸਰ ਕੋਈ ਕੁਐਰੀ ਹੋਵੇ, ਡਾਕਟਰ ਸਾਹਿਬ ਵੀ ਹੈ, ਡਾਕਟਰ ਮਨੀਸ਼ ਗੁਪਤਾ ਜੀ ਵੀ, ਜਿਨ੍ਹਾਂ ਦਾ ਕਾਫੀ ਐਕਸਪੀਰੀਅੰਸ ਹੈ, ਤੁਹਾਡੀ ਕੋਈ ਤੁਸੀਂ ਦੱਸ ਰਹੇ ਨਹੀਂ, ਮੇਰਾ ਨਹੀਂ ਵੀ ਜਿਹੜੇ ਉਹਦੇ ਨਾਲ ਆਕਸੀਮੀਟਰ ਦੇ ਨਾਲ ਨੀਚੇ ਪਲਸ ਆਉਂਦੀ ਹੁੰਦਾ, ਉਹ ਕਿੰਨੀ ਕੁ ਚਾਹੀਦੀ ਹੈ ਜੀ? ਉਹ ਕਈ ਵਾਰੀ ਬਹੁਤ ਹੀ ਕਿਤੇ ਬਹੁਤ ਜ਼ਿਆਦਾ ਹੁੰਦੀ ਹੈ, ਕਈ ਵਾਰੀ ਹੁੰਦੀ ਆ, ਉਹਦਾ ਕੀ ਹੁੰਦਾ ਜੀ? ਬਹੁਤ ਜ਼ਿਆਦਾ ਮਤਲਬ ਰੀਡਿੰਗ ਦੱਸ ਦਿਓ, ਫਿਰ ਡਾਕਟਰ ਸਾਹਿਬ ਆਪਾਂ ਨੂੰ ਦੱਸ ਦੇਣਗੇ ਉਹਦੇ ਵਿੱਚ ਜਾ ਕੇ ਕਿੰਨੀ ਜ਼ਿਆਦਾ ਤੱਕ ਪਹੁੰਚ ਜਾਂਦੀ ਹੈ, ਲਾਈਕ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਉਹ? ਜਿਵੇਂ ਉਹ ਕਈ ਵਾਰੀ 96 ਵੀ, ਜਿਵੇਂ ਦੋਨੇ 96, ਉੱਥੇ ਨੀਚੇ ਵਾਲੀ ਵੀ 96, ਉੱਪਰ ਵਾਲੀ ਵੀ 96 ਫਿਰਦੀ ਹੁੰਦੀ ਹੈ, ਏਦਾਂ ਕੋਈ ਉਹ ਤਾਂ ਨਹੀਂ ਕੋਈ ਇਫੈਕਟ ਉਹਦਾ ਕਈ ਵਾਰ, ਜਾਂ ਆਮ ਨਹੀਂ? ਡਾਕਟਰ ਸਾਹਿਬ ਹਾਂਜੀ ਹਾਂਜੀ ਪਲੀਜ਼। ਸਰ ਜਿਹੜੀ 2 ਚੀਜ਼ਾਂ ਨੇ, ਇਹ 'ਚ ਮੈਂ ਪਹਿਲਾਂ ਦੱਸਿਆ ਸੀਗਾ, ਆਕਸੀਜਨ ਸੈਚੂਰੇਸ਼ਨ ਤੇ ਪਲਸ ਰੇਟ। ਆਕਸੀਜਨ ਸੈਚੂਰੇਸ਼ਨ ਜਿਵੇਂ ਤੁਹਾਡੀ 98 ਹੈ, ਉਹ ਬਿਲਕੁਲ ਠੀਕ ਹੈ। ਇਹਦਾ ਮਤਲਬ ਤੁਹਾਡੇ ਖੂਨ ਦੇ ਵਿੱਚ ਆਕਸੀਜਨ ਦੀ ਮਾਤਰਾ ਬਿਲਕੁਲ ਠੀਕ ਹੈ, ਪੂਰੀ ਹੈ, ਜਿਹਦੇ ਵਿੱਚ ਕਿ ਆਪਾਂ ਨੂੰ ਅਰਜੈਂਟਲੀ ਕੇਅਰ ਜੇ ਲੈਣੀ ਹੈ, ਜਾਂ ਡਾਕਟਰ ਕੋਲੇ ਜਾਂ ਹਸਪੀਟਲ 'ਚ ਆਪਾਂ ਪਹੁੰਚਣਾ, ਜਿਹੜਾ ਵੀ ਆਪਣਾ ਕੋਵਿਡ ਡੈਜ਼ਿਗਨੇਟਡ ਹਸਪੀਟਲ ਹੈ ਜਿੱਥੇ ਆਪਣਾ ਇਲਾਜ ਚੱਲਦਾ, 94 ਜਾਂ 94 ਤੋਂ ਥੱਲੇ ਜਾਂਦੀ ਹੈ ਆਪਣੀ ਆਕਸੀਜਨ ਸੈਚੂਰੇਸ਼ਨ, ਤਾਂ ਉਹ ਕੰਸਰਨ ਦੀ ਗੱਲ ਹੈ। ਆਪਾਂ ਨੂੰ ਨਾਲ ਦੀ ਨਾਲ ਹਸਪੀਟਲ 'ਚ ਰਿਪੋਰਟ ਕਰਨਾ ਚਾਹੀਦਾ, ਜਿੱਥੇ ਕਿ ਆਪਣੀ ਅਪਰੋਪਰੀਏਟ ਟ੍ਰੀਟਮੈਂਟ ਸ਼ੁਰੂ ਹੋਊਗੀ। ਸੈਕਿੰਡ ਹੁੰਦੀ ਹੈ ਆਪਣੀ ਪਲਸ ਰੇਟ। ਪਲਸ ਰੇਟ ਨਾਰਮਲ ਹਿਊਮਨ ਬੀਇੰਗਸ ਦੀ 72 ਪਰ ਮਿੰਟ ਹੁੰਦੀ ਹੈ, ਵਿਦ ਵੇਰੀਏਸ਼ਨਸ। ਜਿਵੇਂ ਆਪਣੇ ਕੋਲ ਇੱਕ ਸਰ ਆਏ ਸੀ ਪਹਿਲਾਂ, ਉਹ ਦੱਸ ਰਹੇ ਸੀ ਉਹਨਾਂ ਦਾ ਪਲਸ ਰੇਟ ਲੋ ਰਹਿੰਦਾ। ਲੋ ਕਿਉਂ ਰਹਿੰਦਾ? ਕਿਉਂਕਿ ਐਥਲੀਟ ਨੇ ਰੋਜ਼ 5-10 ਕਿਲੋਮੀਟਰ ਭੱਜਦੇ ਨੇ। ਜਿਹੜੇ ਐਥਲੀਟਸ ਹੁੰਦੇ ਆ, ਉਹਨਾਂ ਦਾ ਹਾਰਟ ਸਟਰੋਂਗ ਹੋ ਕੇ ਨਾਰਮਲ ਪਲਸ ਰੇਟ 72 ਤੋਂ ਥੱਲੇ ਰਹਿਣ ਲੱਗ ਜਾਂਦਾ। ਸੈਕਿੰਡ, ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡੇ 96 ਆ ਰਹੀ ਹੈ, 96 ਦੇ ਵਿੱਚ ਕਾਰਨ ਕਈ ਹੋ ਸਕਦੇ ਆ। ਤੁਹਾਡੇ ਕੋਈ ਹਾਰਟ ਦਾ ਇਸ਼ੂ ਹੋ ਸਕਦਾ ਹੈ, ਕਿ ਤੁਹਾਡਾ ਬੀਪੀ ਹਾਈ ਰਹਿੰਦਾ ਹੋਵੇ, ਜਿਹਦੇ ਨਾਲ ਤੁਹਾਡੀ ਐਸੋਸੀਏਟਡ ਪਲਸ ਰੇਟ ਵੀ ਜ਼ਿਆਦਾ ਰਹਿੰਦਾ ਹੋਵੇ। ਸੈਕਿੰਡ ਕੀ ਹੁੰਦਾ ਕਿ ਜਦੋਂ ਵੀ ਕੋਈ ਕਰੋਨਾ ਪੋਜ਼ਿਟਿਵ ਪੇਸ਼ੈਂਟ ਹੁੰਦਾ, ਉਹਦੇ ਦਿਮਾਗ 'ਚ ਜਾਂ ਦਿਲ 'ਚ ਇੱਕ ਐਂਜ਼ਾਈਟੀ ਹੁੰਦੀ ਹੈ, ਘਬਰਾਹਟ ਹੁੰਦੀ ਹੈ ਕਿ ਪਤਾ ਨਹੀਂ ਕੀ ਬਣਨਾ ਹੈ, ਕੀ ਹੋਊਗਾ, ਇਹ ਬਿਮਾਰੀ ਨਾਲ ਮੈਂ ਇੱਕੋ ਦਮ ਨਾ ਮੈਨੂੰ ਕੁਝ ਹੋ ਜੇ। ਉਹ ਘਬਰਾਹਟ ਆਪਣੀ ਪਲਸ ਰੇਟ ਨੂੰ ਉੱਪਰ ਲੈ ਕੇ ਜਾਂਦੀ ਹੈ। ਜੀ ਜੀ। ਇਸੇ ਚੀਜ਼ ਦੇ ਵਿੱਚ ਜੋ ਕਿ ਆਪਾਂ ਜਦੋਂ ਸੈਸ਼ਨ ਸ਼ੁਰੂ ਕੀਤਾ ਸੀਗਾ, ਉਸ 'ਚ 2 ਪੁਆਇੰਟ ਚੱਕੇ ਗਏ ਸੀਗੇ ਵੀ ਇਸੇ ਚੀਜ਼ਾਂ ਨੂੰ ਟੈਕਲ ਕਰਨ ਲਈ ਮੋਸਟ ਇੰਪੋਰਟੈਂਟ ਹੈਗਾ ਆਪਣਾ ਮੈਡੀਟੇਸ਼ਨ, ਯੋਗਾ, ਤਾਂ ਕਿ ਆਪਦੇ ਮਨ ਨੂੰ ਸ਼ਾਂਤ ਰੱਖਿਆ ਜਾ ਸਕੇ।
ਜੇ ਆਪਣੀ ਪਲਸ ਰੇਟ ਫਿਰ ਵੀ ਉੱਪਰ ਜਾਂਦੀ ਹੈ, 100 ਤੋਂ ਉੱਪਰ ਚਲੀ ਜਾਂਦੀ ਹੈ, ਉਹ ਕੰਸਰਨ ਦੀ ਗੱਲ ਹੈ। ਆਪਣੇ ਡਾਕਟਰ ਨੂੰ ਕੰਸਰਨਡ ਕੋਵਿਡ ਡੈਜ਼ਿਗਨੇਟਡ ਹਸਪੀਟਲ ਨੂੰ ਰਿਪੋਰਟ ਕਰਨਾ ਚਾਹੀਦਾ ਤੇ ਉਹਦਾ ਚੈੱਕਅਪ ਕਰਵਾਉਣਾ ਚਾਹੀਦਾ। ECG ਵਗੈਰਾ ਜੋ ਵੀ ਕੁਝ ਹੈ ਉਹ ਦੇਖਿਆ ਜਾਏਗਾ ਕਿ ਉਹ ਐਂਜ਼ਾਈਟੀ ਹੈ ਕਿ ਤੁਹਾਨੂੰ ਕੋਈ ਹਾਰਟ ਦੇ ਰਿਲੇਟਡ ਇਸ਼ੂ ਹੈ ਜਿਹਦੇ ਕਰਕੇ ਤੁਹਾਡੀ ਪਲਸ ਰੇਟ ਇੰਨੀ ਉੱਪਰ ਜਾ ਰਹੀ ਹੈ। ਤੁਹਾਡੀ ਅਪਰੋਪਰੀਏਟ ਉਸ ਦੇ ਅਕੋਰਡਿੰਗ ਟ੍ਰੀਟਮੈਂਟ ਹੋਏਗੀ। ਠੀਕ ਹੈ ਸਰ, ਠੀਕ ਹੈ ਸਰ, ਠੀਕ ਹੈ ਸਰ, ਥੈਂਕ ਯੂ ਸਰ, ਥੈਂਕ ਯੂ ਸਰ। ਡਿੰਪਲ ਗੱਲ ਕਰ ਰਿਹਾ ਜੀ, ਮੇਰੇ ਇੱਕ ਕੁਐਰੀ ਸੀ। ਹਾਂਜੀ ਹੈਲੋ। ਹਾਂਜੀ ਹਾਂਜੀ ਦੱਸੋ ਡਿੰਪਲ ਜੀ, ਬੋਲੋ ਬੋਲੋ। ਹਾਂਜੀ ਸਰ ਪਲਸ ਰੇਟ ਪਹਿਲਾਂ ਸਰ 91 ਸੀਗੀ ਜੀ, ਹੁਣ ਦੁਬਾਰੇ ਚੈੱਕ ਕਰੀ ਉਹ 98 ਆ ਜੀ। ਇਸ ਤਰ੍ਹਾਂ ਸਰ ਕਿਵੇਂ? ਤੁਹਾਡੀ ਏਜ ਕਿੰਨੀ ਹੈ ਜੀ? ਇਹ 28 ਸਰ। 20 ਹੈ। ਤੁਹਾਨੂੰ BP ਦੀ ਕੋਈ ਇਸ਼ੂ ਹੈਗਾ? BP ਦੀ ਕੋਈ ਪ੍ਰੋਬਲਮ ਹੈ? ਨੋ ਸਰ, ਕੋਈ ਪ੍ਰੋਬਲਮ ਨਹੀਂ ਜੀ ਇਸ ਤਰ੍ਹਾਂ ਦੀ ਤਾਂ। ਘਬਰਾਹਟ ਹੋ ਰਹੀ ਹੈ ਇਸ ਟਾਈਮ ਕੋਈ? ਨਹੀਂ ਫਿਲਹਾਲ ਤਾਂ ਸਰ ਕੁਝ ਨਹੀਂ ਹੈਗਾ ਜੀ। ਤੁਸੀਂ BP ਕਦੀ ਪਹਿਲਾਂ ਚੈੱਕ ਕਰਵਾਇਆ ਆਪਦਾ ਇਸ ਪ੍ਰੋਬਲਮ ਆਉਣ ਤੋਂ ਪਹਿਲਾਂ? ਕਦੀ ਵੀ ਨਾਰਮਲੀ ਕਦੀ ਚੈੱਕ ਕਰਵਾਉਂਦੇ ਰਹਿੰਦੇ ਹੋ? BP ਵੀ ਤੁਹਾਡਾ ਠੀਕ ਆਉਂਦਾ ਜਾਂ ਕੀ ਹੁੰਦਾ? BP ਹਾਂ ਸਰ, ਪਹਿਲਾਂ ਥੋੜਾ ਜਿਹਾ ਇੱਕ ਵਾਰੀ ਚੈੱਕ ਕਰਵਾਏਗਾ। ਥੋੜੀ ਜਿਹੀ ਪਹਿਲਾਂ ਘਬਰਾਹਟ ਜੀ ਹੋਈ ਸੀ ਕਿ 1.5 ਮਹੀਨਾ ਹੋ ਗਿਆ ਘੱਟੋ ਘੱਟ, ਪਹਿਲਾਂ ਉਦੋਂ ਘਟ ਗਿਆ ਸੀਗਾ ਸਰ ਥੋੜਾ। ਅੱਛਾ, ਘਟ ਗਿਆ ਸੀਗਾ। ਤੁਹਾਡਾ ਪਲਸ ਰੇਟ ਜਿਹੜਾ ਤੁਸੀਂ 98 ਦੱਸ ਰਹੇ ਹੋ, ਮਤਲਬ ਮੋਸਟਲੀ ਜਿੰਨੀ ਤੁਹਾਡੀ ਯੰਗ ਏਜ ਹੈ, ਇਟ ਸੀਮਸ ਟੂ ਬੀ ਕਿ ਤੁਹਾਨੂੰ ਘਬਰਾਹਟ ਹੈ ਇਸ ਪ੍ਰੋਬਲਮ ਦੀ, ਟੈਨਸ਼ਨ ਹੈ, ਸਟ੍ਰੈਸ ਹੈ। ਮੈਂ ਤੁਹਾਨੂੰ ਰਿਕਮੈਂਡ ਇਹੋ ਕਰੂੰਗਾ ਭਾਜੀ, ਚਲੋ ਤੁਸੀਂ 100 ਤੇ ਨਹੀਂ ਹੋ, ਆਪਦੇ ਆਪ ਨੂੰ ਰਿਲੈਕਸ ਕਰਨ ਦੀ ਸੂਦਿੰਗ ਮਿਊਜ਼ਿਕ ਨਾਲ, ਚਾਹੇ ਜੋ ਆਪਣੇ ਪਰਮਾਤਮਾ ਵਾਹਿਗੁਰੂ ਹੈ ਉਹਨਾਂ ਨੂੰ ਚੇਤਾ ਕਰਕੇ ਆਪਦੇ ਆਪ ਨੂੰ ਰਿਲੈਕਸ ਜਾਂ ਮੈਡੀਟੇਟ ਕਰਨ ਦੀ ਕੋਸ਼ਿਸ਼ ਕਰੋ। ਪਲਸ ਰੇਟ ਥੋੜਾ ਥੱਲੇ ਜਾਏਗਾ। ਜੇ ਨਹੀਂ ਜਾਂਦਾ ਤੁਸੀਂ ਰਿਪੋਰਟ ਕਰੋ ਹਸਪੀਟਲ ਨਾਲ, ਤੁਹਾਡਾ ਫਰਦਰ ਚੈੱਕਅਪ ਹੋ ਕੇ ਤੁਹਾਨੂੰ ਟ੍ਰੀਟਮੈਂਟ ਸ਼ੁਰੂ ਕੀਤੀ ਜਾਏਗੀ ਜੀ। ਆਪਦੇ ਆਪ ਨੂੰ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਤੁਸੀਂ ਯੰਗ ਹੋ, ਤੁਸੀਂ ਬਿਲਕੁਲ ਲੋ ਰਿਸਕ ਕੈਟੇਗਰੀ ਦੇ ਵਿੱਚੋਂ, ਤੁਸੀਂ ਏਸਿਮਟੋਮੈਟਿਕ ਹੋ। ਜੇ ਕੁਝ ਵੀ ਨਹੀਂ ਹੋਏਗਾ ਤੇ ਸਾਰਾ ਇਮਿਊਨਿਟੀ ਨੂੰ ਆਪਣੀ ਬਿਲਡਅਪ ਕਰਕੇ ਰੱਖੋ, ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਹੈਲਦੀ ਰੱਖਣ ਦੀ ਕੋਸ਼ਿਸ਼ ਕਰੋ। ਇਹ ਫੇਸ ਚਲਾ ਜਾਏਗਾ। ਘਬਰਾਹਟ ਵਾਲੀ ਕੋਈ ਗੱਲ ਨਹੀਂ ਸਰ, ਇਹਦੇ ਚ ਦੋ ਦਿਖਾ ਰਿਹਾ, ਇੱਕ ਤਾਂ ਜੀ SpO2 ਹੈ, ਇੱਕ PR ਹੈ ਜੀ, ਠੀਕ ਹੈ। ਜਿਹੜਾ SpO2 ਹੈ ਉਹ ਤੋਂ 97 ਹੈਗਾ ਤੇ ਜਿਹੜਾ PR ਆ ਉਹ 65 ਹੈ ਸਰ। ਸਰ ਤੁਸੀਂ ਫਿਰ ਕਹਿੰਦੇ ਲੈਕਚਰ ਹੀ ਐਡਾ ਵੱਡਾ ਉਲਟਾ ਦਵਾ ਲਿਆ। ਤੁਹਾਡਾ ਪਲਸ ਰੇਟ 65 ਹੈ, ਉਹ 98 ਨਹੀਂ ਹੈ। ਤੇ ਕੋਈ ਗੱਲ ਨਹੀਂ ਸਰ, ਉਹਦਾ ਰਿਲੈਕਸਿੰਗ ਤੁਹਾਡਾ ਪਲਸ ਰੇਟ 65 ਆ, ਨਾਰਮਲ ਹੈ ਤੁਹਾਡਾ, ਦੋਨੋਂ ਚੀਜ਼ਾਂ ਬਿਲਕੁਲ ਨਾਰਮਲ ਹੈ, ਕਿਸੇ ਚੀਜ਼ ਬਾਰੇ ਕੋਈ ਸੋਚਣ ਦੀ ਲੋੜ ਨਹੀਂ। ਠੀਕ ਹੈ ਸਰ, ਠੀਕ ਹੈ, ਥੈਂਕ ਯੂ ਸਰ। ਡਾਕਟਰ ਸਾਹਿਬ ਨੇ ਜਿੱਦਾਂ ਬੜਾ ਵਧੀਆ ਦੱਸਿਆ ਕਿ ਬਹੁਤੇ ਲੋਕ ਐਂਜ਼ਾਈਟੀ ਜ਼ਿਆਦਾ ਫੇਸ ਕਰ ਰਹੇ ਹੈਗੇ, ਜਦ ਕਿ ਏਡੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਤੁਸੀਂ ਜਿਵੇਂ ਡਾਕਟਰ ਸਾਹਿਬ ਦੱਸ ਹੀ ਰਹੇ ਕਿ 95% ਤੋਂ ਉੱਪਰ ਪੇਸ਼ੈਂਟਸ ਨੂੰ ਕੋਈ ਸਿੰਪਟਮ ਨਹੀਂ ਆਉਂਦੇ, ਬਿਲਕੁਲ ਠੀਕ ਠਾਕ ਹੋ ਜਾਂਦੇ ਆ। ਮੋਸਟਲੀ ਹੋਮ ਕੁਆਰੰਟਾਈਨ ਪੇਸ਼ੈਂਟ ਹੈਗੇ ਉਹ ਵਾਲੇ ਹੈਗੇ ਆ ਜਿਨ੍ਹਾਂ ਨੂੰ ਕੋਈ ਕੁਝ ਤਕਲੀਫ ਹੋਣ ਦੇ ਚਾਂਸਿਸ ਹੈ ਨਹੀਂਗੇ। ਇਸ ਕਰਕੇ ਮੇਨਲੀ ਤੁਸੀਂ ਘਬਰਾਓ ਨਾ। ਇਹ ਚੀਜ਼ ਜਿਹੜੀ ਹੈ, ਇਹਦਾ ਨਾਰਾ ਵੀ ਇਹੀ ਹੈ ਆਪਣਾ ਕਿ ਘਬਰਾਣਾ ਨਹੀਂ ਹੈ, ਆਪਾਂ ਇਸ ਦੇ ਨਾਲ ਲੜਨਾ ਹੈਗਾ। ਤੇ ਈਵਨ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਬਰੀਥਿੰਗ ਐਕਸਰਸਾਈਜ਼ਿਸ ਜਾਂ ਯੋਗਾ ਜਾਂ ਮੈਡੀਟੇਸ਼ਨ, ਬਲਕਿ ਅਸੀਂ ਇਹ ਸੈਸ਼ਨ ਵੀ ਇਸੇ ਲਈ ਇਦਾਂ ਹੀ ਪਲਾਨ ਕਰ ਰਹੇ ਸੀਗੇ ਪਹਿਲਾਂ। ਤੇ ਈਵਨ ਮੈਂ ਕੁਝ ਵੀਡੀਓਜ਼ ਵੀ ਸ਼ੋਰਟਲਿਸਟ ਕੀਤੀਆਂ ਸੀਗੀਆਂ ਬਰੀਥਿੰਗ ਐਕਸਰਸਾਈਜ਼ਿਸ ਦੀਆਂ। ਇੱਕ ਸਪੈਸ਼ਲ ਈਵਨ ਬਾਬਾ ਰਾਮਦੇਵ, ਉਹਨਾਂ ਕਿਉਂਕਿ ਉਹ ਕਾਫੀ ਯੋਗਾ ਐਕਸਪਰਟ ਨੇ, ਬਰੀਥਿੰਗ ਪ੍ਰਾਣਾਯਾਮ ਐਕਸਪਰਟ ਨੇ, ਕੁਝ ਪ੍ਰਾਣਾਯਾਮ ਦੀ ਇੱਕ ਸ਼ੋਰਟ ਜੀ ਵੀਡੀਓ ਮੈਂ ਰੱਖੀ ਹੋਈ ਹੈ, ਆਪਾਂ ਉਹ ਵੀ ਸ਼ੇਅਰ ਕਰਾਂਗੇ, ਇੱਥੇ ਚਲਾਵਾਂਗੇ, ਤਾਂ ਕਿ ਆਪਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਏ ਕਿੱਦਾਂ ਦੀਆਂ ਬਰੀਥਿੰਗ ਐਕਸਰਸਾਈਜ਼ਿਸ ਨੇ। ਉਸ ਤੋਂ ਬਾਅਦ ਆਪਾਂ ਕੁਝ ਜ਼ੂਮ ਸੈਸ਼ਨਸ ਇਦਾਂ ਦੇ ਵੀ ਰੱਖਿਆ ਕਰਾਂਗੇ ਜਿਹਦੇ ਵਿੱਚ ਆਪਾਂ ਸਾਰੇ ਮਿਲ ਕੇ ਕਰਿਆ ਵੀ ਕਰਾਂਗੇ। ਉਹ ਈਵਨ ਹੁਣ ਵੀ ਜਿਹੜੇ ਨਾਲ ਤੁਸੀਂ ਉਹ ਬਰੀਥਿੰਗ ਐਕਸਰਸਾਈਜ਼ਿਸ ਕਰ ਵੀ ਸਕਦੇ ਹੋ। ਤੇ ਉਹ ਸੈਸ਼ਨ ਆਪਾਂ ਇਸ ਤੋਂ ਬਾਅਦ, ਮੇਰੇ ਕੋਲ ਵੀਡੀਓ ਹੈ ਛੋਟੀ ਜੀ 5 ਮਿੰਟ ਦੀ, ਮੈਂ ਉਹ ਕਲਿੱਪ ਤੁਹਾਡੇ ਨਾਲ ਸ਼ੇਅਰ ਵੀ ਕਰੂੰਗਾ। ਉਸ ਤੋਂ ਪਹਿਲਾਂ ਜੇ ਇੱਕ ਵਾਰੀ ਮੈਂ ਸ਼ੇਅਰ ਕਰਨ ਤੋਂ ਪਹਿਲਾਂ ਕਿਸੇ ਦਾ ਕੋਈ ਹੋਰ ਕੁਐਰੀ ਹੈ ਉਹ ਹੈਲੋ ਹਾਂਜੀ ਮੈਮ ਸਰ, ਗੁੱਡ ਇਵਨਿੰਗ ਸਰ। ਹਾਂਜੀ ਹੈਲੋ, ਹਾਂਜੀ ਸਰ, ਮੈਂ ਆਸ਼ਾ ਵਰਕਰ ਗੱਲ ਕਰ ਰਹੀ ਹਾਂ। ਹਾਂਜੀ ਸਰ, ਮੈਂ ਇਹ ਪੁੱਛ ਰਹੀ ਸੀ ਤੁਹਾਨੂੰ, ਮਤਲਬ 17 ਤਰੀਕ ਨੂੰ ਮੇਰਾ ਹੋਇਆ ਇਹ ਟੈਸਟ ਤੇ 19 ਤਰੀਕ ਨੂੰ ਸਰ ਪੋਜ਼ਿਟਿਵ ਰਿਪੋਰਟ ਦਿੱਤੀ ਗਈ ਹੈ ਮੇਰੀ। ਠੀਕ ਹੈ ਜੀ। ਹਾਂਜੀ ਸਰ, ਮੈਨੂੰ 7 ਦਿਨਾਂ ਲਈ ਕਿਹਾ ਗਿਆ ਹੈ ਘਰ ਵਿੱਚ ਰਹਿਣ ਵਾਸਤੇ। ਸਰ ਮੈਨੂੰ ਪ੍ਰੋਬਲਮ ਕੋਈ ਨਹੀਂ ਹੈਗੀ ਏਦਾਂ ਦੀ, ਮਤਲਬ ਸ਼ਾਮ ਦੇ ਟਾਈਮ ਥੋੜਾ ਜਿਹਾ ਸਿਰ ਦਰਦ ਕਰਦਾ ਜੀ ਮੇਰਾ, ਵੀ ਕੋਈ ਉਸ ਦੇ ਵਾਸਤੇ ਕੋਈ ਮੈਡੀਸਨ ਵਗੈਰਾ। ਤੁਸੀਂ ਪਹਿਲਾਂ ਤਾਂ ਜਿਹੜੀ ਆਪਣੀ ਕਿੱਟ ਹੁੰਦੀ ਆ ਹੋਮ ਆਈਸੋਲੇਸ਼ਨ ਦੀ, ਆਪਣੇ ਕੋਲ ਪਲਸ ਆਕਸੀਮੀਟਰ, ਥਰਮਾਮੀਟਰ ਰੱਖਿਆ ਤੁਸੀਂ ਕਿ ਨਹੀਂ ਰੱਖਿਆ? ਹਾਂਜੀ ਸਰ, ਹਾਂਜੀ ਸਰ, ਮੇਰੇ ਕੋਲ ਮਤਲਬ ਇਕੱਲਾ ਥਰਮਾਮੀਟਰ ਹੈਗਾ ਤੇ ਮਤਲਬ ਜਿਹੜਾ ਆਪਣੇ ਕਹਿੰਦੇ ਨੇ BP ਪਰੇਡਸ ਹੁੰਦਾ ਡਿਜੀਟਲ, ਉਹ ਹੈਗਾ ਸਰ ਮੇਰੇ ਕੋਲੇ। ਉਸ ਦੇ ਵਿੱਚ ਪਲਸ ਵਗੈਰਾ ਚੈੱਕ ਕਰਦੀ ਹਾਂ ਮੈਂ ਤੇ ਆਪਣਾ BP ਚੈੱਕ ਕਰਦੀ ਹਾਂ ਜੀ।
देखिए पहला तो मैं ਤੁਹਾਨੂੰ ਸਭ ਤੋਂ ਪਹਿਲਾਂ ਤਾਂ ਰਿਕਮੈਂਡ ਇਹ ਕਰੂੰਗਾ ਜੀ ਕਿ ਤੁਸੀਂ ਹੋਮ ਆਈਸੋਲੇਟ ਹੋਏ ਪਏ ਹੋ, ਤੁਹਾਡੇ ਕੋਲ ਪਹਿਲਾਂ ਤਾਂ ਹੋਮ ਆਈਸੋਲੇਸ਼ਨ ਲਈ ਕਿੱਟ ਪੂਰੀ ਨਹੀਂ ਹੈ। ਪਲਸ ਨਾ ਸਰ ਮੰਗਵਾਈ ਹੋਈ ਹੈ ਅੱਜ, ਹਾਂਜੀ ਅੱਜ ਸ਼ਾਮ ਤੱਕ ਕਿਹਾ ਸੀ ਉਹਨਾਂ ਨੇ ਵੀ ਪਲਸ ਆਕਸੀਮੀਟਰ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ। ਉਸੇ ਚੀਜ਼ ਨਾਲ ਹੀ ਜਿਹਨੂੰ ਆਪਾਂ ਕਹਿੰਦੇ ਆ ਕਿ ਬ੍ਰੈਥਲੈਸਨੈਸ ਹੁੰਦੀ ਹੈ, ਆਕਸੀਜਨ ਦੀ ਕਮੀ ਹੁੰਦੀ ਹੈ, ਉਸੇ ਚੀਜ਼ ਨਾਲ ਹੀ ਆਪਣੇ ਪਤਾ ਲੱਗਣੀ ਹੈ। ਮੈਂ ਤੁਹਾਨੂੰ ਬੇਨਤੀ ਕਰੂੰਗਾ ਇੱਕ ਤਾਂ ਪਹਿਲਾਂ ਪਲਸ ਆਕਸੀਮੀਟਰ ਦਾ ਇੰਤਜ਼ਾਮ ਜਲਦੀ ਕਰ ਲਿਆ ਜਾਵੇ। ਸੈਕਿੰਡ ਜਿਹੜੀ ਮੈਂ ਤੁਸੀਂ ਮੈਨੂੰ ਗੱਲ ਦੱਸੋ ਕਿ ਤੁਹਾਡਾ 19 ਨੂੰ ਰਿਜ਼ਲਟ ਆਇਆ ਤੇ ਤੁਹਾਨੂੰ 7 ਦਿਨਾਂ ਲਈ ਹੋਮ ਆਈਸੋਲੇਟ ਹੋਣ ਲਈ ਕਿਹਾ ਗਿਆ। ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਮਿਸਕਮਿਊਨੀਕੇਸ਼ਨ ਹੈ। ਕਿਸ ਲੈਵਲ ਤੇ ਹੋਇਆ ਉਹ ਨਹੀਂ ਮੈਂ ਕਹਿ ਸਕਦਾ, ਬਟ ਤੁਹਾਡਾ ਡੇਟ ਆਫ ਸੈਂਪਲਿੰਗ ਜਿਹੜੀ ਕਿ 17 ਤਰੀਕ ਹੈ, 17 ਤਰੀਕ ਤੋਂ ਜੇ ਤੁਸੀਂ ਏਸਿਮਟੋਮੈਟਿਕ ਰਹਿੰਦੇ ਹੋ ਟੋਟਲੀ 17 ਦਿਨਾਂ ਵਾਸਤੇ ਤੁਸੀਂ ਹੋਮ ਆਈਸੋਲੇਟ ਹੋਣਾ। ਸਰ ਮੈਨੂੰ ਵੀ 7 ਦਿਨ ਕਿਹਾ ਗਿਆ ਸੀ। ਤੁਹਾਡੇ ਕੋਲ ਹੋਮ ਆਈਸੋਲੇਸ਼ਨ ਦਾ ਇੱਕ ਫਾਰਮ ਹੋਏਗਾ, ਤੁਸੀਂ ਉਹ ਤੇ ਪੜੋ ਕੀ ਲਿਖਿਆ ਹੋਇਆ ਹੈ। ਜੀ ਸਰ ਤੁਹਾਨੂੰ ਹੋਮ ਆਈਸੋਲੇਸ਼ਨ ਫਾਰਮ ਹਾਂਜੀ ਮੈਮ ਤੁਸੀਂ ਖੁਦ ਆਸ਼ਾ ਵਰਕਰ ਹੋ, ਕੋਈ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਖੁਦ ਕੋਈ ਨਾ ਕੋਈ ਮਿਸਕਮਿਊਨੀਕੇਸ਼ਨ ਹੋਈ ਹੋਵੇਗੀ, ਕੁਛ ਨਾ ਕੁਛ ਉਹਨਾਂ ਨੇ ਕਈ ਵਾਰੀ ਇਦਾਂ ਹੁੰਦਾ ਕਿ ਜਿੱਦਾਂ 10 ਦਿਨ ਤੱਕ ਇੰਸਟੀਟਿਊਸ਼ਨ ਦੇ ਵਿੱਚ ਰੱਖਦੇ ਆ, 7 ਦਿਨ ਬਾਅਦ ਦੇ ਵਿੱਚ ਹੋਮ ਕੁਆਰੰਟਾਈਨ ਕਰਦੇ ਹੈਗੇ। ਕਈ ਵਾਰੀ ਉਹ ਕਦੇ ਆਪਾਂ ਉਸ ਨੂੰ ਗਲਤ ਜੱਜ ਕਰ ਜਾਂਦੇ ਹਾਂ ਕਿ ਆਪਾਂ ਘਰ ਰਹਿ ਰਹੇ ਹਾਂ ਤਾਂ ਸ਼ਾਇਦ ਹਫ਼ਤੇ ਲਈ ਹੀ ਰਹਿਣਾ। ਉਹ ਉਸ ਕੇਸ ਦੇ ਵਿੱਚ ਹੁੰਦਾ ਜੇ 10 ਦਿਨ ਬੰਦਾ ਇੰਸਟੀਟਿਊਸ਼ਨ ਦੇ ਵਿੱਚ ਰਹਿ ਕੇ ਆਉਂਦਾ ਜਿਵੇਂ IHM ਜਾਂ ਕਿਤੇ ਹੋਰ, ਉੱਥੇ ਜਦੋਂ ਏਸਿਮਟੋਮੈਟਿਕ ਦੇ ਲਈ ਇਦਾਂ ਦਾ ਹੈਗਾ ਕਿ 10 ਦਿਨ ਉੱਥੇ ਰਹਿਣ ਫਿਰ ਹਫ਼ਤੇ ਦੇ ਲਈ ਘਰ ਰਹਿਣ। ਪਰ ਜਿਹੜਾ ਕੋਈ ਸ਼ੁਰੂ ਤੋਂ ਹੀ ਘਰ ਰਹਿ ਰਿਹਾ ਤਾਂ ਉਹ 17 ਦੇ 17 ਦਿਨ ਹੀ ਘਰ ਰਹੇਗਾ। ਡਾਕਟਰ ਸਾਹਿਬ ਇਦਾਂ ਹੀ ਹੈ ਨਾ? ਬਿਲਕੁਲ ਸਰ ਬਿਲਕੁਲ। ਹਾਂ ਤਾਂ ਮੇ ਵੀ ਇਹ ਕਨਫਿਊਜ਼ਨ ਉਸ ਕਰਕੇ ਹੋ ਗਈ ਹੋਏਗੀ ਕਿ ਉਸ ਕੇਸ ਦੇ ਵਿੱਚ ਜਿੱਥੇ ਤੁਸੀਂ 10 ਦਿਨ ਇੰਸਟੀਟਿਊਸ਼ਨ 'ਚ ਲਗਾ ਕੇ ਆਉਂਦੇ ਹੋ ਫਿਰ ਤੁਸੀਂ 7 ਦਿਨ ਘਰ ਰਹਿਣਾ, ਅਦਰਵਾਈਜ਼ ਹਰ ਇੱਕ ਪੋਜ਼ਿਟਿਵ ਪੇਸ਼ੈਂਟ ਜਿਵੇਂ ਇਹਨਾਂ ਦੀ ਡੇਟ ਆਫ ਸੈਂਪਲਿੰਗ ਹੈ 17 ਤਰੀਕ 19 ਨੂੰ ਪੋਜ਼ਿਟਿਵ ਆਏ ਹੈ। ਜੇ ਆਪਾਂ ਲਗਾਈਏ ਕਿ 10 ਦਿਨ ਇਹਨਾਂ ਦੇ ਇੰਸਟੀਟਿਊਸ਼ਨ ਆਈਸੋਲੇਸ਼ਨ ਹੋਇਆ ਤਾਂ 10 ਦਿਨ ਤਾਂ ਇਹਨਾਂ ਦੇ ਪੂਰੇ ਨਹੀਂ ਹੋਏ ਹਜੇ, ਉਹ ਵੀ ਜੇ ਆਪਾਂ ਲਗਾਈਏ ਉਹ ਵੀ 27 ਤਰੀਕ ਨੂੰ ਪੂਰੇ ਹੋਣਗੇ। ਬਿਲਕੁਲ ਜੀ, ਤਾਂ ਇਹਨਾਂ ਨੇ 17 ਤਰੀਕ ਪਲੱਸ ਜੇ 17 ਤਰੀਕ ਨੂੰ ਹੋਇਆ ਤਾਂ 17 ਤਰੀਕ ਤੋਂ ਤੁਸੀਂ 17 ਦਿਨ ਹੋਰ ਕਾਊਂਟ ਕਰ ਲਓ, ਉਦੋਂ ਤੱਕ ਤੁਸੀਂ ਘਰ ਹੀ ਰਹਿਣਾ। ਤੁਸੀਂ 2 ਸਤੰਬਰ ਤੱਕ ਹੋਮ ਆਈਸੋਲੇਟਡ ਰਹਿਣਾ ਜੀ। ਬਿਲਕੁਲ। ਸੈਕਿੰਡ ਜਿਹੜਾ ਤੁਸੀਂ ਕਹਿ ਰਹੇ ਸੀ ਤੁਹਾਡਾ ਸ਼ਾਮ ਨੂੰ ਹੈਡੇਕ ਹੋਣ ਲੱਗ ਜਾਂਦਾ ਹੈ, ਚਾਂਸਸ ਉਹੀ ਹੁੰਦੇ ਆ ਕਿ ਆਪਾਂ ਐਂਜ਼ਾਈਟੀ ਚ ਹੁੰਦੇ ਆ, ਬੱਚਿਆਂ ਬਾਰੇ ਸੋਚਦੇ ਆ, ਘਰ ਦੇ ਵੱਡਿਆਂ ਬਾਰੇ ਸੋਚਦੇ ਆ, ਮਨ ਦੀ ਸ਼ਾਂਤੀ ਨਹੀਂ ਹੁੰਦੀ, ਸਾਰਾ ਦਿਨ ਸੋਚ ਕੇ ਰਿਲੈਕਸ ਨਹੀਂ ਹੋ ਪਾਉਂਦੇ, ਹੈਡੇਕ ਹੋਣ ਲੱਗ ਜਾਂਦਾ। ਬਟ ਜੇ ਤੁਹਾਨੂੰ ਸੀਵੀਅਰ ਹੈਡੇਕ ਹੋ ਰਿਹਾ ਤੁਸੀਂ ਨਾਰਮਲੀ ਜੋ ਵੀ ਆਪਣੇ ਪੇਨ ਕਿਲਰਸ ਹੈ ਪੈਰਾਸੀਟਾਮੋਲ ਵਗੈਰਾ ਲੈ ਕੇ ਉਸਨੂੰ ਟੈਕਲ ਕਰ ਸਕਦੇ ਹੋ। ਬਟ ਜੋ ਪਰਸਿਸਟੈਂਟਲੀ ਤੁਹਾਡਾ ਵਾਰੀ ਹੈਡੇਕ ਚੱਲਦਾ ਤਾਂ ਇਟ ਨੀਡਸ ਟੂ ਬੀ ਚੈੱਕਡ ਵੀ ਕਿਉਂ ਹੋ ਰਿਹਾ ਤੇ ਅਪਰੋਪਰੀਏਟ ਟ੍ਰੀਟਮੈਂਟ ਸ਼ੁਰੂ ਹੋਣੀ ਚਾਹੀਦੀ ਹੈ। ਬਿਲਕੁਲ ਜੀ। ਇਸ ਤੋਂ ਬਾਅਦ ਕਿਸੇ ਇੱਕ ਆਪਾਂ ਛੋਟੀ ਜਿਹੀ ਕਲਿੱਪ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ 5 ਮਿੰਟਸ ਦੀ ਜਿਹੜੀ ਰਿਗਾਰਡਿੰਗ ਪ੍ਰਾਣਾਯਾਮ, ਜਿਵੇਂ ਦੁਬਾਰਾ ਉਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਰਿਗਾਰਡਿੰਗ ਆਪਣਾ ਜਿਹੜਾ ਹੈਗਾ ਆਪਣੀ ਐਂਜ਼ਾਈਟੀ ਲੈਵਲ ਬਹੁਤ ਜ਼ਿਆਦਾ ਹੈਗਾ, ਤਾਂ ਇੱਕ ਪ੍ਰਾਣਾਯਾਮ ਕੁਝ ਹੁੰਦੇ ਨੇ ਜਿਹੜੀਆਂ ਬਰੀਥਿੰਗ ਐਕਸਰਸਾਈਜ਼ਸ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਆਪਣਾ ਸਾਹ ਦੀਆਂ ਐਕਸਰਸਾਈਜ਼ਸ ਹੁੰਦੀਆਂ ਜਿਹੜੀਆਂ ਤੁਸੀਂ ਈਜ਼ੀਲੀ ਘਰ ਬੈਠ ਕੇ ਕਰ ਸਕਦੇ ਹੋ, ਜਿਹਦੇ ਨਾਲ ਤੁਹਾਨੂੰ ਲੰਗਸ ਨੂੰ ਵੀ ਥੋੜੀ ਐਕਸਰਸਾਈਜ਼ ਹੁੰਦੀ ਰਹੇਗੀ ਤੇ ਪਲੱਸ ਤੁਹਾਡੇ ਮਾਈਂਡ ਨੂੰ ਵੀ ਰਿਲੈਕਸੇਸ਼ਨ ਮਿਲੇਗੀ। ਮੈਂ 5 ਮਿੰਟ ਦੀ ਇੱਕ ਕਲਿੱਪ ਹੈ ਉਹ ਮੈਨੂੰ ਅੱਛੀ ਲੱਗੀ ਤੇ ਸਿੰਪਲ ਜਿਹੀਆਂ ਐਕਸਰਸਾਈਜ਼ਸ ਨੇ ਉਸ ਦੇ ਵਿੱਚ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਉਹ ਤੁਸੀਂ ਕਾਈਂਡਲੀ ਧਿਆਨ ਨਾਲ ਦੇਖਿਓ ਤੇ ਜਿਹੜੇ ਕੋਈ ਡਾਊਟਸ ਹੋਣਗੇ ਉਹ ਵੀ ਆਪਾਂ ਉਸ ਦੇ ਰਿਗਾਰਡਿੰਗ ਲੈ ਲਾਂਗੇ ਕਿ ਕਿਵੇਂ ਤੁਸੀਂ ਕਰ ਸਕਦੇ। ਮੈਂ ਇੱਕ ਸਕਰੀਨ ਸ਼ੇਅਰ ਕਰਨ ਲੱਗਿਆ ਹੈਗਾ, उस दे विच काइंडली तुसी है कि आप घर में रह करके और अपना उपचार कीजिए। हाँ जी, यदि आपको बहुत कोई कुछ कह रहा सी जी? जो लोग कोरोना से संक्रमित हो चुके हैं उनके लिए मैं 5 उपाय बता रहा हूं।
हाँ जी सॉरी मैंने लगता आवाज पहला आवाज आ रही है जी क्लियर हुण डॉक्टर साहब आवाज आ रही थी सर हुण आनी शुरू हो गई पहला नहीं आ रही सी। अच्छा मैं हुण दोबारा तो शुरू करदा फिर आई थिंक पहला कोई दिक्कत थी। तो ज्यादातर लोगों को कहा गया है कि आप घर में रह करके और अपना उपचार कीजिए। यदि आपको बहुत ज्यादा रेस्पिरेटरी सिस्टम की प्रॉब्लम होती है, सांस लेने में दिक्कत होती है, आपकी हार्ट की कोई प्रॉब्लम होती है, आपको ब्लड प्रेशर बहुत अप डाउन होता है, शुगर बहुत अप डाउन होती है, आपको डायरिया बहुत भयंकर हो गया, मानी सिम्टम्स बहुत ज्यादा आ गए, तो आप हॉस्पिटल का रुख करें। तो घर पर बैठे बैठे क्या करें? तो सबसे पहले घर पर बैठे हुए जिनको कोरोना हो चुका है वो लोग भी 5 प्राणायाम करें, जिसको भस्त्रिका कहते हैं। माने जो लोग कोरोना से संक्रमित हो चुके हैं उनके लिए मैं 5 उपाय बता रहा हूं। पहले प्राणायाम के 5 उपाय, फिर 5 मिनट का सूर्य नमस्कार, 5-7 उनके लिए आसन, फिर खान पान और कुछ सावधानियां। तो कोरोना से आप घर बैठे लड़ सकेंगे और जीत सकेंगे। खास बात ये बताना चाहता हूं मैं साथ साथ, पूरी दुनिया में अभी तक किसी बच्चे की और किसी जवान की, किसी ताकतवर इंसान की कोरोना से मौत नहीं हुई है, क्योंकि वो उससे लड़ सके और जीत सके। जिनकी उम्र ज्यादा थी, जिनकी इम्यूनिटी लो थी, जिनको क्रोनिक प्रॉब्लम थी, वो इसके शिकार हुए, बीमार हुए और मरे हैं। तो आप घर पे बैठे हुए ये 5 प्राणायाम करें। ऐसे धीरे धीरे करना होगा। फिर यंगस्टर्स की बारी आएगी, हम तेजी से कराएंगे। तो भस्त्रिका प्राणायाम से अपनी लंग की इम्यूनिटी को बढ़ाएं। मैं एक खास बात इंडिया टीवी के माध्यम से देशवासियों से कहना चाहता हूं कि करोड़ों लोग जाकर के हॉस्पिटलों में तो अपनी इम्यूनिटी चेक नहीं करवा सकते, उनका रेस्पिरेटरी सिस्टम कैसा है ये चेक नहीं करवा सकते। तो इसके लिए क्या करें? मैं उस उपाय को बताऊंगा तो आपको शायद 2 मिनट प्रतीक्षा करनी पड़ेगी, लेकिन मैं आपको बता देता हूं। मैं करीब 2.5 मिनट ऐसे अपने श्वासों को रोक करके रखता हूं। श्वास को भर लिया ऐसे और ऐसे रोक लिया। मैं ऐसे 2.5 मिनट तक रोक लेता हूं श्वास को। जिनको कोरोना है वो 20-30 सेकंड भी रोकना उनके लिए मुश्किल होगा। तो उनको कैसे पता लगेगा कि उनको कोरोना ठीक हो रहा है? तो जब आपका आधा मिनट और 1 मिनट रुकने लग जाए तब समझ लेना आप स्वस्थ हैं। और यदि आपका 1.5-2 मिनट आपके रोकने की आप में अंदर ताकत है तो कोरोना का बाप भी आपका कुछ नहीं बिगाड़ सकता। एक बहुत बड़ी बात आपको कह रहा हूं। और इसके पीछे क्योंकि पीएफटी परमानेंट फंक्शन टेस्ट करने की जो साइंटिफिक तरीके होते हैं उसमें क्या करते हैं, एक नली में फूंक मरवाते हैं ऐसे और फिर ऐसे छुड़वाते। अब आप ये तो मशीन में टेस्ट कर सकते। तो मैंने आपको एक आत्मनिरीक्षण का तरीका भी बता दिया कि आपकी इम्यूनिटी कितनी आई। तो मैं बातें मुझे बतानी है। और जवानों से लेकर के बुजुर्गों से लेकर के क्रोनिक डिजीज और खान पान बहुत कुछ इसमें आज हमें समावेश करना है। तो मैं कह रहा हूं जो है कोरोना से जो संक्रमित है उनके लिए सबसे पहले 5 प्राणायाम भस्त्रिका से अपनी लंग की कैपेसिटी को बढ़ाएं। लंग जितना फूलेगा सिकुड़ेगा। कोरोना से पीड़ित होने पर लंग की सिकुड़ने और फैलने की जो प्रक्रिया है वो कमजोर पड़ जाती है। तो ये एक पहला प्राणायाम। जिससे जितना बन पाए वैसे कर लें। एक दूसरा, इंटरनल ऑर्गन्स यदि आपके स्ट्रांग है तो आप लड़ सकेंगे। इंटरनल ऑर्गन्स में लंग है, हार्ट है, थायराइड है, पैराथायराइड है, स्टोमक है, लिवर है, स्प्लीन है, इंटेस्टाइन है, पेनक्रियाज है, यूट्रस है, ओवरी है, प्रोस्टेट है। तो इंटरनल ऑर्गन्स को स्ट्रांग बनाने के लिए कपालभाति। इसको 5 से 10 मिनट करें, धीरे धीरे टाइमिंग बढ़ाते जाएं। फिर पूरे रिप्रोडक्टिव, ऑक्सीक्यूटिव, डाइजेस्टिव, स्केलेटल, सर्कुलेटरी, रेस्पिरेटरी, नर्वस सिस्टम, सिंपैथेटिक, पैरासिम्पैथेटिक सिस्टम, ऑटो इम्यून सिस्टम, वॉलंटरी सिस्टम, 99% तो ऑटो इम्यून सिस्टम पर बॉडी चलती है और उसके बढ़ने से इम्यूनिटी बढ़ती है। तो उसके लिए अनुलोम विलोम जरूरी है, ऑल्टरनेटिव ब्रीदिंग, पूरे सिस्टम को एनर्जाइज करने के लिए। जो इम्यूनिटी शब्द बोला जाता है, मैं सारे देशवासियों का इस पर ध्यान दिलाना चाहता हूं। इम्यूनिटी कोई एक खास चीज नहीं है, एक एक सेल जीन्स क्रोमोसोम
क्रोमोसोम्स, उनसे बनने वाले टिश्यू, उनसे बनने वाले ऑर्गन, पूरे सिस्टम की जो अंदरूनी ताकत है, माने तन की शक्ति, मन की शक्ति, प्राण की शक्ति, आत्मा की शक्ति, इन 4 शक्तियों का समन्वित जो विकास है वो इम्यूनिटी है। तो ये अनुलोम विलोम से आपकी इम्यूनिटी बढ़ती है। फिर भ्रामरी उद्गीत से आप डिस्ट्रेस होते हैं। डिस्ट्रेस होना भी उतना ही जरूरी है जितना डिसइंफेक्शन के लिए अलग अलग तरह के उपाय अपनाए जाते हैं। तो ये भ्रामरी 5-7 बार ऐसे करना। फिर उद्गीत ध्यान मुद्रा में बैठ के तो ये 5 प्राणायाम जो संक्रमित लोग होंगे। फिर 5 जड़ी बूटियां, ये गिलोय, ये छोटी सी डंडी है लेकिन ये कोरोना को भगाती है, तो ये गिलोय, इसका तो सब इस्तेमाल करें। गिलोय लगभग ये पूरे दिन भर के लिए एक रोगी के लिए इतना पर्याप्त है। तो ये इतनी सी गिलोय और इसमें 11 से 21 तुलसी के। आई थिंक ਇਹ ਕੁਝ ਪ੍ਰਾਣਾਯਾਮ ਸੀ ਜਿਹੜੇ ਕਿ ਆਪਾਂ ਇਧਰੋਂ ਦੇਖੇ ਹੈਗੇ। ਹਾਂਜੀ, ਲਾਈਕ ਬੇਸਿਕਲੀ 5 ਪ੍ਰਾਣਾਯਾਮ ਜਿਹੜੇ ਸੀ ਆਪਾਂ ਇਹ ਕਰਾਂਗੇ ਵੀ। ਅਦਰਵਾਈਜ਼ ਜਿਹੜੇ ਇੱਕ ਅਨੁਲੋਮ ਵਿਲੋਮ ਹੈ, ਕਪਾਲਭਾਤੀ ਹੈ ਜਾਂ ਜਿੱਦਾਂ ਤੁਸੀਂ ਦੇਖਿਆ ਭ੍ਰਾਮਰੀ ਹੈ, ਤਾਂ ਇਸ ਦੇ ਵਿੱਚ ਬੇਸਿਕਲੀ ਕੀ ਹੈ ਕਿ ਡੀ-ਸਟ੍ਰੈਸ ਵੀ ਕਰਦੇ ਆ ਤੁਹਾਨੂੰ, ਤੇ ਤੁਸੀਂ ਇਸ ਦੇ ਵਿੱਚ ਜਿਹੜਾ ਹੈ ਅਦਰਵਾਈਜ਼ ਵੀ ਥੋੜੀ ਬਰੀਥਿੰਗ ਐਕਸਰਸਾਈਜ਼ ਵੀ ਹੋ ਜਾਂਦੀ ਹੈ। ਅਦਰਵਾਈਜ਼ ਕੋਈ ਬਹੁਤਾ ਜ਼ਿਆਦਾ ਆਈ ਥਿੰਕ ਉਹ ਜਿਹੜਾ ਹੈ ਤੁਸੀਂ ਅਦਰਵਾਈਜ਼ ਬਾਕੀ ਸਾਰਾ ਕੁਝ ਜਿਹੜਾ ਮੈਡੀਕਲੀ ਐਡਵਾਈਜ਼ਡ ਹੈ ਉਦਾਂ ਹੀ ਫੋਲੋ ਕਰਨਾ ਹੈ। ਬਹੁਤਾ ਜ਼ਿਆਦਾ ਕੁਝ ਇਹ ਵੀ ਮੈਂ ਤੁਹਾਨੂੰ ਅਲਰਟ ਕਰਨਾ ਚਾਹੂੰਗਾ ਕਿ WhatsApp ਦੇ ਉੱਤੇ ਬੜੇ ਤਰ੍ਹਾਂ ਦੇ ਅਲੱਗ-ਅਲੱਗ ਕੁਝ ਇਦਾਂ ਦੇ ਟੈਸਟ ਨੇ ਕਿ ਤੁਸੀਂ ਖੁਦ ਕਰਕੇ ਦੇਖ ਲਓ ਠੀਕ ਹੋ ਨਹੀਂ ਠੀਕ ਹੋ, ਜਾਂ ਕਰੋਨਾ ਹੈ ਜਾਂ ਨਹੀਂ ਹੈ। ਉਦਾਂ ਦੀਆਂ ਚੀਜ਼ਾਂ ਤੋਂ ਅਲਰਟ ਵੀ ਰਹਿਣਾ ਹੈ ਆਪਾਂ। ਇਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਆਯੁਰਵੈਦਿਕ ਚੀਜ਼ਾਂ ਵੀ ਅੱਛੀਆਂ ਨੇ, ਬਟ ਐਵੇਂ ਨਹੀਂ ਹੋਣਾ ਚਾਹੀਦਾ ਕਿ ਆਪਾਂ ਜਿਹੜੀਆਂ ਵੀ ਗਾਈਡਲਾਈਨਸ ਨੇ ਜਿਹੜੀਆਂ ਤੁਹਾਨੂੰ ਆਪਾਂ ਸ਼ੇਅਰ ਕਰ ਰਹੇ ਹਾਂ ਕਿ 17 ਡੇਜ਼ ਦਾ ਕੁਆਰੰਟਾਈਨ ਹਰ ਹਾਲਤ ਦੇ ਵਿੱਚ ਤੁਸੀਂ ਪੂਰਾ ਕਰਨਾ ਹੀ ਕਰਨਾ ਹੈ, ਚਾਹੇ ਦੀ ਤੁਹਾਡੀ ਕਿੰਨੀ ਵੀ ਤੁਹਾਨੂੰ ਖੁਦ ਨੂੰ ਲੱਗ ਰਿਹਾ ਹੋਵੇ ਕਿ ਚਾਹੇ ਤੁਹਾਨੂੰ ਕਿੰਨਾ ਵੀ ਲੱਗ ਰਿਹਾ ਕਿ ਤੁਹਾਡੀ ਜਿਹੜਾ ਹੈਗਾ ਲੈਵਲ ਤੁਹਾਡੀ ਹੈਲਥ ਹੈ ਜਿਹੜੀ ਬਹੁਤ ਅੱਛੀ ਹੈ, ਬਟ ਸਟਿਲ ਤੁਸੀਂ ਜਿਹੜਾ 17 ਡੇਜ਼ ਦਾ ਕੁਆਰੰਟਾਈਨ WHO ਨੇ ਰਿਕਮੈਂਡ ਕੀਤਾ ਹੋਇਆ, ਬੜਾ ਜ਼ਿਆਦਾ ਰਿਸਰਚ ਤੋਂ ਬਾਅਦ ਰਿਕਮੈਂਡ ਕੀਤਾ ਹੋਇਆ, ਉਹ ਤੁਸੀਂ ਸਾਰਾ ਕੁਝ ਉਵੇਂ ਹੀ ਰੱਖਣਾ ਹੈ। ਜਿਹੜੀਆਂ ਤੁਹਾਨੂੰ ਮੈਡੀਸਿਨ ਦਿੱਤੀਆਂ ਗਈਆਂ ਨੇ, ਜ਼ਿੰਕ ਹੈ, ਵਿਟਾਮਿਨ ਸੀ ਹੈ, ਜਾਂ ਡਾਕਟਰ ਸਾਹਿਬ ਨੇ ਜਿੱਦਾਂ ਹੋਰ ਵੀ ਦੱਸ ਰਹੇ ਨੇ, ਉਹ ਸਾਰੀਆਂ ਮੈਡੀਸਿਨਸ, ਪੈਰਾਸੀਟਾਮੋਲ ਜਿਹੜੀ ਵੀ ਤੁਸੀਂ ਬੁਖਾਰ ਲਈ ਲੈ ਰਹੇ ਹੋ, ਉਹ ਚੀਜ਼ਾਂ ਤਾਂ ਕਰਨੀਆਂ ਹੀ ਕਰਨੀਆਂ। ਬਟ ਡੀ ਸਟ੍ਰੈਸਿੰਗ ਦੇ ਲਈ ਐਡੀਸ਼ਨਲੀ ਤੁਸੀਂ ਜਿਹੜੀਆਂ ਬਰੀਥਿੰਗ ਐਕਸਰਸਾਈਜ਼ਸ, ਜਿਹੜੀਆਂ ਆਪਾਂ 5 ਐਕਸਰਸਾਈਜ਼ਸ ਮੇਨਲੀ ਦੇਖੀਆਂ ਹੈਗੀਆਂ, ਉਹ ਬੜੀਆਂ ਸਿੰਪਲ ਜਿਹੀਆਂ ਐਕਸਰਸਾਈਜ਼ਸ ਹੈਗੀਆਂ, ਰੂਟੀਨ ਦੇ ਵਿੱਚ ਆਈ ਥਿੰਕ ਕਾਫੀ ਕਰ ਵੀ ਰਹੇ ਹੋਣਗੇ, ਬਟ ਉਹ ਉਦਾਂ ਦੀਆਂ ਤੁਸੀਂ ਐਕਸਰਸਾਈਜ਼ਸ ਕਰਦੇ ਰਹੋ। ਇਸ ਤੋਂ ਇਲਾਵਾ ਡਾਕਟਰ ਸਾਹਿਬ ਤੁਸੀਂ ਕੁਝ ਐਡ ਕਰਨਾ ਹੋਏਗਾ? ਡਾਕਟਰ ਮਨੀਸ਼ ਇਸ ਦੇ ਰਿਗਾਰਡਿੰਗ। ਹੈਲੋ ਜੀ ਜੀ ਸਰ, ਵੈਸੇ ਤਾਂ ਤੁਸੀਂ ਸਾਰਾ ਕੁਝ ਬਹੁਤ ਚੰਗੀ ਤਰ੍ਹਾਂ ਸਮ ਅਪ ਕਰਤਾ ਹੈ, ਬਟ ਇਸ਼ੂ ਸਰ ਮੈਂ ਦੁਬਾਰਾ ਫੇਰ ਉਹੀ ਰਿਪੀਟ ਕਰਾਂਗਾ। ਸਾਰਾ ਇਸ਼ੂ ਕਰੋਨਾ ਦਾ ਆਪਣੀ ਇਮਿਊਨਿਟੀ ਨੂੰ ਬਿਲਡ ਅਪ ਕਰਨਾ, ਆਪਣੇ ਹੈਲਥ ਸਟੇਟਸ ਨੂੰ ਮੇਨਟੇਨ ਕਰਨਾ, ਜਿੰਨੇ ਵੀ ਤੁਸੀਂ ਹੈਲਦੀ ਹੋ ਉਹਨਾਂ ਰਹਿਣਾ, ਉਹਨੂੰ ਡਿਟੇਰੀਏਟ ਨਾ ਹੋਣ ਦੇਣਾ, ਤੇ ਬਲਕਿ ਹੈਲਥ ਨੂੰ, ਆਪਦੇ ਸਟੇਟਸ ਨੂੰ ਹੋਰ ਵਧਾਉਣਾ, ਆਪਦੇ ਸਿੰਪਟਮਸ ਦੀ ਪ੍ਰੋਪਰ ਮੋਨੀਟਰਿੰਗ ਦਿਨ 'ਚ 3 ਵਾਰੀ, ਤੇ ਜਿਹਨੂੰ ਕਿ ਆਪਾਂ ਕਹਿੰਦੇ ਸਜਗ ਰਹਿਣਾ ਆਪਣੇ ਸਿੰਪਟਮਸ ਦੇ ਪ੍ਰਤੀ। ਸਿੰਪਟਮਸ ਜਾਂ ਕਹਿੰਦੇ ਜੋ ਵੀ ਆਪਣੇ ਪੈਰਾਮੀਟਰਸ ਨੇ, ਚਾਹੇ ਉਹ ਪਲਸ ਰੇਟ ਹੈ, ਚਾਹੇ ਆਕਸੀਜਨ ਸੈਚੂਰੇਸ਼ਨ ਰੇਟ ਹੈ, ਚਾਹੇ ਰੈਸਪੀਰੇਟਰੀ ਰੇਟ ਹੈ, ਉਹ ਇਕੱਲੇ ਦੇਖਣ ਨਾਲ ਇੰਨਾ ਮੈਟਰ ਨਹੀਂ ਕਰਦਾ, ਜਿੰਨਾ ਮੈਟਰ ਇਹ ਕਰਦਾ ਕਿ ਆਪਾਂ ਨੂੰ ਇਹ ਪਤਾ ਹੋਵੇ ਕਿ ਕਿਹੜੇ ਲੈਵਲ ਤੇ ਜਾ ਕੇ ਇੱਕ ਇਹ ਚਿੰਤਾ ਦਾ ਵਿਸ਼ੇ ਹੈ ਤੇ ਆਪਾਂ ਕਦੋਂ ਜਾ ਕੇ ਹਸਪੀਟਲ ਦੇ ਵਿੱਚ ਕੰਸਰਨ ਡਾਕਟਰ ਕੋਲੇ ਰਿਪੋਰਟ ਕਰਨਾ। ਮੈਂ ਫੇਰ ਰਿਪੀਟ ਕਰ ਰਿਹਾ, 94 ਤੋਂ ਥੱਲੇ ਆਕਸੀਜਨ ਸੈਚੂਰੇਸ਼ਨ ਲੈਵਲ ਤੁਹਾਡੀ ਜਾਂਦੀ ਹੈ। ਰੈਸਪੀਰੇਟਰੀ ਰੇਟ ਮਤਲਬ ਕਿ 1 ਮਿੰਟ ਦੇ ਵਿੱਚ ਤੁਸੀਂ ਕਿੰਨੇ ਵਾਰੀ ਸਾਹ ਲੈ ਰਹੇ ਹੋ, ਜੋ 24 ਜਾਂ 24 ਤੋਂ ਉੱਤੇ ਜਾਂਦਾ। ਤੁਹਾਡਾ ਪਲਸ ਰੇਟ, ਦਿਲ ਦੀ ਧੜਕਣ ਜਿਹੜੀ ਹੈਗੀ, ਜਿਹੜੇ ਉਹ ਨਾਰਮਲ 72 ਹੁੰਦੀ ਹੈ, 1 ਮਿੰਟ ਦੇ ਵਿੱਚ 100 ਤੋਂ ਉੱਪਰ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਕੰਸਰਨ ਦੀ ਗੱਲ ਹੈ, ਤੇ ਨਾਲ ਦੀ ਨਾਲ ਆਪਾਂ ਨੂੰ ਹਸਪੀਟਲ ਨੂੰ ਰਿਪੋਰਟ ਕਰਨਾ ਚਾਹੀਦਾ। ਹਾਈ ਗ੍ਰੇਡ ਫੀਵਰ ਆ ਰਿਹਾ, ਪੇਸ਼ੈਂਟ ਨੂੰ ਆਪਾਂ ਕਹਿ ਰਹੇ ਹਾਂ ਸੁਸਤੀ ਹੈ, ਅਲਰਟ ਪ੍ਰੋਪਰ ਨਹੀਂ ਹੈ। ਅਲਰਟ ਦਾ ਆਪਾਂ ਕਹਿ ਰਹੇ ਹਾਂ ਕਿ ਉਠਾ ਰਹੇ ਹਾਂ, ਉੱਠ ਕੇ ਬੈਠ ਜਾਂਦਾ ਹੈ,
ਪ੍ਰੋਪਰ ਦੇਖਣ ਵਾਲਾ ਜਿਹੜਾ ਕੇਅਰ ਟੇਕਰ ਹੈ ਬੰਦਾ, ਉਹਨੂੰ ਲੱਗ ਰਿਹਾ ਹੈ ਕਿ ਇਹ ਆਪਣੇ ਪੂਰੇ ਹੋਸ਼ੋ ਹਵਾਸ ਦੇ ਵਿੱਚ ਓਰੀਐਂਟਡ ਨਹੀਂ ਹੈ ਵੀ ਉਹ ਕਿੱਥੇ ਬੈਠਾ ਕੀ ਕਰ ਰਿਹਾ। ਇਹ ਸਾਰੀਆਂ ਚੀਜ਼ਾਂ ਕੰਸਰਨ ਵਾਲੀਆਂ ਗੱਲਾਂ ਨੇ, ਇਹਨਾਂ ਚੀਜ਼ਾਂ ਤੇ ਧਿਆਨ ਦੇਣਾ। ਇਹ ਜੇ ਆਉਂਦੀਆਂ ਕਿਸੇ ਨੂੰ ਵੀ ਤਾਂ ਆਪਾਂ ਨਾਲ ਦੀ ਨਾਲ ਹਸਪੀਟਲ ਦੇ ਰਿਪੋਰਟ ਕਰਨਾ, ਤਾਂ ਕਿ ਆਪਣੇ ਟਾਈਮ ਸਿਰ ਟ੍ਰੀਟਮੈਂਟ ਸ਼ੁਰੂ ਹੋ ਚੁੱਕੇ। ਬਹੁਤ ਕੇਸਿਸ ਦੇ ਵਿੱਚ ਜਿਹਦੇ ਵਿੱਚ ਮੋਰਟੈਲਿਟੀ ਹੁੰਦੀ ਹੈ ਜਾਂ ਸੀਵੀਅਰ ਕੈਟੇਗਰੀ 'ਚ ਪੇਸ਼ੈਂਟ ਪਹੁੰਚ ਜਾਂਦਾ ਹੈ, ਉਹਦਾ ਕਾਰਨ ਹੀ ਇਹ ਹੁੰਦਾ ਕਿ ਟਾਈਮ ਸਿਰ ਅਪਰੋਪਰੀਏਟ ਟ੍ਰੀਟਮੈਂਟ ਨਹੀਂ ਸ਼ੁਰੂ ਹੁੰਦੀ, ਸਿੰਪਟਮਸ ਜਾਂ ਪੈਰਾਮੀਟਰਸ ਇਗਨੋਰ ਹੋ ਜਾਂਦੇ ਨੇ, ਜਾਂ ਉਹਨਾਂ ਬਾਰੇ ਪ੍ਰੋਪਰ ਨੌਲੇਜ ਨਹੀਂ ਹੁੰਦੀ ਕਿ ਕਿਹੜੇ ਸਿੰਪਟਮਸ ਨੂੰ, ਕਿਹੜੇ ਪੈਰਾਮੀਟਰ ਨੂੰ, ਕਿਹੜੀ ਕੱਟ ਆਫ ਤੇ ਆਪਾਂ ਇੱਕ ਕੰਸਰਨ ਦਾ ਲੈਵਲ ਮੰਨ ਕੇ ਐਕਸ਼ਨ ਲੈਣਾ। ਆਪਾਂ ਜੇ ਸਾਰਾ ਕੁਝ ਕਰਦੇ ਰਹਿੰਦੇ ਆ, ਹੈਲਦੀ ਫੂਡ ਲੈ ਰਹੇ ਆ, ਠੰਡੀਆਂ ਚੀਜ਼ਾਂ ਅਵੋਇਡ ਕਰਦੇ ਆ, ਮੌਸਮੀ ਫਲ, ਮੌਸਮੀ ਸਬਜ਼ੀਆਂ, ਮਾਈਂਡ ਨੂੰ ਰਿਲੈਕਸ ਰੱਖਣਾ, ਬੀਟ ਮੈਡੀਟੇਸ਼ਨ ਨਾਲ। ਕਿਸੇ ਬੰਦੇ ਨੂੰ ਐਕਸਰਸਾਈਜ਼ ਠੀਕ ਲੱਗਦੀ ਹੈ, ਉਹ ਘਰੇ ਆਪਣਾ ਆਰਾਮ ਨਾਲ ਆਪਦੇ ਰੂਮ ਦੇ ਥੋੜੀ ਮੋਟੀ ਐਕਸਰਸਾਈਜ਼ ਕਰ ਸਕਦਾ, ਹਲਕੀ ਫੁਲਕੀ ਆਪਣੇ ਰੂਮ ਦੇ ਵਿੱਚ, ਜਾਂ ਤੁਹਾਡੀ ਜੇ ਬੈਲਕਨੀ ਹੈ ਤੁਹਾਡੇ ਰੂਮ ਦੇ ਨਾਲ ਅਟੈਚਡ, ਉੱਥੇ ਤੁਸੀਂ 5 ਮਿੰਟ 20 ਮਿੰਟ ਸੈਰ ਕਰ ਸਕਦੇ ਹੋ, ਜਿੰਨੀ ਤੁਹਾਡੀ ਬੋਡੀ ਅਲਾਉ ਕਰਦੀ ਹੈ। ਬੋਡੀ ਨਾਲ ਕਿਸੇ ਵੀ ਹਾਲਾਤ 'ਚ ਕੋਈ ਧੱਕਾ ਨਹੀਂ ਕਰਨਾ ਕਿ ਮੈਂ ਅੱਜ ਹੀ ਇਹਨੂੰ ਇੰਨਾ ਪੂਰਾ ਕਰ ਲੂੰਗਾ। ਇਹ ਸਾਰੀਆਂ ਚੀਜ਼ਾਂ ਤੁਹਾਡੀ ਇਮਿਊਨਿਟੀ ਤੇ ਹੈਲਥ ਬਿਲਡ ਅਪ ਕਰਨ 'ਚ ਹੈਲਪ ਕਰਨੀਆਂ, ਐਂਡ ਯੂ ਵਿਲ ਬੀ ਫਾਈਨ ਜਾਂ ਹੈਲਦੀ ਜਾਂ ਫ੍ਰੀ ਆਫ ਕੋਵਿਡ ਵੈਰੀ ਸੂਨ। ਇਹੀ ਚੀਜ਼ ਕਹੂੰਗਾ ਮੈਂ। ਹਾਂਜੀ, ਥੈਂਕ ਯੂ ਡਾਕਟਰ ਸਾਹਿਬ। ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਹੈ, ਕਿਉਂਕਿ ਅਸੀਂ ਗਰੁੱਪਸ ਬਣਾਏ ਹੋਏ ਆ ਸਾਰੇ ਪੇਸ਼ੈਂਟਸ ਦੇ ਜਿਹੜੇ ਹੈਗੇ ਆ, ਜਿਹੜੀ ਰੀਡਿੰਗ ਹੈ ਮੇਬੀ ਉਹ ਪਲਸ ਆਕਸੀਮੀਟਰ ਕਈਆਂ ਕੋਲੇ ਬਹੁਤੀ ਅੱਛੀ ਕੁਆਲਿਟੀ ਦੇ, ਕਈ ਵਾਰੀ ਨਹੀਂ, ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ, ਤਾਂ ਉਹਦੇ ਕਰਕੇ ਕੁਝ ਰੀਡਿੰਗ ਬੜੀਆਂ ਫਲਕਚੁਏਟਿੰਗ ਰੀਡਿੰਗਸ ਆਉਂਦੀਆਂ ਹੈਗੀਆਂ। ਉਹਦੇ ਵਿੱਚ ਕਈ ਵਾਰੀ ਸੇਮ ਪੇਸ਼ੈਂਟ ਦੀ ਰੀਡਿੰਗ ਹੈ ਲੈਸ ਦੈਨ 90 ਦੇ ਕਰੀਬ ਵੀ ਚਲ ਜਾਂਦੀ ਹੈ, ਤੇ ਕਦੇ 97 ਵੀ ਆ ਜਾਂਦੀ ਹੈ, ਲਾਈਕ ਸੇਮ ਪੇਸ਼ੈਂਟ ਦੀ ਥੋੜੇ ਟਾਈਮ ਦੇ ਫਰਕ ਦੇ ਨਾਲ ਹੀ। ਤਾਂ ਥੋੜਾ ਜਿਹਾ ਉਹਦੇ ਰਿਗਾਰਡਿੰਗ ਵੀ ਗਾਈਡ ਕਰ ਦਿਓ ਕਿ ਜਿਹੜੀ ਆਪਾਂ ਅੱਪਰ ਵਾਲੀ ਰੀਡਿੰਗ ਹੈ, ਜੇ ਲਾਈਕ ਥੋੜੇ ਟਾਈਮ ਦੇ ਵਿੱਚ ਇੱਕ 90 ਵੀ ਆ ਗਈ ਹੈ ਤੇ ਇੱਕ 97 ਵੀ ਆ ਗਈ ਹੈ, ਤਾਂ ਮਤਲਬ ਉਹ ਕੀ ਕੰਸਰਨ ਦਾ ਇਸ਼ੂ ਹੈ, ਜਾਂ ਆਪਾਂ 97 ਨੂੰ ਹੀ ਉਸ ਨੂੰ ਠੀਕ ਮੰਨਦੇ? ਸਰ, ਜੋ ਤੁਸੀਂ ਗੱਲ ਕਹੀ ਉਹ ਬਿਲਕੁਲ ਠੀਕ ਗੱਲ ਹੈ। ਪਲਸ ਆਕਸੀਮੀਟਰਸ ਦੀ ਕੁਆਲਿਟੀ ਕੀ, ਕਿਹੜਾ ਉਹਦਾ ਮੈਨੂਫੈਕਚਰਰ ਹੈ, ਕਿਸ ਟਾਈਪ ਦੀ ਕੁਆਲਿਟੀ ਆ ਰਹੀ ਹੈ, ਉਹ ਰੀਡਿੰਗਸ ਦੇ ਫਰਕ ਦੇ ਵਿੱਚ ਉਹ ਇੱਕ ਉਹਦਾ ਵੀ ਰੋਲ ਹੈ। ਸੈਕੰਡ ਰੋਲ ਹੈ ਕਿ ਆਪਾਂ ਜਿਹੜੀ ਵੀ ਫਿੰਗਰ ਤੇ ਪਲਸ ਆਕਸੀਮੀਟਰ ਯੂਜ਼ ਕਰਾਂਗੇ, ਚਾਂਸਸ ਹੈ ਕਿ ਹਰ ਇੱਕ ਫਿੰਗਰ ਤੇ ਰੀਡਿੰਗ ਡਿਫਰੈਂਟ ਆਏਗੀ। ਹੈਲੋ, ਹਾਂਜੀ ਹਾਂਜੀ ਆ ਰਹੀ ਹੈ ਡਾਕਟਰ ਸਾਹਿਬ ਆਵਾਜ਼? ਹਾਂ, ਰੀਡਿੰਗ ਹੋ ਸਕਦਾ ਡਿਫਰੈਂਟ ਆਏਗੀ। ਇੱਕ ਰਿਕਮੈਂਡਡ ਜੋ ਸਟੱਡੀਜ਼ ਹੈ, ਸਟੱਡੀਜ਼ ਰਿਕਮੈਂਡ ਇਹ ਕਰਦੀਆਂ ਕਿ ਆਪਣਾ ਜਿਹੜਾ ਸੱਜਾ ਹੱਥ ਹੁੰਦਾ, ਸੱਜੇ ਹੱਥ ਜੋ ਮਿਡਲ ਫਿੰਗਰ ਹੈ, ਰੀਡਿੰਗ ਇਸ ਫਿੰਗਰ ਤੇ ਲਿਖੀ ਜਾਵੇ, ਰਾਈਟ ਹੈਂਡ ਦੀ ਮਿਡਲ ਫਿੰਗਰ ਤੇ। ਸੈਕੰਡਲੀ ਚੀਜ਼, ਹੱਥ ਨੂੰ ਜੇ ਆਪਾਂ ਜਿਹੜੀ ਪਲਸ ਆਕਸੀਮੀਟਰ ਜਦੋਂ ਵੀ ਕਰਦੇ ਆ, ਰੀਡਿੰਗ ਦਾ ਆਪਾਂ ਸਿੱਧੇ ਪਈ ਪੋਜੀਸ਼ਨ 'ਚ ਰੀਡਿੰਗ ਲੈਂਦੇ ਆ ਜਾਂ ਸਿੱਧਾ ਬੈਠ ਕੇ ਰੀਡਿੰਗ ਲੈਂਦੇ ਆ, ਉਹ ਦੋਨੋਂ ਰੀਡਿੰਗਸ ਵੀ ਫਰਕ ਆਏਗਾ। ਤੁਸੀਂ ਜੇ ਪਏ ਹੋ, ਬੈਠੇ ਹੋ, ਜਿਸ ਵੀ ਪੋਜੀਸ਼ਨ ਦੇ ਵਿੱਚੋਂ, ਕੋਸ਼ਿਸ਼ ਕਰੋ ਕਿ ਹੱਥ ਨੂੰ ਸਟੇਬਲ ਰੱਖ ਕੇ ਕਿਸੇ ਸਮਤਲ ਸਰਫੇਸ ਤੇ ਰੱਖ ਕੇ, ਜਿਵੇਂ ਆਪਾਂ ਕਹਿੰਦੇ ਬੈੱਡ ਤੇ, ਟੇਬਲ ਤੇ ਰੱਖ ਕੇ ਆਕਸੀਮੀਟਰ ਨੂੰ ਯੂਜ਼ ਕਰੋ ਤੇ 30 ਸੈਕਿੰਡਸ ਵਾਸਤੇ ਰੀਡਿੰਗ ਲਓ, ਇਨ ਕੇਸ ਜੇ ਤੁਹਾਡੀ ਰੀਡਿੰਗਸ 'ਚ ਵੇਰੀਏਸ਼ਨ ਆ ਰਹੀ ਹੈ। ਸੈਕੰਡ ਗੱਲ ਇਹ ਹੈ ਕਿ ਲੈਟਸ ਸੇ ਕਿ ਆਪਣੀ ਆਕਸੀਜਨ ਸੈਚੂਰੇਸ਼ਨ ਫਾਲ ਕਰ ਗਈ, ਬਿਲੋ 94% ਫਾਲ ਕਰ ਗਈ, ਜਿਵੇਂ ਸਰ ਤੁਸੀਂ ਕਿਹਾ ਵੀ ਕਹਿੰਦਾ ਕਿਸੇ ਕਿਸੇ ਪੇਸ਼ੈਂਟ 'ਚ 90 ਆ ਜਾਂਦੀ ਹੈ, ਫਿਰ 97 ਆ ਜਾਂਦੀ ਹੈ। 90 ਤੋਂ ਬਾਅਦ ਜੇ ਪੇਸ਼ੈਂਟ ਦੀ 97 ਪਲਸ ਰੀਡਿੰਗ ਆ ਰਹੀ ਹੈ, ਆਕਸੀਜਨ ਸੈਚੂਰੇਸ਼ਨ ਆ ਰਹੀ ਹੈ, ਚਾਂਸਸ ਹੈ ਕਿ ਉਹ 90 ਵਾਲੀ ਰੀਡਿੰਗ ਬਿਲਕੁਲ ਗਲਤ ਸੀ, ਕਿਉਂਕਿ ਕਰੋਨਾ ਪੋਜ਼ਿਟਿਵ ਪੇਸ਼ੈਂਟ ਦੇ ਵਿੱਚ ਇਨ ਕੇਸ ਪਲਸ ਆਕਸੀਜਨ ਸੈਚੂਰੇਸ਼ਨ ਜੇ ਫਾਲ ਕਰ ਜੇ, ਲੈਟਸ ਸੇ 90 ਤੇ ਪਹੁੰਚ ਗਈ ਹੈ, ਬਹੁਤ ਘੱਟ ਚਾਂਸਸ ਹੈ ਕਿ ਉਹ ਆਪੇ ਹੀ ਇੰਪਰੂਵ ਹੋ ਜਾਊਗੀ, ਉਹਨੂੰ ਕੋਈ ਨਾ ਕੋਈ ਇੰਟਰਵੈਂਸ਼ਨ ਦੀ, ਕੋਈ ਟ੍ਰੀਟਮੈਂਟ ਦੀ ਜ਼ਰੂਰਤ ਪਏਗੀ। ਆਕਸੀਜਨ ਸੈਚੂਰੇਸ਼ਨ ਫਾਲ ਦਾ ਬੇਸਿਕ ਰੀਜ਼ਨ ਹੀ ਇਹ ਹੈ ਕਿ ਲੰਗਸ ਦੇ ਵਿੱਚ ਕੋਈ ਡੈਮੇਜ ਹੋਇਆ, ਪ੍ਰੋਪਰ ਆਕਸੀਜਨ ਬਲੱਡ 'ਚ ਨਹੀਂ ਜਾ ਰਹੀ ਹੈ, ਇਸ ਕਰਕੇ ਲੈਵਲ ਫਾਲ ਹੋਇਆ। ਉਹ ਇਹ ਨਹੀਂ ਹੋਏਗਾ ਕਿ ਆਪਾਂ ਹੁਣ ਸੈਚੂਰੇਸ਼ਨ ਮੈਜਰ ਕੀਤੀ ਤਾਂ ਇਸ ਟਾਈਮ ਆਪਣੀ 90 ਆ ਗਈ ਤੇ 5 ਮਿੰਟਾਂ ਨੂੰ ਕੀਤਾ ਤਾਂ 97 98 ਹੋ ਗਈ, ਇਹ ਨਹੀਂ ਹੋਊਗਾ। ਇਹਦਾ ਮਤਲਬ ਜਿਹੜੀ ਤੁਹਾਡੀ ਲੋਅਰ ਸਾਈਡ ਤੇ ਰੀਡਿੰਗ ਆਈ ਸੀ ਉਹ ਗਲਤ ਸੀ, ਉਸ ਚੀਜ਼ ਦਾ ਸਟ੍ਰੈਸ ਨਾਲ। ਰਾਈਟ ਹੈਂਡ ਦੀ ਮਿਡਲ ਫਿੰਗਰ ਤੇ ਲੋ, ਸਟੇਬਲ ਸਰਫੇਸ ਤੇ ਹੱਥ ਰੱਖੋ, ਉਹਨੂੰ ਰੀਡਿੰਗ ਨੂੰ 30 ਸੈਕਿੰਡਸ 40 ਸੈਕਿੰਡਸ 45 ਸੈਕਿੰਡਸ ਲਈ ਲਓ ਜੇ ਕੋਈ ਡਾਊਟ ਹੈ। ਬਿਲਕੁਲ ਡਾਕਟਰ ਸਾਹਿਬ, ਇਹ ਗੱਲ ਕਲੀਅਰ ਕਰਨੀ ਕਾਫੀ ਜ਼ਰੂਰੀ ਸੀ, ਕਿਉਂਕਿ ਕਾਫੀ ਲੋਕ ਜਿਹੜੇ ਹੈਗੇ ਐਪਰੀਹੈਂਸਿਵ ਹੋ ਜਾਂਦੇ ਆ ਜਦੋਂ ਇੱਕ ਵਾਰ ਵੀ ਰੀਡਿੰਗ ਜਿਹੜੀ ਹੈ 90 ਆ ਜਾਂਦੀ ਹੈਗੀ ਹੈ। ਤਾਂ ਇਸ ਲਈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰੇ ਲੋਕ ਜਿਹੜੇ ਹੈਗੇ ਆ, ਜੇ ਉਹਨਾਂ ਦੀ ਘਟ ਰਹੀ ਹੈ ਤਾਂ ਦੁਬਾਰਾ
ਜਿਹੜਾ ਲਗਾਤਾਰ ਕੰਟੀਨਿਊਸਲੀ ਉਸ ਨੂੰ ਲਗਾ ਕੇ ਰੱਖਣ ਤੇ ਦੇਖਣ ਕਿ ਉਹ ਵੱਧ ਰਹੀ ਹੈ। ਕਈ ਵਾਰੀ ਜਿਵੇਂ ਡਿਫਰੈਂਟ ਪੋਸਚਰ ਦੇ ਵਿੱਚ, ਡਿਫਰੈਂਟ ਫਿੰਗਰ ਦੇ ਵਿੱਚ ਵੀ ਰੀਡਿੰਗ ਅਲੱਗ-ਅਲੱਗ ਆ ਜਾਂਦੀ ਹੈ, ਬਟ ਜਿਹੜੀ ਵੀ ਤੁਸੀਂ ਕੁਝ ਇੱਕ ਟਾਈਮ ਫਰੇਮ ਦੇ ਵਿੱਚ ਜਿਹੜੀ ਹਾਈਐਸਟ ਰੀਡਿੰਗ ਹੈ ਆਪਾਂ ਉਸ ਨੂੰ ਕੰਸੀਡਰ ਕਰ ਸਕਦੇ ਹਾਂ, ਕਿਉਂਕਿ ਅਦਰਵਾਈਜ਼ ਜਿਹੜਾ ਹੈਗਾ ਜੇ ਇੱਕ ਵਾਰੀ ਰੀਡਿੰਗ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਇੱਕ ਵਾਰ ਫੋਲ ਕਰ ਰਹੀ ਹੈ, ਮਤਲਬ ਉਹਦੇ ਵਿੱਚ ਜਿਹੜੀ ਹਾਈਐਸਟ ਹੋਏਗੀ ਉਹੀ ਠੀਕ ਹੋਏਗੀ, ਕਿਉਂਕਿ ਅਦਰਵਾਈਜ਼ ਕੋਈ ਵੀ ਇਦਾਂ ਦਾ ਮੈਕੈਨਿਜ਼ਮ ਆਪਣੇ ਆਪ ਨਹੀਂ ਹੈ ਕਿ ਐਕਸਟਰਨਲ ਇੰਟਰਵੈਂਸ਼ਨ ਤੋਂ ਬਿਨਾ ਉਹ ਆਪਣੇ ਆਪ ਵੱਧ ਜਾਏ। ਬਿਲਕੁਲ, ਮਤਲਬ ਨਾਰਮਲ ਲੈਵਲਸ ਤੋਂ ਥੱਲੇ ਜੇ ਤੁਹਾਡੀ ਆਕਸੀਜਨ ਸੈਚੂਰੇਸ਼ਨ ਚਲੀ ਗਈ ਹੈ ਇੱਕ ਕਰੋਨਾ ਪੋਜ਼ਿਟਿਵ ਪੇਸ਼ੈਂਟ 'ਚ, ਉਹ ਚਾਂਸਸ ਹੈ ਕਿ ਉਹ ਆਪਣੇ ਆਪ ਨਹੀਂ ਇੰਪਰੂਵ ਕਰੇਗੀ। ਤਾਂ ਇਹਦਾ ਮਤਲਬ ਲੈਵਲ ਹੈ ਜਿਵੇਂ ਆਪਾਂ 94 ਰੱਖਦੇ ਹਾਂ, ਬਹੁਤ ਪੇਸ਼ੈਂਟਸ ਹੋ ਸਕਦਾ ਹੈ ਕਿ ਉਹ ਆਸੀਲੇਟ ਕਰਦੀ ਰਵੇ 94, 95, 96, 97 ਆ ਸਕਦੀ ਹੈ, ਬਟ ਉਹ ਠੀਕ ਹੈ। ਬਟ ਆਪਾਂ ਗ੍ਰੋਸ ਫਾਲ ਕਹਿ ਰਹੇ ਹਾਂ ਕਿ 90 ਰਹਿ ਗਈ, 90 ਆਕਸੀਜਨ ਸੈਚੂਰੇਸ਼ਨ ਇੱਕ ਬਹੁਤ ਵੱਡੀ ਕੰਸਰਨ ਦੀ ਗੱਲ ਹੈ, ਤੇ ਉਹ ਜੇ 5 ਮਿੰਟਾਂ ਬਾਅਦ ਇੰਪਰੂਵ ਹੋ ਕੇ ਤੁਹਾਡੀ 97 ਤੇ ਆ ਰਹੀ ਹੈ, ਤੇ ਇਹਦਾ ਮਤਲਬ ਇਹ ਹੈ 90 ਵਾਲੀ ਰੀਡਿੰਗ ਤੁਹਾਡੀ ਗਲਤ ਸੀ, ਚਾਂਸਸ ਇਹੀ ਹੈ। ਬਿਲਕੁਲ। ਤਾਂ ਕੋਈ ਹੋਰ ਇਸ ਤੋਂ ਬਾਅਦ ਕਿਸੇ ਨੇ ਕੋਈ ਜ਼ਰੂਰੀ ਸ਼ੇਅਰ ਕਰਨਾ ਹੋਵੇ, ਨਹੀਂ ਤਾਂ ਆਪਾਂ ਜਿਹੜਾ ਹੈਗਾ ਏਡੀਸੀ ਸਰ ਵੀ ਆਪਣੇ ਏਡੀਸੀ ਸਰ ਤੁਸੀਂ ਕੁਝ? ਨਹੀਂ, ਮੈਂ ਕੁਝ ਕਹਿਣਾ ਨਹੀਂ ਸੀਗਾ। ਆਈ ਥਿੰਕ ਮੋਸਟ ਆਫ ਦਾ ਇਸ਼ੂਜ਼ ਹੈਵ ਬੀਨ ਕਵਰਡ। ਆਪਾਂ ਸਾਰੇ ਜਿਹੜੇ ਨਾਰਮਲ ਪੇਸ਼ੈਂਟਸ ਦੇ ਕੰਸਰਨ ਆ ਸਕਦੇ ਹੋ ਕਵਰ ਕਰ ਲਏ ਐਂਡ ਜਿਹੜੇ WhatsApp ਤੇ ਮੈਸੇਜ ਵੀ ਆਉਂਦੇ ਆ ਉਹ ਵੀ ਇਹਨਾਂ ਸਾਰੀ ਚੀਜ਼ਾਂ ਬਾਰੇ ਆਉਂਦੇ ਆ ਕਿ ਆਪਾਂ ਇਮਿਊਨਿਟੀ ਕਿਵੇਂ ਮੇਨਟੇਨ ਕਰਨੀ ਹੈ, ਤੇ ਆਈ ਥਿੰਕ ਕੁਆਰੰਟੀਨ ਪੀਰੀਅਡ ਕਿੰਨਾ ਹੋਣਾ ਚਾਹੀਦਾ। ਆਲ ਦਾ ਕੰਸਰਨਸ ਹੈਵ ਬੀਨ ਐਡਰੈਸਡ ਬਾਈ ਡਾਕਟਰ ਸਾਹਿਬ, ਐਂਡ ਬਿਕੋਜ਼ ਇਹ ਖੁਦ ਵੀ ਫਰੰਟ ਲਾਈਨ ਵਾਰੀਅਰ ਰਹੇ ਹੈ ਐਂਡ ਹੀ ਹੈਜ਼ ਪਾਸ ਥਰੂ ਦੈਟ ਸਟੇਜ, ਇਹਨਾਂ ਨੂੰ ਬੈਟਰ ਐਕਸਪੀਰੀਅੰਸ ਹੈ ਕਿ ਸਾਈਕੋਲੋਜੀਕਲੀ ਪੇਸ਼ੈਂਟ ਕਿਵੇਂ ਫੀਲ ਕਰਦਾ। ਐਂਡ ਸਾਰਿਆਂ ਨੂੰ ਮੇਰੀ ਮਤਲਬ ਇੱਕ ਕਾਈਂਡ ਤੋਂ, ਬਿਕੋਜ਼ ਆਈ ਹੈਵ ਨਾਟ ਸਫਰਡ ਫਰੋਮ ਇਟ, ਬਟ ਮੈਨੂੰ ਫੀਲ ਹੁੰਦਾ ਹੈ ਕਿ ਆਪਾਂ ਸ਼ੁਰੂ ਦੇ ਵਿੱਚ ਜਦੋਂ ਜਾਣਕਾਰੀ ਨਹੀਂ ਹੁੰਦੀ ਤਾਂ ਬਹੁਤ ਐਂਗਜ਼ਾਈਟੀ ਫੀਲ ਕਰਦੇ ਹਾਂ, ਜਿਵੇਂ ਡਾਕਟਰ ਸਾਹਿਬ ਦੱਸ ਰਹੇ ਉਹਦੇ ਨਾਲ ਸਾਡੀ ਹਾਰਟ ਬੀਟ ਹੈ ਜਾਂ ਅਦਰਵਾਈਜ਼ ਵੀ ਹੈ। ਤੇ ਕਿਉਂਕਿ ਬਿਕੋਜ਼ ਜੇ ਆਪਾਂ ਆਪਣੀ ਮੈਂਟਲ ਹੈਲਥ ਮੇਨਟੇਨ ਕਰਦੇ ਹਾਂ ਤਾਂ ਉਹਦੇ ਨਾਲ ਇਮਿਊਨਿਟੀ ਵੀ ਸਾਡੀ ਇਫੈਕਟ ਹੁੰਦੀ ਹੈ ਕਿਤੇ ਨਾ ਕਿਤੇ। ਤੇ ਸਾਰਿਆਂ ਨੂੰ ਮੇਰਾ ਇਹੀ ਸੁਝਾਅ ਹੈ ਕਿ ਜਿਵੇਂ ਵੀ ਕੋਈ ਵੀ ਕਿਸੇ ਵੀ ਟਾਈਪ ਦੀ ਜਿਹੜੀ ਹਲਕੀ ਫੁਲਕੀ ਐਕਸਰਸਾਈਜ਼ ਹੈ, ਯੋਗਾ ਹੈ ਜਾਂ ਹੋਰ ਕੋਈ ਜਿਹੜਾ ਆਪਣਾ ਮਾਈਂਡ ਨੂੰ ਡਿਸਟਰੈਕਟ ਕਰਨ ਦੀ ਚੀਜ਼ਾਂ ਨੇ, ਉਹ ਜ਼ਰੂਰ ਕਰਨੀ ਚਾਹੀਦੀ ਹੈ। ਜੇ ਆਪਾਂ ਇਸ ਚੀਜ਼ ਤੇ ਫੋਕਸ ਰਹਾਂਗੇ ਕਿ ਸਾਨੂੰ ਕਰੋਨਾ ਹੋ ਗਿਆ, ਇਹ ਬਹੁਤ ਹੀ ਜ਼ਿਆਦਾ ਡੇਂਜਰਸ ਬਿਮਾਰੀ ਹੈ, ਜੋ ਕਿ ਇਹ ਫੈਕਚੁਅਲੀ ਹੈ ਨਹੀਂ। ਫੈਕਚੁਅਲੀ ਕਰੋਨਾ ਇਜ਼ ਪ੍ਰੋਬੇਬਲੀ ਐਜ਼ ਮਾਈਲਡ, ਥੋੜਾ ਜਿਹਾ ਉਸ ਤੋਂ ਜ਼ਿਆਦਾ ਡੇਂਜਰਸ ਹੋਊਗਾ ਜਿਹੜਾ ਨਾਰਮਲ ਇਨਫਲੂਐਂਜ਼ਾ ਹੁੰਦਾ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ 95% ਬੰਦਿਆਂ ਨੂੰ ਤਾਂ ਦੇ ਆਰ ਏਸਿਮਟੋਮੈਟਿਕ, ਕੋਈ ਸਿੰਪਟਮਸ ਵੀ ਨਹੀਂ ਆਉਂਦੇ। ਐਂਡ ਬਟ ਸਿਰਫ ਇਹਦਾ ਪਰਪਸ ਆਪਣੇ ਆਪ ਨੂੰ ਬਚਾਉਣਾ ਨਹੀਂ, ਦੂਜਿਆਂ ਤੋਂ ਪਾਸ ਔਨ ਕਰਨ ਤੋਂ ਰੋਕਣਾ ਵੀ ਹੈ। ਦੈਟ ਇਜ਼ ਦਾ ਸੈਕਿੰਡ ਜਿਹੜਾ ਸਾਡਾ ਮੇਨ ਐਫਰਟ ਦਾ ਪਾਰਟ ਹੈ ਕਿ ਇਹ ਸਾਡੇ ਤੋਂ ਦੂਜਿਆਂ ਨੂੰ ਸਪਰੈਡ ਨਾ ਹੋਵੇ। ਈਵਨ ਦੋ ਆਪਾਂ ਹੈਲਦੀ ਹੈ, ਬਟ ਇਹ ਦੂਜੇ ਨੂੰ ਕਿਸ ਤਰੀਕੇ ਨਾਲ ਇੰਪੈਕਟ ਕਰਦਾ ਉਹ ਵੀ ਡੋਂਟ ਨੋ ਦੈਟ, ਕਿਉਂਕਿ ਹੋ ਸਕਦਾ ਕਿਉਂਕਿ ਹਿਊਮਨਲੀ ਟ੍ਰਾਂਸਮਿਟ ਹੁੰਦਾ, ਸਾਡੇ ਤੋਂ ਇੱਕ ਬੰਦੇ ਤੋਂ 10 ਨੂੰ ਲੱਗਦਾ ਹੈ ਵਟਐਵਰ। ਤੇ ਇਸ ਚੇਨ ਨੂੰ ਤੋੜਨਾ ਤੇ ਇਹ ਬਹੁਤ ਜ਼ਰੂਰੀ ਹੈ ਇਸ ਸਟੇਜ ਤੇ। ਐਂਡ ਜਿੱਥੇ ਤੱਕ ਤੁਸੀਂ ਪੜ੍ਹਦੇ ਵੀ ਹੈਗੇ ਹੋ ਅਖਬਾਰ ਦੇ ਵਿੱਚ, ਆਲਰੇਡੀ ਪੰਜਾਬ ਦੀ ਵੀ ਲਗਭਗ 25% ਜਿਹੜੀ ਆਬਾਦੀ ਹੈ that has been found to ਕਿ ਉਹਨਾਂ ਦੇ ਐਂਟੀਬਾਡੀਜ਼ ਡਿਵੈਲਪ ਹੋ ਚੁੱਕੇ ਹੈ, ਤੇ ਕਿਤੇ ਨਾ ਕਿਤੇ ਸਪਰੈਡ ਆਲਰੇਡੀ ਇਹਦਾ ਹੋ ਚੁੱਕਿਆ ਕਾਫੀ ਹੱਦ ਤੱਕ। ਤੇ ਆਮ ਸ਼ੋਰ ਵੀ ਆਰ ਇਨ ਦ ਲਾਸਟ ਸਟੇਜਸ ਕਿ ਜਿੱਥੇ ਤੁਸੀਂ ਸਾਰੇ ਵੀ ਇਫੈਕਟ ਹੋਏ ਹੋ। ਐਂਡ ਜ਼ਿਆਦਾਤਰ ਜਿਹੜੇ ਆਪਾਂ ਸਾਡੇ ਨਾਲ ਜੁੜੇ ਉਹਨਾਂ ਦੇ ਵੀ ਕੋਈ ਸਿੰਪਟਮ ਹੈ ਨਹੀਂ ਲਗਭਗ, ਐਕਸੈਪਟ ਮੇ ਬੀ ਮਾਈਲਡ ਫੀਵਰ ਹੈ, ਕਿਸੇ ਨੂੰ ਕੁਝ ਹੋ ਰਿਹਾ। ਐਂਡ ਵੈਸੇ ਵੀ ਇਫ ਯੂ ਆਰ ਐਟ ਹੋਮ ਆਈਸੋਲੇਸ਼ਨ ਤੁਸੀਂ ਇਸੇ ਕਰਕੇ ਹੈਗੇ ਹੋ ਕਿ ਕਿਸੇ ਨੂੰ ਕੋਈ ਸਿੰਪਟਮ ਨਹੀਂ ਹੈ। ਤੇ ਥੋੜੀ ਜਿਹੀ ਪੇਸ਼ੈਂਸ ਦੀ ਲੋੜ ਹੈ, ਥੋੜਾ ਜਿਹਾ ਚੀਅਰਫੁਲਨੈਸ ਦੀ ਲੋੜ ਹੈ, ਐਂਡ ਥੋੜੀ ਜਿਹੀ ਹਦਾਇਤਾਂ ਜਿਹੜੀ ਡਾਕਟਰ ਸਾਹਿਬ ਨੇ ਦੱਸੀ ਹੈ ਐਂਡ ਸਰਕਾਰ ਟਾਈਮ ਤੋਂ ਕੱਢਦੀ ਹੈ, ਕਿਉਂਕਿ ਇਸ ਤੋਂ ਬਾਅਦ ਯੂ ਵਿਲ ਬੀ ਫ੍ਰੀ ਆਫ ਕਰੋਨਾ। ਤੇ ਇਹ ਵੀ ਚਾਂਸ ਹੈ ਜਿਹੜੇ ਡਾਕਟਰ ਸਾਹਿਬ ਨੇ, ਕਿਉਂਕਿ ਇਹ ਸਵਾਲ ਉੱਠਿਆ ਨਹੀਂ ਕਿ ਕਰੋਨਾ ਦੁਬਾਰਾ ਹੋ ਸਕਦਾ, ਦੈਟ ਇਜ਼ ਇਹ ਐਂਟਾਇਰ ਪੋਸੀਬਿਲਿਟੀ ਕਿ 2-3 ਮਹੀਨੇ ਬਾਅਦ ਜਦੋਂ ਇਮਿਊਨਿਟੀ ਲੈਵਲ ਘਟ ਜਾਣ ਵੀ ਮੇ ਬੀ ਅਫੈਕਟਡ ਵਿਦ ਕਰੋਨਾ ਅਗੇਨ। ਤੋ ਉਹ ਵੀ ਪੋਸੀਬਿਲਿਟੀ, ਐਂਡ ਆਮ ਸ਼ੋਰ ਜੇ ਤੁਸੀਂ ਪੁੱਛੋਗੇ ਡਾਕਟਰ ਸਾਹਿਬ ਕੈਨ ਇਲੈਬੋਰੇਟ ਔਨ ਦੈਟ। ਤੇ ਬਟ ਅਦਰਵਾਈਜ਼ ਸਾਰੇ ਆਪਾਂ ਆਰ ਐਜ਼ ਹੈਲਥੀ। ਇਹਦੇ ਉੱਤੇ ਕਿਉਂਕਿ ਇਹ ਸਵਾਲ ਉੱਠਿਆ ਨਹੀਂ ਵੈਸੇ, ਬਟ ਕਿਸੇ ਨੂੰ ਕੋਈ ਸਟਿਗਮਾ ਅਟੈਚ ਕਰਨ ਦੀ ਵੀ ਲੋੜ ਨਹੀਂ ਹੈ, ਕਿਉਂਕਿ ਆਪਾਂ ਤਾਂ ਸਾਰੇ ਚਲੋ ਤੁਸੀਂ ਯੂ ਹੈਵ ਆਲਰੇਡੀ ਸਫਰਡ ਫਰੋਮ ਇਟ।
ਆਪਾਂ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਸ਼ੁਰੂ ਦੇ ਵਿੱਚ, ਜਾਂ ਦੂਸਰੇ ਨੂੰ ਕਿਸੇ ਨੂੰ ਇਹ ਸਮਝਣ ਦੀ ਲੋੜ ਨਹੀਂ ਕਿ ਇਹਨੂੰ ਕਰੋਨਾ ਹੋ ਗਿਆ ਤਾਂ ਇਹ ਸਮਥਿੰਗ ਕੁਝ ਇਹਦੇ ਨਾਲ ਗਲਤ ਹੋਇਆ ਵਟਐਵਰ। ਦੂਜੀ ਚੀਜ਼ ਇਹ ਹੈ ਕਿ ਜਿਹੜੇ ਡੈਥ ਕੇਸਿਸ ਵੀ ਹੋਏ ਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਉਹ ਇਸੀ ਕਰਕੇ ਹੋਏ ਆ ਬਿਕੋਜ਼ ਦੇ ਕੁਡ ਨਾਟ ਡਿਟੈਕਟ ਕਿ ਇਹਦੀ ਜਿਹੜੀ ਹਾਲਤ ਹੈ ਉਹ ਇੱਕਦਮ ਤੋਂ ਡਿਟੇਰੀਓਰੇਟ ਹੋ ਗਈ। ਉਹਦੇ ਲਈ ਆਪਾਂ ਪਲਸ ਆਕਸੀਮੀਟਰ ਹੈ ਜਾਂ ਪਲਸ ਰੇਟ ਹੈ ਉਹ ਰੱਖਿਆ ਹੋਇਆ ਹੈ, ਤਾਂ ਕਿ ਜਿੱਥੇ ਵੀ ਹਾਲਤ ਵਿਗੜਦੀ ਦਿਖਦੀ ਹੈ ਥੋੜੀ ਬਹੁਤ ਵੀ ਇੱਕਦਮ ਤੋਂ ਡਿਟੇਰੀਓਰੇਟ ਹੁੰਦੀ ਹੈ ਤਾਂ ਵੀ ਕੈਨ ਸੀਕ ਮੈਡੀਕਲ ਹੈਲਪ। ਐਂਡ ਮੋਸਟ ਆਫ ਦਾ ਡੈਥ ਕੇਸਿਸ, ਚਲੋ ਆਪਾਂ ਤਾਂ ਸਾਰੇ ਇਹਦੇ ਵਿੱਚ ਗਰੁੱਪ ਦੇ ਵਿੱਚ ਹੈ ਜਿਹੜੇ ਦੇ ਆਰ ਇਨ ਦਾ ਨਾਰਮਲ ਏਜ ਰੇਂਜ ਜਿੱਥੇ ਇਫੈਕਟ ਨਹੀਂ ਕਰੂਗਾ, ਬਟ ਅੱਗੇ ਵੀ ਧਿਆਨ ਰੱਖਣਾ ਹੈ ਕਿ ਇੱਕਦਮ ਤੋਂ ਜਿਹੜੇ ਹੈਲਥ ਹੈ ਡੈਥ ਨੂੰ ਜੇ ਪ੍ਰੀਵੈਂਟ ਕਰਨਾ ਹੈ ਜਾਂ ਕਿਸੇ ਵੀ ਕੰਪਲਿਕੇਸ਼ਨ ਨੂੰ ਪ੍ਰੀਵੈਂਟ ਕਰਨਾ ਤਾਂ ਫਸਟ ਸਟੇਜ ਤੇ ਜਦੋਂ ਆਪਣੀ ਡਿਟੇਰੀਓਰੇਟ ਹੁੰਦੀ ਹੈ ਪਲਸ ਰੇਟ ਵਗੈਰਾ, ਇੱਕਦਮ ਤੋਂ ਵੀ ਹੈਵ ਟੂ ਸੀਕ ਮੈਡੀਕਲ ਹੈਲਪ। ਇसी ਕਰਕੇ ਸਾਰੀ ਟੀਮ ਕੰਮ ਕਰ ਰਹੀ ਹੈ ਰਾਊਂਡ ਦਾ ਕਲੌਕ, ਐਂਡ ਮੈਂ ਉਮੀਦ ਕਰਾਂਗਾ ਕਿ ਸਾਰੇ ਜਿਹੜੇ ਹੋਮ ਆਈਸੋਲੇਟਿਡ ਨੇ ਦੇ ਵਿਲ ਕੋਆਪਰੇਟ ਵਿਦ ਦਾ ਟੀਮ, ਆਪਣੀ ਪਲਸ ਰੀਡਿੰਗ ਤੇ ਆਕਸੀਮੀਟਰ ਦੀ ਰੀਡਿੰਗ ਉਹ ਟਾਈਮਲੀ ਭੇਜਦੇ ਰਹਿਣਗੇ, ਆਪਣੀ ਟੈਂਪਰੇਚਰ ਰੀਡਿੰਗ ਵੀ, ਐਂਡ ਇਫ ਵੀ ਡਿਟੈਕਟ ਕਿ ਕੋਈ ਡਿਟੇਰੀਓਰੇਸ਼ਨ ਹੈ ਵੀ ਕੈਨ ਟੇਕ ਨੈਸੈਸਰੀ ਸਟੈਪਸ। ਜੇ ਵਿਨੇ ਤੁਹਾਡੀ ਇਫ ਯੂ ਹੈਵ ਨਥਿੰਗ ਮੋਰ ਟੂ ਸੇ ਆਪਾਂ ਇਹਨੂੰ ਆਈ ਵਿਲ ਵਾਂਟ ਟੂ ਟੇਕ ਲੀਵ। ਥੈਂਕ ਯੂ ਸਰ, ਤੁਸੀਂ ਇੰਨਾ ਟਾਈਮ ਲਾਈਕ ਕੱਢਿਆ, ਸਾਰਿਆਂ ਨੂੰ ਮੋਟੀਵੇਟ ਕੀਤਾ ਤੇ ਇੰਨਾ ਵਧੀਆ ਮੈਸੇਜ ਦਿੱਤਾ। ਤਾਂ ਸਰ ਬਸ ਇੱਕ ਚੀਜ਼ ਮੈਂ ਨਾਲ ਐਡ ਕਰਨੀ ਚਾਹੂੰਗਾ, ਸੋਸ਼ਲੀ ਜਿਹੜੀ ਕੱਲ ਨਿਕਲ ਕੇ ਆਈ ਸੀ ਬਾਹਰ ਕਿ ਤੁਸੀਂ ਜਿਹੜੇ ਸਾਰੇ ਹੋਮ ਕੁਆਰੰਟਾਈਨ ਦੇ ਵਿੱਚੋਂ ਲਾਈਕ 24 ਆਵਰ ਆਈ ਥਿੰਕ ਸਾਰੇ ਹੋਮ ਕੁਆਰੰਟਾਈਨ ਹੀ ਫੋਲੋ ਕਰ ਰਹੇ ਹੋਣਗੇ, ਪਲੱਸ ਤੁਹਾਡੇ ਜਿਹੜੇ ਕੰਟੈਕਟਸ ਵੀ ਨੇ ਵੈਸੇ ਤੁਸੀਂ ਦੱਸ ਦਿੱਤੇ ਹੋਣਗੇ, ਪਰ ਜੇ ਹਜੇ ਵੀ ਤੁਸੀਂ ਨਹੀਂ ਦੱਸੇ ਤਾਂ ਜਿਵੇਂ ਤੁਸੀਂ ਦੇਖ ਰਹੇ ਹੋਗੇ ਤੁਹਾਡੇ ਹੀ ਫਾਇਦੇ ਲਈ ਹੈ। ਦੇਖੋ ਕਿੰਨਾ ਜਿਹੜੇ ਬੰਦੇ ਨੇ ਖੁਦ ਦੱਸਿਆ ਹੈ ਕਿ ਅਸੀਂ ਪੋਜ਼ਿਟਿਵ ਹੈ ਤੇ ਉਹ ਗਰੁੱਪਸ ਦੇ ਵਿੱਚ ਐਡ ਹੋਏ ਹੋ ਤਾਂ ਤੁਹਾਨੂੰ ਹੈਲਪ ਵੀ ਮਿਲ ਰਹੀ ਹੈ ਕਿਤੇ ਨਾ ਕਿਤੇ। ਜੇ ਤੁਸੀਂ ਆਪਦੇ ਕੰਟੈਕਟ ਸਾਰੇ ਨਹੀਂ ਦੱਸੇ ਜਾਂ ਤੁਹਾਨੂੰ ਪਤਾ ਹੈ ਕਿ ਕੋਈ ਬੰਦਾ ਕਰੋਨਾ ਪੋਜ਼ਿਟਿਵ ਹੈ ਤਾਂ ਤੁਸੀਂ ਖੁੱਲ ਕੇ ਸਾਨੂੰ ਦੱਸੋ। ਜਿੱਦਾਂ ਨਵੀਨ ਤਾਇਲ ਜੀ ਵੀ ਖੁਦ ਅੱਗੇ ਆ ਰਹੇ ਹੈ, ਆਪਣੇ ਸਾਰੇ ਕੰਟੈਕਟਸ ਬਾਰੇ ਦੱਸ ਰਹੇ ਹੈ, ਸਾਰੇ ਉਹਨਾਂ ਨੇ ਆਪਣੇ HDFC ਦੇ EMPLOYEES ਨੂੰ ਸਾਡੇ ਨਾਲ ਜੋੜਿਆ। ਤਾਂ ਤੁਸੀਂ ਵੀ ਕਾਈਂਡਲੀ ਜਿਹੜੇ ਵੀ ਤੁਹਾਨੂੰ ਪਤਾ ਹੋਣਗੇ ਆਂਢ ਗੁਆਂਢ ਦੇ ਵਿੱਚ ਜਾਂ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਫੈਮਿਲੀ ਮੈਂਬਰ, ਪਹਿਲੀ ਗੱਲ ਉਹਨਾਂ ਨੂੰ ਸਟ੍ਰਿਕਟਲੀ ਹੋਮ ਕੁਆਰੰਟਾਈਨ, ਜਿਹੜੇ ਤੁਹਾਡੇ ਕੰਟੈਕਟਸ ਵੀ ਹੈ ਉਹਨਾਂ ਨੂੰ ਵੀ ਕਹੋ ਕਿ ਹੋਮ ਕੁਆਰੰਟਾਈਨ ਦੇ ਵਿੱਚ ਰਹਿਣ। ਅਸੀਂ ਕੱਲ ਵੀ ਕਿਹਾ ਸੀ ਕਿ ਤੁਸੀਂ ਆਪਣੇ ਆਂਢ ਗੁਆਂਢ ਦੇ ਵਿੱਚ ਉਹਨਾਂ ਨੂੰ ਕਹਿ ਸਕਦੇ ਹੋ, ਜਿਹੜੀਆਂ ਘਰ ਦੀਆਂ ਜ਼ਰੂਰੀ ਵਸਤੂਆਂ ਵੀ ਹੈ, ਆਪਣਾ ਭਾਈਚਾਰਾ ਬੜਾ ਚੰਗਾ ਹੁੰਦਾ ਆਸੇ ਪਾਸੇ। ਜੇ ਤੁਸੀਂ ਫੋਨ ਕਰਕੇ ਜੇ ਤੁਸੀਂ ਦੱਸਿਆ ਹੋਇਆ ਹੋਊਗਾ ਕਿ ਹਾਂ ਤੁਸੀਂ ਇਸ ਬਿਮਾਰੀ ਦੇ ਵਿੱਚੋਂ ਲੰਘ ਰਹੇ ਹੋ ਤਾਂ ਕੋਈ ਵੀ ਮਨਾ ਨਹੀਂ ਕਰੂਗਾ, ਉਹ ਆਪਣੇ ਆਪ ਜਿਹੜੇ ਵੀ ਤੁਸੀਂ ਚੀਜ਼ ਮੰਗਵਾਉਣੀ ਹੈ ਫੋਨ ਦੇ ਥਰੂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਉਹ ਘਰ ਦੇ ਬਾਹਰ ਤੁਹਾਡੇ ਰੱਖ ਜਾਣਗੇ। ਜੇ ਇਨ ਕੇਸ ਤੁਸੀਂ ਬਹੁਤ ਜ਼ਿਆਦਾ ਇਦਾਂ ਦੀ ਕੰਡੀਸ਼ਨ ਚੋਂ ਕਿ ਆਸੇ ਪਾਸੇ ਵੀ ਕੋਈ ਨਹੀਂ ਨੇ ਤਾਂ ਤੁਸੀਂ ਆਪਣੇ ਗਰੁੱਪ ਦੇ ਵਿੱਚ ਪਾ ਸਕਦੇ ਹੋ। ਸਾਡੇ ਕੋਲ ਅਸੀਂ ਖੁਦ ਵੀ ਜਾਂ ਸਾਡੇ ਥਰੂ NGOs ਅਸੀਂ ਇਦਾਂ ਦੀ ਕੰਡੀਸ਼ਨ ਕਦੇ ਵੀ ਨਹੀਂ ਹੋਣ ਦੇਵਾਂਗੇ ਕਿ ਤੁਹਾਨੂੰ ਜ਼ਰੂਰੀ ਵਸਤੂਆਂ ਜਿਹੜੀਆਂ ਖਾਣ ਪੀਣ ਦੀਆਂ ਜਾਂ ਮੈਡੀਸਿਨ ਹੈ ਉਹ ਤੁਹਾਡੇ ਤੱਕ ਨਾ ਪਹੁੰਚੇ। ਬਟ ਪਲੀਜ਼ ਤੁਸੀਂ ਆਪਣਾ ਕੁਆਰੰਟਾਈਨ ਨਹੀਂ ਤੋੜਨਾ ਹੈਗਾ। ਇੱਕ ਪਾਸੇ ਤਾਂ ਆਪਾਂ ਤੁਸੀਂ ਕਿਸੇ ਹੋਰ ਨੂੰ ਫੈਲਾ ਸਕਦੇ ਹੋ, ਸੈਕੰਡਲੀ ਤੁਹਾਡੇ ਆਪਣੇ ਲਈ ਵੀ ਉਹ ਖਤਰਾ ਹੈ ਕਿਉਂਕਿ ਤੁਹਾਡੀ ਇਮਿਊਨਿਟੀ ਆਲਰੇਡੀ ਡਾਊਨ ਹੈ। ਤੁਸੀਂ ਪਹਿਲਾਂ ਕੋਰੋਨਾ ਨਾਲ ਅਫੈਕਟ ਹੋਏ ਹੋ ਇਸ ਕਰਕੇ ਵੀ ਡਾਊਨ ਹੈ, ਤੇ ਕਰੋਨਾ ਕਰਕੇ ਵੀ ਤੁਹਾਡੀ ਇਮਿਊਨਿਟੀ ਡਾਊਨ ਹੈ। ਤਾਂ ਆਪਾਂ ਨਹੀਂ ਚਾਹੁੰਦੇ ਕਿ ਕੋਈ ਸੁਪਰ ਐਡਿਡ ਇਨਫੈਕਸ਼ਨ ਹੋ ਜੇ ਕਿ ਤੁਹਾਨੂੰ ਹੋਰ ਤੁਸੀਂ ਬਾਹਰ ਜਾਓ ਤੁਹਾਨੂੰ ਦੁਬਾਰਾ ਤੋਂ ਇਨਫੈਕਸ਼ਨ ਹੋ ਜੇ, ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਜੇ, ਕਿਉਂਕਿ ਇੱਕ ਇਨਫੈਕਸ਼ਨ ਨਾਲ ਤਾਂ ਆਪਾਂ ਲੜ ਲਾਂਗੇ ਜਿਹੜੀ ਕੋਰੋਨਾ ਹੈ। ਜੇ ਆਪਾਂ ਨੂੰ ਉਹਦੇ ਉੱਤੇ ਇੱਕ ਹੋਰ ਇਨਫੈਕਸ਼ਨ ਹੋ ਜਾਂਦੀ ਹੈ ਤਾਂ 2 ਇਨਫੈਕਸ਼ਨ ਦੇ ਨਾਲ ਬਹੁਤ ਮੁਸ਼ਕਿਲ ਹੋ ਜਾਏਗੀ। ਇਸ ਲਈ ਤੁਸੀਂ ਆਪਣੀ ਹੈਲਥ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਬਾਹਰ ਨਹੀਂ ਨਿਕਲਣਾ ਹੈਗਾ, ਤੇ ਸੁਸਾਇਟੀ ਨੂੰ ਵੀ ਰੱਖਦੇ ਹੋਏ, ਤੇ ਜਿਹੜਾ ਲੀਗਲ ਐਂਗਲ ਤਾਂ ਹੈ ਹੀ ਹੈ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਟ੍ਰਿਕਟਲੀ ਹੋਮ ਕੁਆਰੰਟਾਈਨ ਨੂੰ ਜਿਹੜਾ ਹੈਗਾ ਫੋਲੋ ਕਰਨਾ ਹੈ। ਆਪਣੇ ਕੰਟੈਕਟਸ ਜਿਹੜੇ ਨੇ ਉਹਨਾਂ ਨੂੰ ਵੀ ਸਾਡੇ ਨਾਲ ਸ਼ੇਅਰ ਕਰੋ ਕਿ ਇਹ ਕੰਟੈਕਟਸ ਨੇ, ਅਸੀਂ ਉਹਨਾਂ ਦਾ ਟੈਸਟ ਕਰਵਾਵਾਂਗੇ। ਜਿਹੜੇ ਵੀ ਉਹਨਾਂ ਨੂੰ ਕੋਈ ਸਟਿਗਮਾ ਅਟੈਚਡ ਹੈ ਹੀ ਨਹੀਂ ਹੁਣ ਤਾਂ ਦੇਖੋ ਸਾਰੇ ਸਾਹਮਣੇ ਆ ਰਹੇ ਨੇ, ਡਾਕਟਰ ਸਾਹਿਬ ਖੁਦ ਅਫੈਕਟਡ ਨੇ, ਉਹ ਖੁਦ ਕਿੰਨੇ ਖੁੱਲ ਕੇ ਗੱਲ ਕਰ ਰਹੇ, ਤੁਸੀਂ ਸਭ ਵੀ ਸਾਡੇ ਨਾਲ ਸ਼ੇਅਰ ਕਰ ਰਹੇ ਹੋ। ਸੈਕਟਰੀ ਸਾਹਿਬ ਜਿਹੜੇ ਰੈੱਡ ਕਰਾਸ ਦੇ ਉਹਨਾਂ ਨੇ ਕਿੰਨਾ ਖੁੱਲ ਕੇ, ਲਾਈਕ ਕਿਸੇ ਨੂੰ ਵੀ ਹੋ ਸਕਦਾ ਹੈ, ਸਾਨੂੰ ਵੀ ਹੋ ਸਕਦਾ ਹੈ, ਇਹਦੇ ਨਾਲ ਕੋਈ ਇਹਦੇ ਵਿੱਚ ਸ਼ਰਮਾਨ ਦੀ ਗੱਲ ਨਹੀਂ ਹੈ। ਮੈਜੋਰਿਟੀ ਜਿਹੜੇ ਬਹੁਤ ਜ਼ਿਆਦਾ ਲੋਕ ਹੁਣ ਮਤਲਬ ਪੋਜ਼ਿਟਿਵ ਆ ਰਹੇ ਹੈਗੇ, ਇਸ ਕਰਕੇ ਖੁੱਲ ਕੇ ਆਪਾਂ ਇਸ ਬਿਮਾਰੀ ਨੂੰ ਜਿੰਨਾ ਜ਼ਿਆਦਾ ਸ਼ੇਅਰ ਕਰਾਂਗੇ ਉਹ ਉਨੀ ਹੀ ਤੁਸੀਂ ਜਲਦੀ ਠੀਕ ਹੋਵੋਗੇ ਜਾਂ ਉਨਾ ਹੀ ਜਲਦੀ ਫਾਇਦਾ ਰਹੇਗਾ। ਆਈ ਥਿੰਕ ਡਾਕਟਰ ਸਾਹਿਬ ਨੇ ਹੈਂਡ ਰੇਜ਼ ਕੀਤਾ, ਡਾਕਟਰ ਮਨੀਸ਼ ਗੁਪਤਾ ਜੀ ਨੇ, ਉਹਨਾਂ ਨੇ ਸ਼ਾਇਦ ਕੁਝ ਇੰਪੋਰਟੈਂਟ ਗੱਲ ਸ਼ੇਅਰ ਕਰਨੀ ਹੋਏਗੀ। ਮੈਂ ਜੋ ਵੀ ਪਾਰਟਿਸਿਪੈਂਟਸ ਹੈ ਮੈਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਨਾ ਚਾਹੂੰਗਾ। ਆਪਾਂ ਨਾਰਮਲੀ ਦੇਖਿਆ ਕਿ ਜੋ ਵੀ ਕਰੋਨਾ ਟੈਸਟਿੰਗ ਆਪਣੇ ਇੱਥੇ ਕੁਐਸਚਨਸ ਵੀ ਆਏ ਨੇ ਕਿ ਬੱਚਿਆਂ ਦੀ ਟੈਸਟਿੰਗ ਕਰਵਾਈ ਜਾਵੇ, ਉਸ ਬੰਦੇ ਦੀ ਟੈਸਟਿੰਗ ਕਰਵਾਈ ਜਾਵੇ, ਕੰਟੈਕਟਸ ਦੀ ਨਾ ਕਰਵਾਈ ਜਾਵੇ। ਇੱਕ ਨਾਰਮਲੀ ਆਪਣੀ ਟੈਸਟਿੰਗ ਦੇ ਨਾਲ ਨਾ ਬੜਾ ਵੱਡਾ ਇੱਕ ਫੋਬੀਆ, ਜਿਹਨੂੰ ਆਪਾਂ ਡਰ ਕਹਿ ਦਈਏ, ਘਬਰਾਹਟ ਜੁੜੀ ਵੀ ਹੈ ਕਿ ਜੇ ਪੋਜ਼ਿਟਿਵ ਆ ਗਏ
ਤੇ ਸਾਨੂੰ ਚੱਕ ਕੇ ਲੈ ਜਾਣਗੇ। ਉਹਦੇ ਵਿੱਚ ਬਹੁਤ ਲੋਕਾਂ ਦਾ ਦਿਮਾਗ 'ਚ ਡਰ ਹੁੰਦਾ ਕਿ ਜੋ ਮੇਰਾ ਸਟੈਂਡਰਡ ਆਫ ਲਿਵਿੰਗ ਹੈ ਜਾਂ ਜਿਸ ਤਰੀਕੇ ਨਾਲ ਮੈਂ ਰਹਿਣਾ, ਮੈਨੂੰ ਏਸੀ ਦੀ ਰਿਕੁਆਇਰਮੈਂਟ ਹੈ, ਮੈਂ ਐ ਸੋਣਾ, ਆਹ ਖਾਣਾ ਪੀਣਾ ਹੈ, ਉਹ ਸਰਕਾਰੀ ਫੈਸਿਲਿਟੀ ਸ਼ਾਇਦ ਨਹੀਂ ਮਿਲੇਗਾ। ਮੈਂ ਉਸ ਚੀਜ਼ ਬਾਰੇ ਦੱਸਣਾ ਚਾਹੂੰਗਾ ਕਿ ਪਹਿਲੀ ਗੱਲ ਤਾਂ ਆਪਣੀ ਐਡਮਿਨਿਸਟ੍ਰੇਸ਼ਨ ਨੇ ਹੋਮ ਆਈਸੋਲੇਸ਼ਨ ਅਲਾਉ ਕੀਤੀ ਵੀ ਹੈ, ਪ੍ਰੋਵਾਈਡਡ ਆਪਾਂ ਲੋ ਰਿਸਕ ਕੈਟੇਗਰੀ ਦੇ ਵਿੱਚ ਆ, ਏਸਿਮਟੋਮੈਟਿਕ ਆ, ਜਾਂ ਜ਼ਿਆਦਾ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਕਿ ਮਾਈਲਡ ਸਿੰਪਟੋਮੈਟਿਕ ਆ। ਟੈਸਟਿੰਗ ਕਰਵਾਵਾਂਗੇ, ਹੋਮ ਆਈਸੋਲੇਟ ਹੋ ਜਾਾਂਗੇ, ਉਹਦੇ ਨਾਲ ਫਰਕ ਕੀ ਪਏਗਾ ਕਿ ਆਪਾਂ ਇਹ ਬਿਮਾਰੀ ਅੱਗੇ ਕਾਮਨ ਪਬਲਿਕ ਨੂੰ ਨਹੀਂ ਫੈਲਾਵਾਂਗੇ। ਜਿਵੇਂ ਕਿ ਸਰ ਨੇ ਦੱਸਿਆ, ਇਹਦੇ ਲੀਗਲ ਇਸ਼ੂਜ਼ ਵੀ ਹੈ, ਹਿਊਮੈਨਿਟੇਰੀਅਨ ਇਸ਼ੂਜ਼ ਵੀ ਹੈ। ਸੈਕਿੰਡ, ਜੇ ਆਪਾਂ ਜਿਹੜੇ ਆਪਣੇ ਕੰਟੈਕਟਸ ਹੈ, ਜੇ ਉਹਨਾਂ ਨੂੰ ਪ੍ਰੋਪਰ ਡਿਸਕਲੋਜ਼ ਕਰਾਂਗੇ ਕਿ ਬਹੁਤ ਥਾਵੇਂ ਕੀ ਹੁੰਦਾ, ਆਪਾਂ ਆਪਣੇ ਕੰਟੈਕਟਸ ਨੂੰ ਪੂਰੀ ਤਰ੍ਹਾਂ ਨਹੀਂ ਦੱਸਦੇ ਵੀ ਯਾਰ ਇਹਦਾ ਟੈਸਟ ਕਰਾਵਾਂਗੇ, ਜੇ ਪੋਜ਼ਿਟਿਵ ਆ ਗਿਆ ਇਹਨੂੰ ਫੇਰ ਪਿਕ ਕਰਕੇ ਲੈ ਕੇ ਜਾਣਗੇ, ਇਹਨਾਂ ਦਾ ਕਿਵੇਂ ਚੱਲੇਗਾ। ਮੇਰੀ ਬੇਨਤੀ ਇਹੀ ਹੈ ਕਿ ਜੇ ਉਹ ਤੁਹਾਡਾ ਕੰਟੈਕਟ ਯੰਗ ਏਜ ਗਰੁੱਪ ਦੇ ਵਿੱਚ ਹੈ, ਲੋ ਰਿਸਕ ਕੈਟੇਗਰੀ ਦੇ ਵਿੱਚ ਹੈ, ਉਹ ਹੋਮ ਆਈਸੋਲੇਟ ਹੋ ਜਾਏਗਾ। ਸੈਕਿੰਡ, ਜਿਹੜਾ ਕੋਈ ਤੁਹਾਡਾ ਹਾਈ ਰਿਸਕ ਮਤਲਬ ਏਜ ਵਾਈਜ਼ ਜਾਂ ਆਪਣੀ ਕੋਈ ਮੈਡੀਕਲ ਇਸ਼ੂਜ਼ ਕਰਕੇ ਹਾਈ ਰਿਸਕ ਵਾਲਾ ਪੇਸ਼ੈਂਟ ਹੈ, ਬਲਕਿ ਉਸ ਨੂੰ ਬਿਲਕੁਲ ਵੀ ਨਾ ਲਕੋ, ਉਹਦੀ ਛੇਤੀ ਤੋਂ ਛੇਤੀ ਸੈਂਪਲਿੰਗ ਕਰਵਾਓ। ਇਨ ਕੇਸ ਉਹ ਪੈਰਾਮੀਟਰਸ ਦੇ ਵਿੱਚ ਨਹੀਂ ਆਉਂਦਾ ਕਿ ਉਹਨੂੰ ਹੋਮ ਆਈਸੋਲੇਟ ਕੀਤਾ ਜਾ ਸਕੇ, ਉਹ ਉਸ ਪੇਸ਼ੈਂਟ ਦੀ ਭਲਾਈ ਲਈ ਹੈ ਕਿ ਉਹ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਇੱਕੋ ਦਮ ਉਹਦੀ ਸਿਹਤ ਡਿਟੋਰੇਟ ਹੋ ਗਈ ਤੇ ਆਪਾਂ ਨੂੰ ਮਤਲਬ ਇੱਕ ਬਹੁਤ ਵੱਡੀ ਮੈਡੀਕਲ ਐਮਰਜੈਂਸੀ ਫੇਸ ਕਰਨੀ ਪੈ ਜੇ ਜਾਂ ਸਾਹਮਣਾ ਕਰਨਾ ਪੈ ਜੇ। ਸੋ ਹੂਸੋਐਵਰ ਇਟ ਮੇ ਬੀ, ਕੋਈ ਵੱਡੀ ਉਮਰ ਦਾ, ਛੋਟੀ ਉਮਰ ਦਾ, ਟੈਸਟਿੰਗ ਕਰਵਾਓ, ਟਰੈਕਿੰਗ ਕਰੋ ਕਿ ਤੁਹਾਡੇ ਕੰਟੈਕਟਸ ਕਿਹੜੇ ਹੈ, ਉਹਨੇ ਟੈਸਟਿੰਗ ਕਰਵਾਓ ਤਾਂ ਕਿ ਅਕੋਰਡਿੰਗ ਟੂ ਯੋਰ ਮੈਡੀਕਲ ਕੰਡੀਸ਼ਨ, ਅਕੋਰਡਿੰਗ ਟੂ ਯੋਰ ਏਜ, ਜੇ ਹੋਮ ਆਈਸੋਲੇਟ ਕਰਨਾ ਤਾਂ ਹੋਮ ਆਈਸੋਲੇਟ, ਨਹੀਂ ਟਾਈਮ ਸਿਰ ਜਿਹੜੇ ਹਾਈ ਰਿਸਕ ਵਾਲੇ ਬੰਦੇ ਆ ਉਹਨਾਂ ਟ੍ਰੀਟਮੈਂਟ ਬਹੁਤ ਟਾਈਮ ਸਿਰ ਸ਼ੁਰੂ ਹੋ ਸਕੇ ਤਾਂ ਕਿ ਜੋ ਆਪਣੀਆਂ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਥੈਂਕ ਯੂ। ਹਾਂਜੀ, ਬਿਲਕੁਲ ਡਾਕਟਰ ਸਾਹਿਬ ਨੇ ਬਿਲਕੁਲ ਉਹੀ ਸਹੀ ਵਿਨय जी विनय ਹਾਂਜੀ ਹਾਂਜੀ ਨਵੀਨ हेलो ਜੀ। ਹਾਂਜੀ ਹਾਂਜੀ ਵਿਨय ਜੀ, ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ ਇਹਦੇ ਵਿੱਚ ਇੰਪਰੂਵਮੈਂਟ ਲਈ। ਜਦੋਂ ਸਾਨੂੰ ਕੋਵਿਡ ਹੋਇਆ ਸੀਗਾ, ਪੋਜ਼ਿਟਿਵ ਰਿਪੋਰਟ ਆਈ ਸੀ, ਤਾਂ ਅਸੀਂ ਲੋਕਲ ਐਸਐਮਓ ਰਾਮਪੁਰਾ ਨੂੰ ਅਪਰੋਚ ਕੀਤਾ ਸੀ ਵੀ ਸਾਨੂੰ ਹੋਮ ਕੁਆਰੰਟਾਈਨ ਅਸੀਂ ਕਿਵੇਂ ਕਰ ਸਕਦੇ ਹਾਂ। ਉਹਨਾਂ ਦਾ ਜਿਹੜਾ ਰਿਸਪੌਂਸ ਸੀ, ਮਤਲਬ ਕਿ ਉਹਨਾਂ ਨੇ ਕੋਈ ਦੱਸਿਆ ਨਹੀਂ ਸਾਨੂੰ ਵੀ ਹੋਮ ਕੁਆਰੰਟਾਈਨ ਦੀ ਆਪਸ਼ਨ ਹੈ ਜਾਂ ਨਹੀਂ ਹੈ, ਅਵੇਲੇਬਲ ਹੈ। ਉਹ ਕਹਿੰਦੇ ਨਹੀਂ, ਤੁਹਾਨੂੰ ਉੱਥੇ ਹੀ ਜਾਣਾ ਪਏਗਾ, ਉੱਥੇ ਹੀ ਕੁਆਰੰਟਾਈਨ ਕਰਨਗੇ। ਮੈਂ ਕਿਹਾ ਕੋਈ ਸਿੰਪਟਮਸ ਵੀ ਨਹੀਂ ਹੈ ਮੇਰੇ ਕੋਲੇ, ਤਾਂ ਉਹ ਕਹਿੰਦੇ ਕੋਈ ਗੱਲ ਨਹੀਂ, ਫਿਰ ਕੀ ਹੋਗਾ, ਜੇ ਤੁਹਾਨੂੰ ਐਮਰਜੈਂਸੀ ਆ ਗਈ ਫਿਰ ਕੀ ਕਰੋਗੇ। ਮਤਲਬ ਕਿ ਉਹਨਾਂ ਨੇ ਪ੍ਰੋਪਰ ਕੋਈ ਗਾਈਡ ਨਹੀਂ ਕੀਤਾ। ਹਾਂਜੀ ਤੇ ਨਵੀਨ ਇਹਦੇ ਜੀ, ਲਈ ਹਾਂਜੀ ਮੈਂ ਤੁਹਾਨੂੰ ਦੱਸਦਾ, ਤੁਹਾਡੀ ਕੁਐਰੀ ਬਿਲਕੁਲ ਜੈਨੂਅਨ ਹੈ, ਬਟ ਐਕਚੁਅਲ ਦੇ ਵਿੱਚ ਕੀ ਹੈ, ਜਿਵੇਂ ਜਿਵੇਂ ਕੋਰੋਨਾ ਫੈਲ ਰਿਹਾ, ਇਹਦੀਆਂ ਗਾਈਡਲਾਈਨਸ ਚੇਂਜ ਹੋ ਰਹੀਆਂ। ਪਹਿਲਾਂ ਹੋਮ ਕੁਆਰੰਟਾਈਨ ਜਿਹੜਾ ਸੀਗਾ, ਕੁਝ ਦੇਰ ਪਹਿਲਾਂ ਤੋਂ ਹੀ ਗਵਰਨਮੈਂਟ ਨੇ ਇੰਟਰੋਡਿਊਸ ਕੀਤਾ। ਅਸੀਂ ਵੀ ਈਵਨ ਇਸ ਦੇ ਨਾਲ ਇੱਕ ਸਿਸਟਮ ਬਣਾ ਰਹੇ ਹਾਂ ਕੁਝ ਪਿਛਲੇ ਹਫਤੇ ਦੇ ਉੱਤੋਂ ਕਿ ਜਿਹੜੇ ਸਾਰੇ ਕੰਟੈਕਟਸ ਹੋਣਗੇ, ਕਿੰਨੇ ਇੰਨੇ ਲੋਕ ਹੋਮ ਕੁਆਰੰਟਾਈਨ ਹੋਣਗੇ, ਉਹਨਾਂ ਨੂੰ ਕਿੱਦਾਂ ਮੈਨੇਜਮੈਂਟ ਹੋਏਗੀ। ਤਾਂ ਹੁਣੇ ਅਸੀਂ ਜਿਹੜਾ ਇਹ ਸਿਸਟਮ ਬਣਾਇਆ ਤੁਹਾਨੂੰ ਕਾਲਿੰਗ ਦਾ ਜਾਂ ਜ਼ੂਮ ਮੀਟਿੰਗ ਦਾ, ਇਹਦੇ ਉੱਤੇ ਕੁਝ ਟਾਈਮ ਲੱਗ ਜਾਂਦਾ ਹੈਗਾ। ਤਾਂ ਇਹਦੇ ਲਈ ਉਦੋਂ ਤੱਕ ਅਸੀਂ ਜਿਵੇਂ ਡਾਕਟਰ ਮਨੀਸ਼ ਜੀ ਵੀ ਜਿਹੜੇ ਹੈਗੇ ਆ, ਉਹ ਪਹਿਲਾਂ ਉਸ ਸਾਰੀ ਜਿਹੜੀ ਲੈਵਲ 1 ਫੈਸਿਲਿਟੀ ਹੈ ਉਸ ਨੂੰ ਡੀਲ ਕਰ ਰਹੇ ਸੀ। ਜਿਵੇਂ ਉਹਨਾਂ ਨੇ ਦੱਸਿਆ ਵੀ ਹੈ ਕਿ ਕਿੰਨੇ ਅਰਾਊਂਡ 1000 ਪੇਸ਼ੈਂਟ ਜਿਹੜੇ ਆ, ਪਹਿਲਾਂ ਇਹੀ ਚੀਜ਼ ਸੀਗਾ, ਹੋਮ ਕੁਆਰੰਟਾਈਨ ਪੋਜ਼ਿਟਿਵ ਪੇਸ਼ੈਂਟ ਲਈ ਨਹੀਂ ਸੀਗਾ। ਬਟ ਇਹ ਹੌਲੀ ਹੌਲੀ ਕਰਕੇ ਹੁਣ ਅਸੀਂ ਇਸੇ ਨੂੰ ਹੀ ਤਰਜੀਹ ਦੇ ਰਹੇ ਹਾਂ ਕਿ ਲੋਕ ਜਿਹੜੇ ਹੈ ਉਹ ਸੌਖੇ ਰਹਿਣ, ਘਰ ਦੇ ਵਿੱਚ ਹੀ ਰਹਿਣ। ਤਾਂ ਪਹਿਲਾਂ ਇਹ ਨਹੀਂ ਸੀਗਾ, ਪਹਿਲਾਂ ਅਸੀਂ ਪ੍ਰੈਫਰੇਬਲੀ ਇੰਸਟੀਟਿਊਸ਼ਨ ਦੇ ਵਿੱਚ ਪ੍ਰੈਫਰ ਕਰਦੇ ਸੀ, ਪਰ ਹੁਣ ਜਦੋਂ ਸਾਨੂੰ ਲੱਗਿਆ ਹੈ ਕਿ ਨਹੀਂ, ਘਰ ਦੇ ਵਿੱਚ ਵੀ ਸਾਡੇ ਨਾਲ ਮਤਲਬ ਘਰ ਦੇ ਵਿੱਚ ਰਹਿ ਕੇ ਵੀ ਗਾਈਡਲਾਈਨਸ ਫੋਲੋ ਕਰਕੇ ਟ੍ਰੀਟਮੈਂਟ ਕਰਵਾਇਆ ਜਾ ਸਕਦਾ, ਜਾਂ ਅਸੀਂ ਉਸ ਲਈ ਐਡਮਿਨਿਸਟ੍ਰੇਸ਼ਨ ਨੇ ਆਪਦੇ ਆਪ ਨੂੰ ਤਿਆਰ ਕਰ ਲਿਆ, ਤਾਂ ਹੁਣ ਅਸੀਂ ਅਲਾਉ ਕਰ ਰਹੇ ਹਾਂ। ਹੁਣ ਬੜਾ ਈਜ਼ੀ ਪ੍ਰੋਸੀਜਰ ਹੈ, ਬੜਾ ਇੱਕ ਵਾਰੀ ਹੀ ਉਹਨਾਂ ਨੂੰ ਜਿਹੜਾ ਵੀ ਕੋਈ ਪੋਜ਼ਿਟਿਵ ਆਉਂਦਾ ਹੈਗਾ, ਇੱਕ ਵਾਰੀ ਸਿਰਫ ਐਨੈਕਸ਼ਰ ਇਹ ਹੈ ਜਿਹੜਾ ਭਰਵਾਉਣ ਦੇ ਲਈ ਉਹਨਾਂ ਨੂੰ ਜਾਣਾ ਪੈਂਦਾ ਹੈਗਾ, ਉਹ ਵੀ ਅਸੀਂ ਸਿੰਪਲੀਫਾਈ ਕਰ ਰਹੇ ਹਾਂ ਦਿਨ ਬਰ ਦਿਨ। ਤਾਂ ਹੁਣ ਕੋਈ ਏਦਾਂ ਦੀ ਨਹੀਂ ਹੈ। ਜਿਸ ਟਾਈਮ ਤੁਸੀਂ ਹੋਵੋਗੇ ਮੇਬੀ ਉਸ ਟਾਈਮ ਸਾਡਾ ਕਿਉਂਕਿ ਪ੍ਰੋਸੈਸ ਚੱਲ ਰਿਹਾ ਸੀ, ਉਦੋਂ ਤੁਹਾਨੂੰ ਕੋਈ ਦਿੱਕਤ ਆਈ ਹੋਵੇ ਤਾਂ, ਬਟ ਹੁਣ ਫਿਲਹਾਲ ਜਿਹੜੀ ਅੱਜ ਦੀ ਘੜੀ ਹੈ, ਜਿਨ੍ਹਾਂ ਦਾ ਪੋਜ਼ਿਟਿਵ ਆ ਰਿਹਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਹੈਗੀ, ਉਹ ਈਜ਼ੀਲੀ ਹੋਮ ਕੁਆਰੰਟਾਈਨ ਹੋ ਰਹੀ ਹੈ। ਇੱਕ ਹੋਰ ਮੇਰੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਹੈ, ਜਿਹੜਾ ਕੱਲ ਇੱਕ ਮੈਨੂੰ ਫੋਨ ਵੀ ਆਇਆ ਸੀ, ਤਾਂ ਉਹ ਬਾਇਓਮੈਡੀਕਲ ਵੇਸਟ ਦੇ ਰਿਗਾਰਡਿੰਗ ਹੈ। ਬਾਇਓਮੈਡੀਕਲ ਵੇਸਟ ਜਿਹੜੀ ਤੁਹਾਡੇ ਘਰਾਂ ਦੀ ਹੈ, ਮਤਲਬ ਜਿਹੜੀ ਵੀ ਤੁਹਾਡੀ ਖਾਣ ਪੀਣ ਦਾ ਜਾਂ ਕੋਈ ਵੀ ਵੇਸਟ ਹੈ, ਉਹ ਉਸ ਨੂੰ ਵੀ ਬੜੇ ਧਿਆਨ ਦੇ ਨਾਲ ਆਪਾਂ ਰੱਖਣਾ ਹੈ। ਸੌਰੀ, ਇੱਕ ਮਿੰਟ, ਮੈਂ ਡੀ ਸਾਹਿਬ ਦੀ ਡਾਕਟਰ ਮਨੀਸ਼ ਕਾਈਂਡਲੀ ਕੰਟੀਨਿਊ ਕਰੋਗੇ ਰਿਗਾਰਡਿੰਗ ਬਾਇਓਮੈਡੀਕਲ ਵੇਸਟ। ਬਾਇਓਮੈਡੀਕਲ ਵੇਸਟ ਦੀ ਗਾਈਡਲਾਈਨਸ ਇਹੀ ਹੋਇਆ, ਪਹਿਲਾਂ ਤਾਂ ਹੋਮ ਆਈਸੋਲੇਸ਼ਨ 'ਚ ਜਦੋਂ ਕੋਈ ਵੀ ਪਰਸਨ ਹੁੰਦਾ ਜਿਹੜਾ ਪੋਜ਼ਿਟਿਵ ਆਇਆ ਹੋਇਆ, ਗਾਈਡਲਾਈਨਸ ਦੇ ਅਕੋਰਡਿੰਗ ਉਹਦਾ ਪਰਟੀਕੂਲਰਲੀ ਇੱਕ ਕੇਅਰ ਟੇਕਰ ਹੋਣਾ ਚਾਹੀਦਾ, ਸਿਰਫ ਇੱਕੋ ਬੰਦਾ ਸਾਰੇ ਘਰ ਦੇ ਵਿੱਚ, ਜੋ ਕਿ ਉਹਦਾ ਜਿਹੜਾ ਪੂਰਾ ਟੈਨਿਓਰ ਹੈ ਹੋਮ ਆਈਸੋਲੇਸ਼ਨ ਦਾ, ਉਹੀ ਉਸ ਦੀ ਨੀਡਸ ਨੂੰ ਡੀਲ ਕਰੇਗਾ। ਤੇ
ਉਹੀ ਕੇਅਰ ਟੇਕਰ ਉਹਨੂੰ ਖਾਣਾ ਪਕੜਾਏਗਾ, ਸਾਰਾ ਕੁਛ ਹੈ। ਰਿਕਮੈਂਡਡ ਇਹੋ ਹੈ ਕਿ ਜਾਂ ਤਾਂ ਤੁਸੀਂ ਆਪਣੇ ਕੋਈ ਬਰਤਨ ਲਗਾ ਲਓ ਜਿਸ ਨੂੰ ਕਿ ਤੁਸੀਂ ਆਪ ਹੀ ਵਾਸ਼ ਕਰੋ, ਪ੍ਰੋਪਰ ਸੋਪ ਨਾਲ ਵਾਸ਼ ਕਰੋ, ਬਰਤਨ ਕਲੀਨ ਹੋ ਜਾਂਦਾ ਹੈ, ਤੁਸੀਂ ਉਹੀ ਬਰਤਨ ਯੂਜ਼ ਕਰਦੇ ਰਹੋ ਉਸ ਟਾਈਮ ਪੀਰੀਅਡ ਲਈ। ਐਟ ਦਾ ਐਂਡ ਆਫ ਦਾ ਆਈਸੋਲੇਸ਼ਨ ਟਾਈਮ ਪੀਰੀਅਡ ਆਪਾਂ ਉਹਨੂੰ ਪ੍ਰੋਪਰ ਸੋਡੀਅਮ ਹਾਈਪੋਕਲੋਰਾਈਟ ਨਾਲ ਬਲੀਚਿੰਗ ਪਾਊਡਰ ਨਾਲ ਉਹਨੂੰ ਡਿਸਇਨਫੈਕਟ ਕਰਕੇ ਦੁਬਾਰਾ ਯੂਜ਼ ਕਰ ਸਕਦੇ ਹਾਂ। ਸੈਕਿੰਡ ਕੀ ਹੈ ਕਿ ਸੈਕਿੰਡ ਜੇ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਹੈ ਕਿ ਬਰਤਨ ਨਹੀਂ ਆਪ ਸਾਫ਼ ਕਰਨੇ, ਬਰਤਨ ਆਪਾਂ ਡਿਸਪੋਜ਼ੇਬਲ ਯੂਜ਼ ਕਰ ਸਕਦੇ ਹਾਂ। ਬਰਤਨ ਡਿਸਪੋਜ਼ੇਬਲ ਬਰਤਨਾਂ ਦੀ ਗਾਈਡਲਾਈਨਸ ਵੀ ਇਹੀ ਹੈ ਕਿ ਉਹਨਾਂ ਨੂੰ ਕੂੜਾ ਸਿੱਟਣ ਤੋਂ ਪਹਿਲਾਂ ਇੱਕ ਬਲੀਚਿੰਗ ਪਾਊਡਰ ਦੇ ਨਾਲ ਘੋਲ ਤਿਆਰ ਕੀਤਾ ਜਾਵੇ, ਜਾਂ ਸੋਡੀਅਮ ਹਾਈਪੋਕਲੋਰਾਈਟ ਇੱਕ ਪਾਊਡਰ ਆਉਂਦਾ, ਉਹਦਾ ਮਿਕਸਚਰ ਵੀ ਬਣਿਆ ਬਣਾਇਆ ਹੁੰਦਾ। 10% ਸੋਡੀਅਮ ਹਾਈਪੋਕਲੋਰਾਈਟ ਦਾ ਸੋਲੂਸ਼ਨ ਰਿਕਮੈਂਡਡ ਹੁੰਦਾ। 10% ਸੋਡੀਅਮ ਹਾਈਪੋਕਲੋਰਾਈਟ ਦਾ ਮਤਲਬ ਹੈ ਜਿਹੜਾ ਇਹ ਕੈਮੀਕਲ ਹੈ ਸੋਡੀਅਮ ਹਾਈਪੋਕਲੋਰਾਈਟ, 9 ਲੀਟਰ ਪਾਣੀ 1 ਲੀਟਰ ਸੋਡੀਅਮ ਹਾਈਪੋਕਲੋਰਾਈਟ ਉਹ ਪਾਓ, ਤੁਹਾਡਾ 10% ਸਟਰੈਂਥ ਵਾਲਾ ਯੂਜ਼ ਹੋ ਜਾਂਦਾ। ਉਹਨੂੰ ਜੋ ਵੀ ਤੁਹਾਡੇ ਡਿਸਪੋਜ਼ੇਬਲ ਭਾਂਡੇ ਨੇ ਉਹ ਤੇ ਛਿੜਕਾ ਕਰ ਦਿੱਤਾ ਜਾਵੇ। ਉਦੋਂ ਮੁੜ ਕੇ ਉਹ ਸੇਫ ਨੇ ਤੁਹਾਡੇ ਆਪਣੇ ਜਨਰਲ ਵੇਸਟ ਦੇ ਵਿੱਚ ਪਾਉਣ ਲਈ, ਪਰ ਉਹਨਾਂ ਨੂੰ ਸਪੈਸ਼ਲ ਇੱਕ ਅਲੱਗ ਬੈਗ ਦੇ ਵਿੱਚ ਬੰਦ ਕਰਕੇ ਫਿਰ ਕੂੜੇ ਦੇ ਵਿੱਚ ਪਾਇਆ ਜਾਵੇ। ਹਾਂਜੀ, ਬਿਲਕੁਲ ਡਾਕਟਰ ਸਾਹਿਬ ਨੇ ਡਿਟੇਲ ਦੇ ਵਿੱਚ ਦੱਸਿਆ। ਫਿਲਹਾਲ ਅਸੀਂ ਵੀ ਇਹ ਡਿਸਕਸ ਕਰ ਰਹੇ ਸੀ ਕਿ ਮੇਬੀ ਸੋਡੀਅਮ ਹਾਈਪੋਕਲੋਰਾਈਡ ਜਿਹੜੇ ਵੀ ਆਲਰੇਡੀ ਕੁਆਰੰਟਾਈਨ ਹੋ ਗਏ ਨੇ ਉਹਨਾਂ ਕੋਲੇ ਅਵੇਲੇਬਲ ਨਾ ਹੋਵੇ, ਤਾਂ ਕੋਈ ਗੱਲ ਨਹੀਂ, ਫਿਰ ਵੀ ਸਟਿਲ ਤੁਸੀਂ ਜੇ ਤੁਸੀਂ ਖੁਦ ਡਿਸਇਨਫੈਕਟ ਨਹੀਂ ਤਾਂ ਐਟਲੀਸਟ ਉਹਨਾਂ ਨੂੰ ਇੱਕ ਅਲੱਗ ਲਾਈਕ ਲਿਫਾਫੇ ਦੇ ਵਿੱਚ, ਪੋਲੀਥੀਨ ਦੇ ਵਿੱਚ ਬੰਦ ਕਰਕੇ, ਮਤਲਬ ਜਨਰਲ ਇੱਕ ਸਾਈਡ ਤੇ ਰੱਖਦੇ ਰਹੋ। ਅਸੀਂ ਕੁਝ ਅੱਜ ਵੀ ਐਡਮਿਨਿਸਟ੍ਰੇਸ਼ਨ ਡੀਸੀ ਸਰ ਤੇ ਸੀਐਮਓ ਸਾਹਿਬ ਦੇ ਨਾਲ ਅਸੀਂ ਮਤਲਬ ਉਹ ਪਲਾਨ ਬਣਾ ਰਹੇ ਹੈਗੇ ਕੁਝ ਕਿ ਮੇਬੀ ਕੋਈ ਇੱਕ ਸਪੈਸ਼ਲ ਟੀਮ ਜਿਹੜੀ ਹਸਪੀਟਲ ਦੇ ਵਿੱਚੋਂ ਬਾਇਓਮੈਡੀਕਲ ਵੇਸਟ ਕਲੈਕਟ ਕਰਦੀ ਹੈ, ਇਨਫੈਕਟਿਡ ਵੇਸਟ, ਤਾਂ ਮੇਬੀ ਉਹਨਾਂ ਨੂੰ ਅਸੀਂ ਕੁਝ ਉਦਾਂ ਦੀ ਡਿਊਟੀ ਦਈਏ। ਬਟ ਉਦੋਂ ਤੱਕ ਤੁਸੀਂ ਥੋੜਾ ਜਿਹਾ ਆਪਣੀ ਜਿਹੜੀ ਵੇਸਟ ਹੈਗੀ ਹੈ, ਤਾਂ ਜੇ ਤੁਹਾਡੇ ਕੋਲ ਇਨ ਕੇਸ 1% ਸੋਡੀਅਮ ਹਾਈਪੋਕਲੋਰਾਈਡ ਤੁਸੀਂ ਬਣਾ ਸਕਦੇ ਹੋ ਤੇ ਉਸਨੂੰ ਡਿਸਇਨਫੈਕਟ ਕਰ ਸਕਦੇ ਹੋ, ਤਾਂ ਉਹਦੇ ਵਰਗੀ ਤਾਂ ਰੀਸ ਹੀ ਨਹੀਂ ਹੈ, ਤਾਂ ਉਦਾਂ ਤੁਸੀਂ ਜ਼ਰੂਰ ਕਰੋ। ਬਟ ਸਟਿਲ ਜੇ ਤੁਹਾਡੇ ਕੋਲ ਉਦਾਂ ਦੀ ਸੁਵਿਧਾ ਨਹੀਂ ਹੈ ਫਿਲਹਾਲ ਅੱਜ ਦੀ ਘੜੀ, ਤਾਂ ਤੁਸੀਂ ਉਸ ਨੂੰ ਵੈਸਾ ਜਿਹੜਾ ਹੈਗਾ ਇੱਕ ਅਲੱਗ ਉਸ ਦੇ ਵਿੱਚ ਜ਼ਰੂਰ ਪਾ ਕੇ, ਇੱਕ ਅਲੱਗ ਪੋਲੀਥੀਨ ਦੇ ਵਿੱਚ ਪਾ ਕੇ ਜ਼ਰੂਰ ਉਸ ਨੂੰ ਰੱਖੋ। ਉਸ ਨੂੰ ਇੱਕਦਮ ਤੁਸੀਂ ਬਾਹਰ ਦੇ ਜਿਹੜੇ ਹੈਗੇ ਨਾ ਸੁੱਟੋ। ਉਸ ਤੋਂ ਇਲਾਵਾ ਜਿਵੇਂ ਸਿੰਪਲ ਆਪਣੇ ਘਰ ਦੇ ਵਿੱਚ ਵੀ ਸੋਡੀਅਮ ਹਾਈਪੋਕਲੋਰਾਈਡ ਵੀ ਜਿਹੜੇ ਡਾਕਟਰ ਸਾਹਿਬ ਦੱਸ ਵੀ ਰਹੇ ਸੀਗੇ, ਤਾਂ ਮਿੱਠਾ ਸੋਡਾ ਉਸ ਦੇ ਨਾਲ ਵੀ ਬਣ ਸਕਦਾ। ਉਹ ਕੁਝ ਪਾਰਟਿਕੂਲਰ ਕੁਆਂਟੀਟੀ ਹੈ, ਕਿੰਨੇ ਗ੍ਰਾਮ ਪਾਣਾ ਹੈ, ਕਿੰਨਾ ਪਾਣੀ ਪਾਣਾ ਹੈ, ਉਹ ਅਸੀਂ ਦੇਖਦੇ ਹਾਂ ਕਿ ਕੁਝ ਨਾ ਕੁਝ ਤੁਹਾਨੂੰ ਪ੍ਰੋਪਰ ਗਾਈਡ ਕਰ ਸਕੀਏ ਕਿ ਤਾਂ ਕਿ ਉਹ 1% ਸੋਡੀਅਮ ਹਾਈਪੋਕਲੋਰਾਈਡ ਹੀ ਬਣੇ। ਪਲੱਸ ਉਹਦੇ ਵਿੱਚ ਕੁਝ ਇਦਾਂ ਦਾ ਇਸ਼ੂ ਹੈ ਕਿ ਉਹ ਸਕਿਨ ਦੇ ਲਈ ਮੇਬੀ ਉਹ ਉਨਾ ਸੇਫ ਨਾ ਹੋਵੇ, ਤਾਂ ਉਹਦੇ ਲਈ ਤੁਸੀਂ ਪ੍ਰੋਪਰ ਹੈਂਡਲਿੰਗ ਕਿੱਦਾਂ ਕਰਨੀ, ਕਿੱਦਾਂ ਉਸ ਨੂੰ ਯੂਜ਼ ਕਰਨਾ ਹੈ, ਉਹਦੀਆਂ ਤੁਹਾਨੂੰ ਅਸੀਂ ਦਵਾਂਗੇ। ਪਰ ਜਦੋਂ ਤੱਕ ਤੁਸੀਂ ਡਿਸਇਨਫੈਕਟ ਖੁਦ ਨਹੀਂ ਕਰ ਰਹੇ, ਤਾਂ ਵੀ ਉਹਦੇ ਨਾਲ ਇੰਨਾ ਪ੍ਰੀਕਾਸ਼ਨ ਜ਼ਰੂਰ ਲਓ ਕਿ ਉਸ ਨੂੰ ਅਲੱਗ ਲਿਫਾਫੇ ਦੇ ਵਿੱਚ ਜਿਹੜਾ ਹੈਗਾ ਬੰਦ ਕਰਕੇ ਉਸ ਨੂੰ ਰੱਖ ਦਿਓ। ਇੱਕਦਮ ਉਸ ਨੂੰ ਜਿਹੜਾ ਹੈਗਾ ਜਿਹੜੇ ਪੋਜ਼ਿਟਿਵ ਪੇਸ਼ੈਂਟ ਦੀ ਵੇਸਟ ਹੈ ਉਸ ਨੂੰ ਸਿੰਪਲ ਕੂੜੇ ਦੇ ਵਿੱਚ ਹਜੇ ਨਾ ਮਿਲਾਓ। ਬਾਕੀ ਸੈਕੰਡਲੀ ਇਹਦੇ ਚ ਇਸ਼ੂ ਇਹ ਆ ਕੈਮੀਕਲਸ ਨਾਲ ਡਿਸਇਨਫੈਕਟ ਕਰਕੇ ਆਪਣਾ ਜਨਰਲ ਵੇਸਟ ਦੇ ਵਿੱਚ ਉਹ ਪਾਉਣਾ, ਉਹਦੀ ਅੱਡ ਇੰਪਲੀਕੇਸ਼ਨਸ ਆ। ਬਟ ਸਭ ਤੋਂ ਈਜ਼ੀ ਜਿਹੜੇ ਏਜ ਗਰੁੱਪ ਦੇ ਆਪਾਂ ਹੈਗੇ ਆ, ਏਸਿਮਟੋਮੈਟਿਕ ਹੈਗੇ ਆ, ਮਾਈਲਡ ਸਿੰਪਟੋਮੈਟਿਕ ਹੈਗੇ ਆ, ਮੈਂ ਪਰਸਨਲੀ ਰਿਕਮੈਂਡ ਇਹ ਕਰੂੰਗਾ ਕਿ ਆਪਣਾ ਇੱਕ ਸੈੱਟ ਬਰਤਨਾਂ ਦਾ ਰੱਖੋ, ਪਲੇਟ 2 ਕੌਲੀਆਂ 3 ਕੌਲੀਆਂ ਚਮਚ ਵਗੈਰਾ ਗਲਾਸ, ਉਹਨਾਂ ਨੂੰ ਹੀ ਰਿਪੀਟਡਲੀ ਯੂਜ਼ ਕਰੋ। ਨਾਰਮਲ ਆਪਣੇ ਜਿਹੜੇ ਐਂਟੀਸੈਪਟਿਕ ਹੈਂਡ ਵਾਸ਼ ਆਉਂਦੇ ਆ, ਜਿਹੜੇ ਕਿ ਆਪਣਾ ਜਿਨ੍ਹਾਂ ਨਾਲ ਹੱਥ ਧੋਣੇ ਆਪਾਂ, ਬਹੁਤ ਅੱਛੇ ਬ੍ਰਾਂਡ ਦੇ ਕੰਪਨੀਆਂ ਦੇ ਆਉਂਦੇ ਨੇ, ਉਹ ਯੂਜ਼ ਕਰੋ। ਉਹਨਾਂ ਨੂੰ ਧੋ ਕੇ ਭਾਂਡੇ ਨੂੰ ਆਪਣੇ ਫਿਰ ਯੂਜ਼ ਕਰਨ ਲਈ ਰੱਖ ਦਿਓ। ਨੈਕਸਟ ਟਾਈਮ ਜਦੋਂ ਵੀ ਤੁਹਾਡਾ ਕੋਈ ਮੀਲ ਸਰਵ ਹੁੰਦਾ, ਚਾਹੇ ਵੀ ਬ੍ਰੇਕਫਾਸਟ, ਲੰਚ, ਡਿਨਰ, ਕੋਈ ਵੀ ਮੀਲ ਸਰਵ ਹੁੰਦਾ, ਤੁਸੀਂ ਉਹੀ ਭਾਂਡਿਆਂ ਵਿੱਚ ਸਰਵ ਕਰਵਾਓ ਆਪਣਾ, ਉਹਨਾਂ ਨੂੰ ਯੂਜ਼ ਕਰਕੇ ਫਿਰ ਉਹਨਾਂ ਨੂੰ ਪਾ ਦਿਓ। ਇਸ ਦੇ ਨਾਲ ਆਪਾਂ ਬੇਸਿਕਲੀ ਡਿਜ਼ੀਜ਼ ਸਪਰੈਡ, ਜਿਹੜਾ ਕਿ ਜਨਰਲ ਵੇਸਟ ਦੇ ਵਿੱਚ ਆਪਾਂ ਡਿਸਪੋਜ਼ੇਬਲ ਭਾਂਡੇ ਪਾਵਾਂਗੇ, ਉਹ ਵੀ ਬਚੇਗਾ, ਵੇਸਟੇਜ ਹਰ ਇੱਕ ਤਰੀਕੇ ਨਾਲ ਬਚੇਗੀ, ਐਂਡ ਵੀ ਵਿਲ ਬੀ ਏਬਲ ਟੂ ਲਿਮਿਟ ਦ ਸਪਰੈਡ ਆਫ ਦ ਡਿਜ਼ੀਜ਼ ਆਲਸੋ। ਬਿਲਕੁਲ ਡਾਕਟਰ ਸਾਹਿਬ ਨੇ ਬੜਾ ਪ੍ਰੈਕਟੀਕਲ ਜਿਹਾ ਤਰੀਕਾ ਦੱਸਿਆ ਕਿ ਹਾਂ ਆਪਾਂ ਉਹੀ ਬਰਤਨ ਸੇਮ ਹੀ ਯੂਜ਼ ਕਰਦੇ ਰਹੀਏ ਤੇ ਖੁਦ ਹੀ ਉਸ ਨੂੰ ਵਾਸ਼ ਕਰ ਲਈਏ, ਤਾਂ ਇਹ ਬਹੁਤ ਸਿੰਪਲੀਫਾਈਡ ਹੈ, ਸਸਤਾ ਤਰੀਕਾ ਹੈ, ਤੇ ਇਸ ਦੇ ਨਾਲ ਉਹਦਾਂ ਦੀ ਵੇਸਟ ਵੀ ਘਟੇਗੀ। ਆਈ ਥਿੰਕ ਅੱਜ ਦੀ ਮੀਟਿੰਗ ਜਿਹੜੀ ਆਪਾਂ ਇੱਥੇ ਕਲੋਜ਼ ਕਰ ਸਕਦੇ ਹਾਂ, ਕਿਉਂਕਿ 1.5 ਘੰਟੇ ਦੇ ਕਰੀਬ ਆਪਾਂ ਨੂੰ ਹੋ ਗਿਆ। ਮੈਂ ਡਾਕਟਰ ਮਨੀਸ਼ ਇਹਨਾਂ ਨੂੰ ਰਿਕੁਐਸਟ ਵੀ ਕਰੂੰਗਾ ਕਿ ਜਿਹੜੇ ਗਰੁੱਪਸ ਆਪਣੇ ਬਣੇ ਹੋਏ ਆ ਡਾਕਟਰ ਸਾਹਿਬ ਨੂੰ ਆਪਾਂ ਉਸ ਦੇ ਵਿੱਚ ਐਡ ਕਰ ਲਈਏ, ਤਾਂ ਕਿ ਜਿਹੜੀ ਵੀ ਕੋਈ ਦਿੱਕਤ ਹੈ ਅਸੀਂ ਜਿਹੜੀ ਤੁਹਾਨੂੰ ਨਾਲ ਦੀ ਨਾਲ ਹੈਲਪ ਮਿਲਦੀ ਰਹੇ। ਇਸ ਤੋਂ ਇਲਾਵਾ ਵੀ ਅਸੀਂ ਪਲਾਨ ਕੀਤਾ ਹੈਗਾ ਕਿ ਜਿਹੜੀਆਂ ਮੀਟਿੰਗਸ ਨੇ, ਨੈਕਸਟ ਮੀਟਿੰਗ ਵੀ ਅਸੀਂ ਕੁਝ ਸੀਐਮਓ ਸਾਹਿਬ ਦੇ ਨਾਲ ਮਿਲ ਕੇ ਸਾਈਕੈਟਰਿਸਟ, ਡਾਈਟੀਸ਼ੀਅਨ ਤੇ ਈਵਨ ਆਯੁਰਵੈਦਿਕ ਡਾਕਟਰ ਜਿਹੜੇ ਯੋਗਾ ਸਪੈਸ਼ਲਿਸਟ ਨੇ,
ਉਹਨਾਂ ਦੇ ਨਾਲ ਤੁਹਾਡੀਆਂ ਅੱਗੇ ਵਾਲੀਆਂ ਕੁਝ ਮੀਟਿੰਗਸ ਦੇ ਵਿੱਚ ਉਹਨਾਂ ਨੂੰ ਐਜ਼ ਅ ਗੈਸਟ ਐਜ਼ ਅ ਸਪੈਸ਼ਲਿਸਟ ਜਿਹੜੇ ਤੁਹਾਨੂੰ ਗਾਈਡ ਕਰਨਗੇ ਹਰ ਇੱਕ ਪੁਆਇੰਟ ਦੇ ਉੱਤੇ, ਉਹਨਾਂ ਦੇ ਨਾਲ ਮੀਟਿੰਗਸ ਕਰਵਾਵਾਂਗੇ। ਤੁਸੀਂ ਜਿਨ੍ਹਾਂ ਨੇ ਵੀ ਪਾਰਟਿਸਿਪੇਟ ਕੀਤਾ ਕਾਈਂਡਲੀ ਇਹਨੂੰ ਸਪਰੈਡ ਕਰੋ, ਹੋਰਾਂ ਨੂੰ ਵੀ ਦੱਸੋ ਕਿ ਇਦਾਂ ਦੀਆਂ ਮੀਟਿੰਗਸ ਹੋ ਰਹੀਆਂ ਨੇ, ਤਾਂ ਕਿ ਨੈਕਸਟ ਟਾਈਮ ਜਿਹੜੀ ਆਪਣੀ ਪਾਰਟਿਸਿਪੇਸ਼ਨ ਹੈ ਉਹ ਹੋਰ ਵੀ ਲੈਵਲ ਇਸ ਤੋਂ ਵਧੇ, ਤਾਂ ਕਿ ਆਪਾਂ ਸਭ ਦੀਆਂ ਜਾਨਾਂ ਕੀਮਤੀ ਨੇ, ਸਭ ਦੇ ਜਿਹੜਾ ਟਾਈਮ ਹੈ ਕੀਮਤੀ ਹੈ, ਉਹ ਆਪਾਂ ਉਹਨਾਂ ਨੂੰ ਗਾਈਡ ਕਰ ਸਕੀਏ। ਉਹਨਾਂ ਨੂੰ ਇਦਾਂ ਹੋਵੇ ਕਿ ਜਿਹੜੇ ਵੀ ਕੁਆਰੰਟਾਈਨ ਨੇ ਉਹ ਈਜ਼ੀਲੀ ਆਪਣਾ ਕੋਈ ਉਹਨਾਂ ਦੇ ਡਾਊਟ ਨਾ ਹੋਵੇ, ਈਜ਼ੀਲੀ ਉਹ ਆਪਣਾ ਕੁਆਰੰਟਾਈਨ ਵਾਲਾ ਪੀਰੀਅਡ ਹੈਗਾ ਉਹ ਨਿਕਾਲ ਸਕਣ ਤੇ ਆਪਾਂ ਨੂੰ ਕੋਈ ਵੀ ਕੰਪਲਿਕੇਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਅਗੇਨ ਮੈਂ ਮੀਟਿੰਗ ਨੂੰ ਕਲੋਜ਼ ਕਰਨ ਦੇ ਲਈ ADC ਸਰ ਦੀ ਇਜਾਜ਼ਤ ਚਾਹੁੰਦਾ। ਸਰ ਕਲੋਜ਼ ਕਰ ਦਈਏ ਫਿਰ ਆਪਾਂ ਇਸੇ। Thank you, Vinay, and thank you, Dr. Saab. Thank you for everyone for participating. And ਜਿਹੜੀ ਤੁਹਾਡੀ ਟੀਮ ਕਾਲ ਸੈਂਟਰ ਦੇ ਵਿੱਚ ਕੰਮ ਕਰ ਰਹੀ ਹੈ, convey our sincere thanks to the entire team. ਬਿਲਕੁਲ ਸਰ, ਕਾਫੀ ਲੋਕ ਆਪਣੇ ਨਾਲ ਨੇ, ਸੰਤੋਸ਼ ਜੀ ਨੇ, ਪ੍ਰਵੀਨ ਜੀ ਨੇ, ਜਿਹੜੇ ਅੱਜ ਰਾਜੂ ਸਿੰਘਲਾ ਜੀ ਨੇ ਜਿਹੜੇ ਨਾਲ ਅਟੈਚਡ ਨੇ, ਉਹ ਵੀ ਨਾਲ ਸੁਣ ਰਹੇ ਨੇ ਸਾਰੀਆਂ ਗਾਈਡਲਾਈਨਸ ਜਿਹੜੀਆਂ ਹੈਗੀਆਂ, ਦੀਪਕ ਸ਼ਰਮਾ ਜੀ ਨੇ, ਉਹ ਸਰ ਕਾਫੀ ਜ਼ਿਆਦਾ ਮਿਹਨਤ ਕਰ ਰਹੇ ਨੇ। ਮੈਂ ਤੁਹਾਨੂੰ ਕਈ ਸਕਰੀਨਸ਼ਾਟਸ ਵੀ ਭੇਜੇ ਕਿ ਉਹ ਰਾਤ ਨੂੰ ਈਵਨ 10-11 ਵਜੇ ਤੱਕ ਕਾਲ ਕਰਦੇ ਆ, ਸਵੇਰ 7 ਵਜੇ ਉੱਠ ਕੇ ਉਹਦੇ ਉੱਤੇ ਲੱਗ ਜਾਂਦੇ ਆ, ਤਾਂ ਬਹੁਤ ਹੀ ਮਿਹਨਤ ਕਰ ਰਹੇ ਨੇ ਸਾਰੇ ਜਣੇ। ਬਹੁਤ ਵਧੀਆ ਗੱਲ ਹੈ। ਐਂਡ ਜਿਹੜੇ ਬੈਕਗਰਾਉਂਡ ਤੇ ਆਪਾਂ ਸਾਰੇ ਕੰਮ ਕਰ ਰਹੇ ਹਾਂ, ਆਮ ਸ਼ੋਰ ਇੰਨੀ ਵੱਡੀ ਮਹਾਮਾਰੀ ਦੇ ਵਿੱਚ ਸਾਡਾ ਬੜਾ ਇੰਪੋਰਟੈਂਟ ਰੋਲ ਹੈ, ਪੂਰੀ ਟੀਮ ਦਾ ਤੁਹਾਡਾ, ਤੇ ਜਿਹੜੇ ਵੀ ਇਹਦੇ ਵਿੱਚ ਲੱਗੇ ਹੋਏ ਆ ਅਪਾਰਟ ਫਰੋਮ ਦਾ ਫਰੰਟ ਲਾਈਨ ਵਰਕਰਸ ਜਿਵੇਂ ਡਾਕਟਰ ਸਾਹਿਬ ਨੇ, ਐਂਡ ਜਿਹੜੇ ਖੁਦ ਕਰੋਨਾ ਦੇ ਨਾਲ ਇਫੈਕਟ ਹੋਏ, ਤੇ ਸਾਰੇ ਜਿਹੜੇ ਆਪਾਂ ਲੱਗੇ ਹੋਏ, ਲੈਟ ਅਸ ਕੰਟੀਨਿਊ ਦਾ ਐਫਰਟ। ਥੋੜੇ ਆਈ ਥਿੰਕ 1-2 ਮਹੀਨੇ ਦੀ ਗੱਲ ਰਹਿ ਗਈ ਵੈਨ ਵਿਲ ਰੀਚ ਦਾ ਪੀਕ, ਉਸ ਤੋਂ ਬਾਅਦ ਇਹਦੇ ਵਿੱਚ ਕਨਸਟੈਂਟ ਡਿਕਲਾਈਨ ਸ਼ੁਰੂ ਹੋ ਜਾਊਗਾ, ਤੇ ਆਮ ਸ਼ੋਰ ਕਿ ਆਪਾਂ ਇਸ ਜਿਹੜਾ ਇੱਕਦਮ ਤੋਂ ਕੇਸਿਸ ਵੀ ਵਧਣਗੇ ਹੁਣ ਪ੍ਰੋਬੇਬਲੀ, ਐਂਡ ਇਹਨੂੰ ਥੋੜਾ ਜਿਹਾ ਆਪਾਂ ਕੰਟਰੋਲ ਕਰਨ ਦੇ ਵਿੱਚ ਜਿੰਨਾ ਵੀ ਆਪਣਾ ਕੰਟਰੀਬਿਊਸ਼ਨ ਕਰ ਸਕਦੇ ਹਾਂ, ਲੈਟਸ ਡੂ ਦੈਟ। ਐਂਡ ਥੈਂਕ ਯੂ ਵਿਨੈ ਫॉर ਆਰਗੇਨਾਈਜ਼ਿੰਗ ਦਿਸ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, and thank you, I convey my thanks to the entire team. Thank you so much. ਠੀਕ ਹੈ ਜੀ, ਥੈਂਕ ਯੂ ਸਰ। ਤਾਂ ਇੱਥੇ ਆਪਾਂ ਕਲੋਜ਼ ਕਰਦੇ ਹਾਂ। ਸਾਰੇ ਪਾਰਟਿਸਿਪੈਂਟਸ ਜਿਹੜੇ ਹੈਗੇ ਆ ਉਹਨਾਂ ਦਾ ਧੰਨਵਾਦ। ਤਾਇਲ ਜੀ ਸੀਗੇ ਅੱਜ, ਜਿਹੜੇ ਵੀ ਆਪਣੀ ਟੀਮ ਮੈਂਬਰ ਸੀਗੇ, ਥੈਂਕ ਯੂ ਜੀ ਸਾਰਿਆਂ ਦਾ, ਬਹੁਤ ਅੱਛਾ ਲੱਗਿਆ। ਤਾਂ ਨੈਕਸਟ ਵੀ ਆਪਾਂ ਕੰਟੀਨਿਊ ਕਰਦੇ ਰਵਾਂਗੇ, ਜਿਹੜੇ ਵੀ ਲਿੰਕਸ ਹੋਣਗੇ ਉਹ ਗਰੁੱਪਸ ਦੇ ਵਿੱਚ ਸ਼ੇਅਰ ਹੁੰਦੇ ਰਹਿਣਗੇ। ਠੀਕ ਹੈ ਜੀ, ਥੈਂਕ ਯੂ so much sir. Thank you.